ਤੁਸੀਂ ਪੰਜਾਬ 'ਚ ਰਹੇ ਸੰਘ ਨੂੰ ਲੈ ਕੇ ਪੰਜਾਬ ਦੇ ਸੰਘ ਬਾਰੇ ਖਦਸ਼ੇ ਬਹੁਤ ਨੇ ਪੰਜਾਬੀਆਂ ਦੇ ਸਿੱਖਾਂ ਨੂੰ ਐ ਲੱਗਦਾਗਾ ਕਿ ਸੰਘ ਉਹਨਾਂ ਦੇ ਐਂਟੀ ਹੈਗਾ ਪੰਜਾਬੀਆਂ ਨੂੰ ਪੰਜਾਬੀਆਂ ਦੇ ਇੱਕ ਹਿੱਸੇ ਨੂੰ ਸਿੱਖਾਂ ਤੋਂ ਬਿਨਾਂ ਵੀ ਲੱਗਦਾ ਕੀ ਇਹ ਸਿਰਫ ਪਰਸੈਪਸ਼ਨਾਂ ਨੇ ਜਾਂ ਕੋਈ ਸੱਚ ਆ ਕੀ ਹੈ ਤੁਹਾਡੇ ਮੁਤਾਬਕ ਕੀ ਹੈ ਪਰ ਵੱਖਰੀ ਕੌਮ ਦੇ ਉੱਤੇ ਤੁਸੀਂ ਕੋਈ ਇਤਰਾਜ਼ ਨਹੀਂਗਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਕੋਈ ਕੌਮ ਕਹਿ ਲਓ ਉਹਨੂੰ ਰਿਲੀਜਨ ਕਹਿ ਲਓ ਉਹਨੂੰ ਧਾਰਮਿਕ ਧਰਮ ਕਹਿ ਲਓ ਤੁਸੀਂ ਉਹਨੂੰ ਸੰਪਰਦਾਇ ਕਹਿ ਲਓ ਉਹਨੂੰ ਮਤ ਕਹਿ ਲਓ ਇਹ ਸਭ ਸ਼ਬਦ ਨੇ ਦੇਖੋ ਧਰਮ ਸ਼ਬਦ ਵੀ ਨਾ ਉਹਦਾ ਬੜਾ ਅਨਰਥ ਕਰਤਾ ਵਿਚਾਰੇ ਦਾ ਧਰਮ ਸ਼ਬਦ ਦਾ ਪੂਜਾ ਪਾਠ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ ਇਹ ਪਰਸੈਪਸ਼ਨ ਐ ਕਿਉਂ ਹੈਗੀ ਕਿ ਸਿੱਖ ਵੀ ਐ ਸੋਚਦੇ ਹੈਗੇ ਕਿ ਸਾਨੂੰ ਵੱਖਰੀ ਕੌਮ ਨਹੀਂ ਮੰਨਦੇ ਸਾਡੀ ਇੱਕ ਵੱਖਰੀ ਪਛਾਣ ਨਹੀਂ ਮੰਨਦੇ ਸਾਡਾ ਅਸਿਮੀਲੇਸ਼ਨ ਕਰਨਾ ਚਾਹੁੰਦੇ ਨੇ ਇਹ ਹੈਗਾ ਨਾ ਇਹ ਤੇ ਗੱਲ ਤੁਸੀਂ ਤਾਂ ਪੜ੍ਹਦੇ ਹੋਵੋਗੇ ਦੇਖਦੇ ਹੋਵੋਗੇ ਪੰਜਾਬ 'ਚ ਰਹਿੰਦੇ ਹੋ ਸਿੱਖਾਂ ਦੇ ਜਿਹੜੇ ਆਈਡੀਓਲੌਗ ਨੇ ਉਹੀ ਗੱਲ ਕਹਿੰਦੇ ਆ ਨਾ ਕਿ ਸਾਡਾ ਅਸਿਮੀਲੇਸ਼ਨ ਕਰਨਾ ਚਾਹੁੰਦੇ ਆ ਇਹ ਜਾਂ ਸਾਡੇ ਉਹਨਾਂ ਦੀ ਪਰਸੈਪਸ਼ਨ ਆ ਕਿ ਸਾਨੂੰ ਇੱਕ ਵੱਖਰੀ ਕੌਮ ਦੇ ਤੌਰ ਤੇ ਇਹ ਮਾਨਸਿਕ ਕੋਈ ਵੱਖਰੀ ਕੌਮ ਦੀ ਮਾਨਤਾ ਨਹੀਂ ਦਿੰਦੇ ਕਿਸੇ ਇੱਕ ਵੱਖਰੀ ਲਿਖ ਕੇ ਦਿੱਤਾ ਹੋਇਆ ਸੰਘ ਨੇ ਸੁਦਰਸ਼ਨ ਜੀ ਦੀ ਸਿਗਨੇਚਰ ਨਾਲ ਲਿਖ ਕੇ ਗਿਆ ਹੋਇਆ ਬਈ ਦੇਖੋ ਅਲੱਗ ਧਰਮ ਇਹ ਪਰਸੈਪਸ਼ਨਾਂ ਕਿਉਂ ਨੇ ਫਿਰ ਮੈਂ ਟੁੱਟੀਆਂ ਕਿਉਂ ਨਹੀਂ ਮੈਂ ਇਹੀ ਤਾਂ ਪੁੱਛਦਾ ਤੁਹਾਡੇ ਤੋਂ ਮੈਂ ਦੱਸਦਾ ਅੱਜ ਵੀ ਕਿਉਂ ਨੇ ਤੁਹਾਨੂੰ ਪਤਾ ਨਾ ਕੀ ਹੈ ਪਰਸੈਪਸ਼ਨ ਹਾਂ ਪਰਸੈਪਸ਼ਨਸ ਹੋਣਗੀਆਂ ਇਹ ਸਾਰੀਆਂ ਗੱਲਾਂ ਗਲਤ ਹੈ ਦੇਖੋ ਜੀ ਮੈਂ ਤਾਂ ਪੰਡਤਾਂ ਦਾ ਮੁੰਡਾ ਫਿਰੋਜ਼ਪੁਰ ਦਾ ਮੈਨੂੰ ਅਗਰ ਕਿਸੇ ਨੇ 10 ਗੁਰੂਆਂ ਦੇ ਨਾਮ ਯਾਦ ਕਰਾਏ ਲੜੀਵਾਰ ਉਹ ਆਰਐਸਐਸ ਦੀ ਸ਼ਾਖਾ ਨੇ ਕਰਾਏ ਸੰਘ ਔਰ ਜਨਸੰਘ ਅੱਡ ਕਰਨੇ ਪੈਣਗੇ ਜਨਸੰਘ ਤੋਂ ਜਿਹੜੀ ਹਿੰਦੀ ਅੰਦੋਲਨ ਦੇ ਮੁੱਦੇ ਤੇ ਗਲਤੀ ਹੋਈ ਕਿ ਇੱਥੋਂ ਦੀ ਮਾਤ ਭਾਸ਼ਾ ਪੰਜਾਬੀ ਲਿਖਾਣ ਵਾਲਾ ਮਤਲਬ ਉਹ ਜਨਸੰਘ ਨੇ ਕੀਤਾ ਬਲੰਡਰ ਉਦੋਂ ਆਰਐਸਐਸ ਦੇ ਮੈਨੂੰ ਲੱਗਦਾ ਸ਼ਾਇਦ ਗੋਵਲਕਰ ਆਏ ਸੀ ਗੋਲਵਲਕਰ ਜੀ ਨੇ ਕਿਹਾ ਸੀ ਜਲੰਧਰ ਕਰ ਆ ਕੇ ਉਹਨਾਂ ਨੇ ਕਿਹਾ ਪੰਜਾਬ ਦੇ ਹਿੰਦੂ ਆਪਦੀ ਲੈਂਗੁਏਜ ਹਰੇਕ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਣੀ ਚਾਹੀਦੀ ਹੈ ਆਰਐਸਐਸ ਨੇ ਪ੍ਰੈਸ ਕਾਨਫਰੰਸ ਕੀਤੀ ਸੰਘ ਮਤਲਬ ਗੋਲਵਲਕਰ ਜੀ ਨੇ ਹਾਂ ਕਿਹਾ ਉਹਨਾਂ ਗੋਲਵਲਕਰ ਜੀ ਨੇ ਕਿਹਾ ਕਿ ਹਰੇਕ ਜਿਹੜਾ ਆਰਐਸਐਸ ਦਾ ਸੰਸੋਕ ਵੀ ਹੈ ਪੰਜਾਬੀ ਹੈ ਉਹਦੀ ਮਾਤ ਭਾਸ਼ਾ ਪੰਜਾਬੀ ਹੈ ਤੁਸੀਂ ਹਿੰਦੂ ਹੋ ਇਸ ਕਰਕੇ ਤੁਹਾਡੀ ਮਾਤ ਭਾਸ਼ਾ ਹਿੰਦੀ ਨਹੀਂ ਹੋ ਸਕਦੀ ਸਾਫ਼ ਕਿਹਾ ਸੀ ਗੁਰੂ ਜੀ ਨੇ ਪਰ ਉਹ ਆਰਯ ਸਮਾਜ ਦੇ ਲੋਕ ਪ੍ਰਭਾਵੀ ਸੀ ਉਦੋਂ ਜਨਸੰਘ 'ਚ ਵੀ ਸੰਘ 'ਚ ਵੀ ਉਹ ਗੁਰੂ ਜੀ ਨੂੰ ਕਿਹਾ ਕਿ ਨਹੀਂ ਤੁਸੀਂ ਨਹੀਂ ਸਮਝੇ ਸਾਡੀ ਤਾਂ ਰਾਜਨੀਤੀ ਤੁਸੀਂ ਚੌਪਟ ਕਰਤੀ ਅਤੇ ਬਹੁਤ ਹੋਇਆ ਸੰਘ ਨੂੰ ਇਹ ਗਲਤੀਆਂ ਦਇਆਨੰਦ ਸਰਸਵਤੀ ਤੋਂ ਹੋਈਆਂ ਪਹਿਲਾਂ ਜੇ ਆਪਾਂ ਫਿਰ ਪਿੱਛੇ ਚੱਲੀਏ ਥੋੜ੍ਹਾ ਜਿਹਾ ਇੰਝ ਕਹਿ ਸਕਦੇ ਹੋ ਦਇਆਨੰਦ ਸਰਸਵਤੀ ਹੋਰਾਂ ਨੇ ਵੀ ਜੋ ਆਪਦੇ ਗ੍ਰੰਥਾਂ 'ਚ ਲਿਖਿਆ ਉਹਦੇ ਤੇ ਬਹੁਤ ਵੱਡੀਆਂ ਕੰਟਰੋਵਰਸੀਆਂ ਹੋਈਆਂ ਮੈਂ ਉਹਦਾ ਲੇਕਿਨ ਮੈਨੂੰ ਲੱਗਦਾ ਕਿ ਭਾਸ਼ਾ ਦੇ ਮੁੱਦੇ ਤੇ ਹਿੰਦੂ ਨਾਲ ਜੋੜਨਾ ਇਹ ਗਲਤੀ ਸੀ ਮੋਦੀ ਸਰਕਾਰ ਫਿਰ ਇਤਿਹਾਸਕ ਗਲਤੀਆਂ ਕਰ ਰਹੀ ਹੈ ਮੈਨੂੰ ਲੱਗਦਾ ਕਿ ਤੁਸੀਂ ਉਹਨੂੰ ਕਹਿ ਲਓ ਦੋ ਮੁੱਦਿਆਂ ਤੇ ਮੈਂ ਕਹਾਂਗਾ ਇੱਕ ਜੈਨੇਟਿਕਲੀ ਮੋਡੀਫਾਈਡ ਮੈਂ ਇਸੇ ਕਹਿਣਾ ਨਾ ਇਹ ਤੁਹਾਡੀਆਂ ਪ੍ਰਿੰਸੀਪਲ ਪੋਜੀਸ਼ਨਾਂ ਹੁੰਦੀਆਂ ਸੀ ਸੰਘ ਦੀਆਂ ਦੇਖੀਏ ਇਹਦੇ ਤੇ ਸੰਘ ਦੀ ਸਰਕਾਰ ਹੈ ਸੰਘ ਦੀ ਪੋਜੀਸ਼ਨ ਹੋਈ ਹੋਵੇ ਸੰਘ ਦੀ ਪੋਜੀਸ਼ਨ ਬਿਲਕੁਲ ਹੋਈ ਹੋਵੇ ਸੰਘ ਨਹੀਂ ਚਾਹੁੰਦਾ ਜੈਨੇਟਿਕਲੀ ਮੋਡੀਫਾਈਡ ਫੂਡ ਆਉਣ ਪਰ ਉਹ ਤਾਂ ਆ ਰਹੇ ਨੇ ਪਰ ਸੰਘ ਦੇ ਪ੍ਰਚਾਰਕ ਇਸ ਟਾਈਮ ਪ੍ਰਧਾਨ ਮੰਤਰੀ ਨੇ ਤੁਸੀਂ ਗੋਬਿੰਦਾਚਾਰਿਆ ਜੀ ਤੇ ਦੀਨ ਦਿਆਲ ਜੀ ਦੀ ਗੱਲ ਕੀਤੀ ਰਾਜਨੀਤੀ ਦੀ ਇੱਕ ਸੀਮਾ ਹੈ ਰਾਜਨੀਤੀ ਦੀ ਇੱਕ ਮਰਿਆਦਾ ਪਹਿਲੀ ਗੱਲ ਸਰਕਾਰ ਕਦੀ ਆਪਣੀ ਨਹੀਂ ਹੁੰਦੀ ਸਰਕਾਰ ਦੀ ਹੁੰਦੀ ਫਿਰ ਜਿਹੜਾ ਇਹ ਚੱਲਦਾ ਸੀਗਾ ਕਿ ਨਹੀਂ ਆਪਾਂ ਸੰਘਰਸ਼ ਕਰੋ ਸੱਤਾ ਚ ਆਵਾਂਗੇ ਫਿਰ ਇਹ ਬਸ ਕਲਪਨਾਵਾਂ ਹੁੰਦੀਆਂ ਕਿਸੇ ਵੀ ਆਈਡੀਆ ਦੀਆਂ ਕਹਿ ਦਿੰਦਾ ਮੈਂ ਇਕੱਲੇ ਇਸ ਆਈਡੀਆ ਦੀ ਨਹੀਂ ਕਹਿੰਦੀ ਜਾਂ ਸੰਘ ਦੇ ਦੀ ਹਰ ਆਈਡੀਆ ਦੀ ਫਿਰ ਇਹੀ ਹੈ ਕਿ ਕਦੀ ਵੀ ਨਹੀਂ ਕਹਿੰਦਾ ਸੀ ਜਦੋਂ ਸੱਤਾ ਚ ਆ ਕੇ ਫਿਰ ਕਰਨਗੇ ਸੰਘ ਤਾਂ ਕਦੀ ਵੀ ਨਹੀਂ ਕਹਿੰਦਾ ਸੀ ਰਾਜਨੀਤੀ ਮਾਧਿਅਮ ਹੈ ਸੰਘ ਨੇ ਤਾਂ ਕਦੀ ਨਹੀਂ ਕਿਹਾ ਮੈਨੂੰ ਤਾਂ ਪਤਾ ਕਿ ਦੀਨ ਦਿਆਲ ਉਪਾਧਿਆਏ ਜੀ ਨੂੰ ਜਦੋਂ ਜਨਸੰਘ 'ਚ ਭੇਜਿਆ ਗਿਆ ਤਾਂ ਉਦੋਂ ਇੱਕ ਹੈਗਾ ਪਰ ਹੁਣ ਤਾਂ ਸੰਘ ਦੇ ਬੰਦੇ ਐਕਟਿਵ ਹੋ ਕੇ ਮੋਦੀ ਸਰਕਾਰ ਲਈ ਐਕਟਿਵ ਤਾਂ ਹੁੰਦੇ ਨੇ ਗੁਜਰਾਤ 'ਚ ਵੀ ਐਕਟਿਵ ਹੋਏ ਕਹਿੰਦੇ ਬਹੁਤ ਸਾਰੀਆਂ ਥਾਵਾਂ ਤੇ ਐਕਟਿਵ ਤਾਂ ਹੁੰਦੇ ਨਹੀਂ ਫਿਰ ਉਹ ਇਕੱਲੇ ਇਹ ਮੁੱਦੇ ਨਹੀਂ ਵਿਆਪਕ ਮੁੱਦੇ ਵੀ ਹੈਗੇ ਨਾ ਉਹਦੇ 'ਚ ਆਰਐਸਐਸ ਦੀਆਂ ਇੱਕ ਪੋਜੀਸ਼ਨਾਂ ਰਹੀਆਂ ਇਸ ਗੱਲ ਦੇ ਉੱਤੇ ਖਾਸ ਤੌਰ ਤੇ ਸਵਦੇਸ਼ੀ ਜਾਗਰਣ ਮੰਚ ਦੀਆਂ ਜਾਂ ਪੂਰੇ ਦੇ ਪੂਰੇ ਵੈਸਟ ਦੇ ਥਾਟ ਨੂੰ ਲੈ ਕੇ ਜਾਂ ਪੂਰੀ ਦੀ ਪੂਰੀ ਉਸ ਧਾਰਾ ਨੂੰ ਲੈ ਕੇ ਜਿਹਨੂੰ ਤੁਸੀਂ ਆਲੋਚਨਾ ਕਰਦੇ ਰਹੇ ਹੋ ਤੁਹਾਡੇ ਗੁਰੂ ਜੀ ਗੋਬਿੰਦਾਚਾਰੀਆ ਉਹਦੇ ਝੰਡਾ ਪ੍ਰਧਾਰ ਰਹੇ ਨੇ ਇੱਕ ਪਾਸੇ ਤੁਸੀਂ ਇਹ ਕੰਮ ਕਰ ਰਹੇ ਹੋ ਕਿ ਇਸ ਤਰ੍ਹਾਂ ਦਾ ਅਲਟਰਨੇਟਿਵ ਮਾਡਲ ਕਿਵੇਂ ਬਣੇ ਇੱਕ ਪਾਸੇ ਉਹ ਸਾਰੀਆਂ ਪੋਜੀਸ਼ਨਾਂ ਛੱਡੀਆਂ ਜਾ ਚੁੱਕੀਆਂ ਨੇ ਐਂ ਕਿਉਂ ਹੋਇਆ ਕਿ ਇੱਕ ਦੌਰ ਉਹ ਸੀ ਸਵਦੇਸ਼ੀ ਜਾਗਰਣ ਮੰਚ ਦਾ ਇੱਕ ਦੌਰ ਉਹ ਸੀਗਾ ਕਿਸਾਨ ਸੰਘ ਦਾ ਇੱਕ ਦੌਰ ਉਹ ਸੀ ਮਜ਼ਦੂਰ ਸੰਘ ਦਾ ਜਦੋਂ ਬਹੁਤ ਹੀ ਆਪਣੀ ਗਵਰਨਮੈਂਟ ਦੇ ਹੁੰਦਿਆਂ ਹੋਇਆਂ ਬੜੇ ਕ੍ਰਿਟਿਕ ਰਹੇ ਹੋ ਹੁਣ ਇਹ ਨਹੀਂ ਹੈਗਾ ਹੁਣ ਆਪਾਂ ਦੇਖ ਰਹੇ ਹਾਂ ਰਿਟੇਲ ਦੇ ਖੇਤਰ 'ਚ ਹੋ ਗਿਆ FDI ਆ ਗਈ ਡਿਫੈਂਸ 'ਚ ਆ ਗਈ ਜਿਨ੍ਹਾਂ ਦਾ ਵਿਰੋਧ ਇਹ ਗੱਲਾਂ ਦਾ ਪ੍ਰਿੰਸੀਪਲ ਵਿਰੋਧ ਰਿਹਾ ਹੈਗਾ ਤੁਹਾਨੂੰ ਪਤਾ ਬਿਲਕੁਲ ਠੀਕ ਹੁਣ ਉਹ ਸਾਰੀਆਂ ਗੱਲਾਂ ਦੇ ਉੱਤੇ ਯੂ ਟਰਨ ਹੋ ਗਿਆ ਪਰ ਜਿਹੜੇ ਸੰਘ ਦੀਆਂ ਉਹ ਸੰਸਥਾਵਾਂ ਨੇ ਹੁਣ ਕ੍ਰਿਟਿਕ ਉਸ ਰੂਪ 'ਚ ਨਹੀਂ ਹੈਗੀਆਂ ਕ੍ਰਿਟਿਕ ਹੈਗੀਆਂ ਨੇ ਨਹੀਂ ਉਦੋਂ ਤੇ ਉਹ ਦੌਰ ਅਸੀਂ ਵਾਜਪਾਈ ਵਾਲਾ ਦੌਰ ਦੇਖਿਆਗਾ ਕਿ ਮੈਂ ਨਿਕਲ ਕੇ ਆ ਕੇ ਸੁਦਰਸ਼ਨ ਜੀ ਨੂੰ ਦੇਖਿਆ ਅਸੀਂ ਗੋਬਿੰਦਾਚਾਰੀਆ ਜੀ ਨੂੰ ਦੇਖਿਆਗਾ ਉਹਦੇ ਖਿਆਜ਼ੇ ਭੁਗਤਣਾ ਪਏ ਗੋਬਿੰਦਾਚਾਰੀਆ ਜੀ ਵਾਜਪਾਈ ਗਵਰਨਮੈਂਟ ਦੇ ਖਿਲਾਫ ਜਿਹੜਾ ਧਰਨਾ ਲੱਗਾ ਸੀ ਬੜਾ ਫੇਮਸ
ਜਦ ਤੋਂ ਆਪਾਂ ਠੇਂਗੜੀ ਜੀ 'ਤੇ ਬੈਠੇ ਸੀ ਜਿਸ ਉਹਨਾਂ ਨੇ ਪਹਿਲੀ ਵਾਰੀ ਅਰਥ ਮੰਤਰੀ ਮਤਲਬ ਯਸ਼ਵੰਤ ਨੂੰ ਅਨਰਥ ਮੰਤਰੀ ਬੋਲਿਆ ਸੀ ਕਿ ਇਹ ਅਨਰਥ ਮੰਤਰੀ ਨੇ, ਤੇ ਮੈਂ ਉਸ ਧਰਨੇ ਦੀ ਦਰੀਆਂ ਵਿਛਾਉਣ ਵਾਲਾ ਬੰਦਾ ਮੈਂ ਸੀ। ਰਾਜਨੀਤੀ ਹੈ ਸਰਕਾਰ ਦਸ਼ਾਨਨ ਹੁੰਦੀ ਹੈ, 10 ਸਿਰ ਵਾਲਾ ਰਾਵਣ ਹੁੰਦਾ ਹੈ। ਉਹ ਇੱਕ ਮੂੰਹ ਕਹੇਗਾ ਕੁਦਰਤੀ ਖੇਤੀ ਜਿੰਦਾਬਾਦ, ਦੂਜਾ ਮੂੰਹ ਕਹੇਗਾ ਜੀਐਮ ਲਿਆ, ਤੀਜਾ ਕਹੇਗਾ ਵਾਤਾਵਰਣ ਬਚਾਉਣਾ ਹੈ, ਤੇ ਚੌਥਾ ਮੂੰਹ ਕਹੇਗਾ ਕਿ ਪੇੜ ਕੱਟ ਦਿਓ। ਇਹ ਇੰਝ ਹੀ ਰਹਿੰਦਾ ਹੈ, ਸਰਕਾਰ ਜਿਹਦੀ ਮਰਜ਼ੀ ਹੋਵੇ। ਇਹ ਬਹੁਤ ਕੰਟਰਾਡਿਕਸ਼ਨਸ ਰਹਿੰਦੀਆਂ ਨੇ। ਇਹ ਸਾਰੇ ਮੁੱਦੇ ਦੇ ਵਿੱਚ ਮੈਨੂੰ ਤਾਂ ਲੱਗਦਾ ਇਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨੀ ਪਏਗੀ। ਪਰ ਸੰਭਵ ਪਾਵਰ ਨਹੀਂ ਆਊਗੀ ਤਾਂ ਸੰਭਵ ਕਿਵੇਂ ਹੋਊਗਾ? ਡੰਡੇ ਮਾਰ ਕੇ ਭਜਾ ਦੇਣਗੇ, ਅਗਲੇ ਭਜਾ ਦਿੰਦੇ ਨੇ। ਤੁਸੀਂ ਅੱਜ ਲਾਓ ਧਰਨਾ, ਕਿਤੇ ਇੱਥੇ ਪੰਜਾਬ 'ਚ ਲਾ ਲਓ, ਕਿਤੇ ਲਾ ਲਓ, ਤੁਹਾਨੂੰ ਅਗਲੇ ਕਰ ਦੇਣਗੇ। ਗੋਵਿੰਦਾਚਾਰੀਆ ਜੀ ਨਾਲ ਜੋ ਹੋਇਆ, ਹੁਣ ਤੁਹਾਨੂੰ ਦੱਸਣ ਦੀ ਕੀ ਲੋੜ ਹੈਗੀ? ਪਾਵਰ ਤਾਂ ਪਾਵਰ ਹੁੰਦੀ ਹੈ, ਜੇ ਉਹੀ ਪਾਵਰ ਗੋਵਿੰਦਾਚਾਰੀ ਜੀ ਕੋਲ ਹੁੰਦੀ ਸ਼ਾਇਦ ਕੁਝ ਉਹ ਹੁੰਦੇ। ਜੇ ਪਾਵਰ ਨਹੀਂ ਸੀ, ਚੱਕ ਕੇ ਉਹਨਾਂ ਦਾ ਬੋਰੀਆ ਬਿਸਤਰਾ ਬਾਹਰ ਮਾਰਿਆ, ਤੁਹਾਨੂੰ ਵੀ ਪਤਾ। ਸੰਘ ਦਾ ਬਗਾਵਤੀ ਰੂਪ ਕਿੱਧਰ ਗਿਆ ਮੈਂ ਪੁੱਛਦਾ? ਜਿਹੜੀ ਸੰਘ ਨੂੰ ਲੱਗਦਾ ਸੀ ਆ ਗਲਤ ਆ, ਅਸੀਂ ਬਾਗੀ ਹੋ ਜਾਣਗੇ ਜੇ ਗਲਤ ਕਰੋਗੇ। ਇਹ ਸੰਘ ਦੇ ਤੁਸੀਂ ਅਧਿਕ੍ਰਿਤ ਪ੍ਰਵਕਤਾ ਤੋਂ ਪੁੱਛੋਗੇ ਜ਼ਿਆਦਾ ਠੀਕ ਰਹੇਗਾ। ਮੈਂ ਕਹਿੰਦਾ ਇਹ ਜਿਹੜਾ ਚੈੱਕ ਐਂਡ ਬੈਲੈਂਸ ਸੀਗਾ, ਹੋਰ ਕਿਸੇ ਪਾਰਟੀ 'ਚ ਉਹ ਹੋਵੇ ਨਾ ਸਭ ਇਹ ਹੋਵੇ। check and balance- ਮੇਰੀ ਗੱਲ ਤਾਂ ਸੁਣ ਨਾ, ਬੀਜੇਪੀ ਤੇ ਆਰਐਸਐਸ ਦਾ ਕਨੈਕਸ਼ਨ ਇੱਕ ਇਸ ਤਰ੍ਹਾਂ ਦਾ ਕਨੈਕਸ਼ਨ ਹੈ ਜਿਹੜਾ ਚੈੱਕ ਐਂਡ ਉਹ ਬੈਲੈਂਸ ਹੈਗਾ ਦਾ, ਜਿਹੜਾ ਚੈੱਕ ਐਂਡ ਬੈਲੈਂਸ ਦਾ ਕਨੈਕਸ਼ਨ ਸੀਗਾ। ਯਾਨੀ ਜਦੋਂ ਹੀ ਰਾਜਨੀਤੀ ਕਿਸੇ ਗਲਤ ਪਾਸੇ ਵੱਲ ਜਾਊ, ਸੰਘ ਉਹਨੂੰ ਮੋੜ ਕੇ ਲਿਆਊਗਾ। ਐ ਹੁੰਦਾ ਰਿਹਾ, ਇਹ ਸੰਘ ਦੀ ਇੱਕ ਧਾਰਾ ਰਹੀ। ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਤਮਾਮ ਜਿਹੜੇ ਮੁੱਦੇ ਨੇ, ਇਹ ਸਾਡੇ ਸਮੇਂ ਦੀ ਰਾਜਨੀਤੀ ਦਾ ਸੱਚ ਦੱਸ ਰਹੇ ਨੇ, ਰਾਜਨੀਤੀ ਦੀ ਮਜਬੂਰੀ ਦੱਸ ਰਹੇ ਨੇ। ਇਸ ਕਰਕੇ ਯਾਨੀ ਇਹ ਮੰਨੀਏ ਕਿ ਵਰਲਡ ਆਰਡਰ ਚਲਾਉਂਦਾਗਾ ਕਿਸੇ ਮੁਲਕ ਨੂੰ। ਮੈਨੂੰ ਤਾਂ ਲੱਗਦਾ ਖੈਰ ਵਰਲਡ ਆਰਡਰ ਤਾਂ ਚੱਲਣਾ ਇਹ ਜ਼ਿਆਦਾ ਵੱਡੀ ਗੱਲ ਹੋ ਜਾਏਗੀ। ਨਹੀਂ, ਕਿਉਂਕਿ ਮੈਂ ਤਾਂ ਕਹਿਣਾ ਕਿ ਇਸ ਵਰਲਡ ਆਰਡਰ ਨੂੰ ਚੈਲੰਜ ਕਰਨ ਦੇ ਪ੍ਰਿੰਸੀਪਲ ਦੇ ਉੱਤੇ ਸੰਘ ਦੀਆਂ ਬਹੁਤ ਸਾਰੀਆਂ ਪੋਜੀਸ਼ਨਾਂ ਨੇ ਕਿ ਵਰਲਡ ਆਰਡਰ ਨੂੰ ਅਸੀਂ ਚੈਲੰਜ ਕਰਾਂਗੇ। ਇਹ ਕਾਂਗਰਸੀਆਂ ਦੇ ਬਾਰੇ ਬਹੁਤ ਵੱਡਾ ਕ੍ਰਿਟੀਕ ਰਿਹਾ ਹੈਗਾ, ਕੀਤਾ ਜੀ ਮਿਲੇ ਹੋਏ ਨੇ। ਇਸੇ ਗੱਲ ਤੇ ਆ ਰਿਹਾ ਅੱਜ ਵੀ ਉਹ WTO ਸਾਰੇ ਜਿਹੜੇ ਸਮਝੌਤੇ ਨੇ ਜਿਨ੍ਹਾਂ 'ਚ ਅਸੀਂ ਬੰਨੇ ਹੋਏ ਆਂਗੇ, ਮੋਦੀ ਸਰਕਾਰ ਵੀ ਉਹਨਾਂ 'ਚ ਬੰਨੀ ਹੈ, ਮਨਮੋਹਨ ਸਰਕਾਰ ਵੀ ਉਹਨਾਂ 'ਚ ਬੰਨੀ। ਇਸ ਤੋਂ ਗੱਲ ਤੁਸੀਂ ਨਾ ਮੈਨੂੰ ਕੱਲਾ ਸੰਘ ਦਾ ਪ੍ਰਵਕਤਾ ਸੰਘ ਦੇ ਬਿਨਾਂ ਕਰੋ ਗੱਲ, ਮੈਂ ਕੋਈ ਗੱਲ ਕਰਦਾ। ਮੈਂ ਇੱਕ ਸਨਾਤਨੀ ਹਿੰਦੂ ਹਾਂ। ਠੀਕ ਹੈ, ਤੁਸੀਂ ਸਨਾਤਨੀ ਹਿੰਦੂ ਬਣ ਕੇ ਗੱਲ ਕਰੋ। ਮੈਂ ਇੱਕ ਦੇਸ਼ ਨੂੰ ਪ੍ਰੇਮ ਕਰਦਾ, ਸੰਘ ਤੋਂ ਮੈਂ ਦੇਸ਼ ਭਗਤੀ ਸਿੱਖੀ ਹੈ। ਤੁਸੀਂ ਆਈਡੀਆ ਆਫ ਪੰਜਾਬ ਦੀ ਗੱਲ ਕਰਦੇ ਹੋ, ਮੈਨੂੰ ਇੱਕ ਇਤਰਾਜ਼ ਆ। ਇੱਕ ਪੂਰਾ ਜਿਹੜਾ ਜੋ ਸ਼ੁਰੂ ਤੋਂ ਲੋਕ ਇਸਤੇਮਾਲ ਕਰਦੇ ਆ ਨਾ, ਪੰਜਾਬ ਗੁਰੂ ਪੀਰਾਂ ਦੀ ਧਰਤੀ, ਉਸ ਤੋਂ ਪਹਿਲੇ ਇੱਕ ਹੋਰ ਸ਼ਬਦ ਜੋੜਨਾ ਰਿਸ਼ੀ। ਰਿਸ਼ੀ ਵੀ ਇੱਥੇ ਹੋਏ। ਇਹ ਤਕਸ਼ਸ਼ਿਲਾ ਦੀ ਧਰਤੀ ਨਹੀਂ ਹੈਗੀ? ਮਤਲਬ ਦੁਨੀਆ ਦੀ ਪਹਿਲੀ ਵਿਆਕਰਣ ਜਿਹੜੀ ਹੈਗੀ ਆ ਅਸ਼ਟਾਧਿਆਈ, ਉਹ ਇੱਥੇ ਨਹੀਂ ਲਿਖੀ ਗਈ। ਨਿਰੁਕਤ ਇੱਥੇ ਨਹੀਂ ਲਿਖਿਆ ਗਿਆ। ਨਿਘੰਟੂ ਦੀ ਗੱਲ ਇੱਥੇ ਪੰਜਾਬ 'ਚ ਨਹੀਂ ਕੀਤੀ ਗਈ। ਇਹ ਤਮਾਮ ਚੀਜ਼ਾਂ ਨੇ ਜਿਹੜੀਆਂ ਪੰਜਾਬ 'ਚ ਹੋਈਆਂ ਨੇ। ਰਿਗਵੇਦ ਪੰਜਾਬ 'ਚ ਲਿਖੇ ਗਏ, ਉਪਨਿਸ਼ਦ ਪੰਜਾਬ 'ਚ ਲਿਖੇ ਗਏ, 18 ਪੁਰਾਣ ਪੰਜਾਬ 'ਚ ਲਿਖੇ ਗਏ, ਮਹਾਭਾਰਤ ਪੰਜਾਬ 'ਚ ਲਿਖੀ ਗਈ। ਇਹ ਰਿਸ਼ੀ ਮੁਨੀਆਂ ਦੀ ਧਰਤੀ ਹੈ। ਇਸ ਕਰਕੇ ਅਸੀਂ ਇਹਨੂੰ ਰਿਸ਼ੀ ਮੁਨੀਆਂ ਤੋਂ ਵੀ ਨਾਲ ਜੋੜ ਕੇ ਰੱਖੀਏ। ਤੁਸੀਂ ਇੱਕ ਸ਼ਬਦ ਵਰਤਿਆ ਕਿ ਸਟੇਟ ਨੂੰ ਤਾਂ ਕੋਈ ਮੀਨਿੰਗ ਹੁੰਦਾ, ਟੈਕਨੋਕ੍ਰੇਟ ਤੇ ਜਿਹੜੀ ਅਫਸਰਸ਼ਾਹੀ ਆ ਬਹੁਤ ਭਾਰੀ ਹੁੰਦੀ ਹੈ, ਭਾਰੂ ਹੁੰਦੀ ਹੈ। ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਹੈਗਾ, ਤੁਹਾਡੇ ਆਈਡੀਆ ਆਫ ਪੰਜਾਬ ਜਾਂ ਸੰਘ ਦੇ ਆਈਡੀਆ ਆਫ ਇੰਡੀਆ ਦੇ ਅੰਦਰ ਸਟੇਟ ਕੀ ਹੁੰਦੀ ਹੈ? ਡੀਪ ਸਟੇਟ ਕੀ ਹੁੰਦੀ ਹੈ? ਦੋ ਟਰਮਾਂ ਚੱਲਦੀਆਂ ਨੇ, ਇੱਕ ਸਟੇਟ, ਇੱਕ ਡੀਪ ਸਟੇਟ। ਕਿ ਡੀਪ ਸਟੇਟ ਹੀ ਚਲਾਉਂਦੀ ਹੈ ਸਾਰਾ ਕੁਝ, ਸਟੇਟ ਹੀ ਚਲਾਉਂਦੀ ਹੈ, ਯਾਨੀ ਪੋਲੀਟੀਸ਼ੀਅਨ ਕੋਈ ਬੈਠਾ ਨਹੀਂ ਬੈਠਾ ਦਾ ਕੋਈ ਮੀਨਿੰਗ ਨਹੀਂ ਹੈਗਾ ਫਿਰ ਕੁਰਸੀ ਦੇ ਉੱਤੇ। ਮੈਂ ਇਹੀ ਕਰਕੇ ਪੁੱਛਣਾ ਕਿ ਸਟੇਟ ਉਹ ਨੇ, ਸਟੇਟ ਉਹ ਚਲਾਉਂਦੇ ਨੇ, ਸਟੇਟ ਉਹ ਨੇ। ਫਿਲਹਾਲ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਭਾਰੂ ਪੋਲੀਟੀਸ਼ੀਅਨ ਕਰਦੇ ਨੇ ਕੁਝ ਗੱਲ, ਪਰ ਮੈਂ ਪੋਲੀਟੀਸ਼ੀਅਨਸ ਨੂੰ ਬਹੁਤ ਮਜਬੂਰ ਦੇਖਿਆ। ਮਜਬੂਰ? ਹਾਂ, ਤਾਂ ਮਜਬੂਰ। ਇਹ ਸੁਪਨਾ ਗਾਂਧੀ ਨੇ ਵੀ ਦੇਖਿਆ, ਗਾਂਧੀਅਨ ਵੀ ਕੰਮ ਕਰਦੇ ਰਹੇ। ਤੁਹਾਨੂੰ ਪਤਾ ਆਦੀਵਾਸੀ ਇਲਾਕਿਆਂ ਤੋਂ ਲੈ ਕੇ ਜਾ ਕੇ ਰਹੇ ਬੰਦੇ, ਬਹੁਤ ਹੀ ਚੰਗੇ ਘਰਾਂ ਦੇ ਬੰਦੇ ਗਾਂਧੀਅਨ ਬਣ ਕੇ ਰਹੇ। ਇਹ ਗੱਲ ਸੰਘ ਵੀ ਕਰਦਾ ਰਿਹਾ, ਦੀਨ ਦਿਆਲ ਉਪਾਧਿਆਏ ਦਾ ਵੀ ਆਈਡੀਆ ਹੈ। ਇਹੀ ਗੱਲ ਕਿਸੇ ਨਾ ਕਿਸੇ ਰੂਪ 'ਚ ਕਾਮਰੇਡ ਵੀ ਕਰਦੇ ਨੇ ਕਿ ਸਭ ਤੋਂ ਗਰੀਬ ਬੰਦੇ ਕੋਲੇ ਹੈ ਨਾ, ਜਿਨ੍ਹਾਂ ਕੋਲੇ ਪਾਵਰ ਆਈ, ਜਿਨ੍ਹਾਂ ਕੋਲੇ ਨਹੀਂ ਆਈ, ਇਹਦਾ ਮਤਲਬ ਇਹ ਸਾਰੇ ਪ੍ਰੋਜੈਕਟ ਫੇਲ ਨੇ। ਮੈਂ ਮੰਨਣਾ ਅੱਜ 100 ਸਾਲ ਬਾਅਦ ਮੈਨੂੰ ਲੱਗਦਾ ਕਿ ਇਸੇ ਕਰਕੇ 100 ਸਾਲ ਹੋ ਗਿਆ, ਕਾਮਰੇਡਾਂ ਨੂੰ ਵੀ 100 ਸਾਲ ਹੋ ਗਿਆ। ਤੁਸੀਂ ਠੀਕ ਕਹਿ ਰਹੇ ਹੋ। ਈਵਨ ਇੱਕ ਤੁਸੀਂ 100 ਸਾਲ ਬਾਅਦ ਆਪਾਂ ਮੰਨੀਏ ਸਾਰੇ ਪ੍ਰੋਜੈਕਟ ਫੇਲ ਨੇ ਕਿ ਉਹ ਬੰਦੇ ਦੀ ਜਿਹੜੀ ਗੱਲ ਹੁੰਦੀ ਸੀ, ਰਾਜਨੀਤੀ ਬਹੁਤ ਹੋ ਗਈ ਉਹਦੇ ਨਾਂ ਦੇ ਉੱਤੇ, ਉਹਦੇ ਕੋਲ ਕੋਈ ਨਹੀਂ ਪਹੁੰਚਿਆ। ਕੋਈ ਸਮਾਜ ਕਦੇ ਸਟੇਟਲੈਸ ਹੋ ਸਕਦਾ ਹੈਗਾ? ਨਹੀਂ, ਸਟੇਟਲੈਸ ਤਾਂ ਕਦੀ ਨਹੀਂ ਹੋਏਗਾ। ਸਟੇਟ ਰਹੇਗੀ, ਪਰ ਸਟੇਟ ਦਾ ਮਤਲਬ ਵੈਸਟ ਵਾਲਾ ਨਹੀਂ ਹੈਗਾ। ਮਿਨੀਮਲ ਇੰਟਰਫੇਰੈਂਸ ਹੁੰਦਾ ਕਿ ਚੋਰ ਡਾਕੂ ਨਾ ਆ ਜਾਣ, ਬਸ ਇੰਨਾ ਹੀ ਹੁੰਦਾ। ਰਾਜਨੀਤੀ ਤਾਂ ਬੰਦੇ ਨੂੰ ਬੇਗਿਰਕ ਕਰ ਦਿੰਦੀ ਹੈ ਨਾ।
ਉਹ ਕਹਿੰਦੇ ਰਾਜਨੀਤੀ ਬੰਦੇ ਨੂੰ ਬੰਦਾ ਨਹੀਂ ਰਹਿਣਾ ਜੀ। ਕਿਸੇ ਕਵੀ ਨੇ ਕਿਹਾ, ਹਿੰਦੀ ਦੇ ਨੇ, ਬਹੁਤ ਵੱਡੇ ਨੇ, ਕਹਿੰਦੇ ਜਿੱਥੇ ਬਹੁਤ ਜ਼ਿਆਦਾ ਉਦੈ ਪ੍ਰਕਾਸ਼ ਬਹੁਤ ਵੱਡੇ ਕਵੀ ਨੇ ਹਿੰਦੀ ਦੇ, ਉਹਨਾਂ ਨੇ ਕਿਹਾ ਜਿੱਥੇ ਬਹੁਤ ਜ਼ਿਆਦਾ ਰਾਜਨੀਤੀ ਹੋਊਗੀ ਉੱਥੇ ਜੀਵਨ ਨਹੀਂ ਹੋਊਗਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਆਈਡੀਆ ਆਫ ਪੰਜਾਬ 'ਚ ਅਸੀਂ ਗੱਲ ਕਰ ਰਹੇ ਹਾਂ ਵੱਖ-ਵੱਖ ਧਰਾਵਾਂ ਦੇ ਨਾਲ, ਵੱਖ-ਵੱਖ ਵਿਚਾਰਾਂ ਦੇ ਨਾਲ। ਆਰਐਸਐਸ ਵੀ ਇਸ ਦੇਸ਼ 'ਚ ਇੱਕ ਵਿਚਾਰ ਰਹੀ ਹੈ, ਪੰਜਾਬ ਦੇ ਅੰਦਰ ਵੀ ਉਹਦੇ ਵੱਖ-ਵੱਖ ਰੂਪ ਰਹੇ ਨੇ। ਆਰਐਸਐਸ ਦੇ ਇੱਕ ਵੱਡੇ ਵਿਚਾਰਕ ਸੀ ਦੀਨ ਦਿਆਲ ਉਪਾਧਿਆਏ। ਉਹਨਾਂ ਦਾ ਇੱਕ ਵਿਚਾਰ ਸੀ ਜਿਹੜਾ ਇਕਾਤਮਕ ਮਾਨਵਵਾਦ ਦਾ ਵਿਚਾਰ ਸੀਗਾ, ਔਰ ਨਾਲ ਦੀ ਨਾਲ ਹੀ ਅੰਤੋਦਿਆ। ਉਹ ਕਹਿੰਦੇ ਸੀ ਲਾਈਨ ਦੇ ਅਖੀਰ 'ਚ ਖੜੇ ਬੰਦੇ ਕੋਲੇ ਜਾਣਾ ਚਾਹੀਦਾ, ਪਰ ਗਏ ਕਿਉਂ ਨਹੀਂ? ਜਾਂ ਇਹ ਦੇਸ਼ ਦੇ ਲੋਕ ਜਿਹੜੇ ਇਹ ਗੱਲ ਸਮਝਦੇ ਸੀ ਉੱਥੇ ਤੱਕ ਕਿਉਂ ਨਹੀਂ ਪਹੁੰਚ ਸਕੇ? ਜਾਂ ਪੰਜਾਬ ਦੇ ਜਿਹੜੇ ਉਹ ਸਵਾਲ ਨੇ ਜਿਹੜੇ ਲਾਈਨ ਦੇ ਅਖੀਰ 'ਚ ਖੜੇ ਨੇ, ਚਾਹੇ ਉਹ ਇਨਵਾਇਰਮੈਂਟ ਦਾ ਸਵਾਲ ਆ, ਜਾਂ ਪੰਜਾਬ ਦੇ ਰਾਜਨੀਤਿਕ ਸਵਾਲ ਨੇ, ਸਮਾਜਿਕ ਨੇ, ਆਰਥਿਕ ਨੇ, ਧਾਰਮਿਕ ਨੇ, ਇਹਨਾਂ ਸਵਾਲਾਂ ਦੇ ਰੂਬਰੂ ਵੱਖ-ਵੱਖ ਧਰਾਵਾਂ ਵੱਖ-ਵੱਖ ਤਰੀਕੇ ਨਾਲ ਹੁੰਦੀਆਂ ਰਹੀਆਂ ਨੇ। ਅੱਜ ਸਾਡੇ ਨਾਲ ਅਮਿੰਦਰ ਦੱਤ ਨੇ। ਅਮਿੰਦਰ ਦੱਤ ਸੰਘ ਦੇ ਨੇੜੇ ਰਹੇ ਨੇ। ਅਮਿੰਦਰ ਦੱਤ ਦਾ ਇਹ ਕਲੇਮ ਵੀ ਰਿਹਾ ਕਿ ਸੰਘ ਨਾਲ ਉਹਨਾਂ ਦੇ ਬਹੁਤ ਸਾਰੀਆਂ ਗੱਲਾਂ 'ਤੇ ਡਿਫਰੈਂਸ ਵੀ ਨੇ। ਅਮਿੰਦਰ ਦੱਤ ਦਾ ਕਲੇਮ ਆ ਕਿ ਪੰਜਾਬ ਦੇ ਅੰਦਰ ਅਗਰ ਇਸ ਤਰ੍ਹਾਂ ਦੇ ਮਾਡਲ ਹੋਣ ਤਾਂ ਪੰਜਾਬ ਠੀਕ ਹੋ ਸਕਦਾ। ਖਾਸ ਤੌਰ 'ਤੇ ਉਹਨਾਂ ਨੇ ਇੱਕ ਮਾਡਲ ਲੈ ਕੇ ਆਏ ਖੇਤੀ ਵਿਰਾਸਤ ਮਿਸ਼ਨ ਦਾ, ਜਿਹੜਾ ਪਾਕਟਸ ਦੇ ਅੰਦਰ ਕੁਝ ਥਾਂ ਦੇ ਉੱਤੇ ਚੱਲਿਆ ਪਰ ਕੋਈ ਸਕਸੈਸਫੁਲ ਮਾਡਲ ਨਹੀਂ ਹੋਇਆਗਾ। ਉਹ ਕਹਿੰਦੇ ਸਾਡੀ ਕੋਸ਼ਿਸ਼ ਹੈ, ਕਰ ਦਾਂਗੇ ਅਸੀਂ। ਗੱਲਬਾਤ ਕਰਦੇ ਹਾਂ ਅੱਜ ਆਈਡੀਆ ਆਫ ਪੰਜਾਬ ਅਮਿੰਦਰ ਦੱਤ ਦਾ ਕੀ ਹੈ। ਕੀ ਉਹ ਅਜੇ ਵੀ ਸੰਘ ਦੀ ਹਰ ਧਾਰਾ ਨੂੰ ਹੇਲ ਕਰਦੇ ਨੇ ਜਾਂ ਫਿਰ ਉਹ ਆਪਣੇ ਤਰੀਕੇ ਨਾਲ ਕੋਈ ਗੱਲ ਡਿਜ਼ਾਈਨ ਕਰਦੇ ਨੇ? ਸਵਾਗਤ ਹੈ ਅਮਿੰਦਰ ਜੀ, ਬਹੁਤ-ਬਹੁਤ ਪ੍ਰੋ ਪੰਜਾਬ ਟੀਵੀ। ਧੰਨਵਾਦ ਜੀ। ਸ਼ੁਰੂਆਤ ਇੱਥੋਂ ਹੀ ਕਰ ਦਿਆਂਗੇ। ਤੁਹਾਡੇ ਬਾਰੇ ਇਹ ਜਿਹੜੀ ਪਰਸੈਪਸ਼ਨ ਸ਼ੁਰੂ ਤੋਂ ਚੱਲਦੀ ਹੈ ਕਿ ਅਮਿੰਦਰ ਦੱਤ ਆ ਗਿਆ, ਸੰਘ ਨੇ ਇੱਕ ਬੰਦਾ ਭੇਜਤਾ, ਸੰਘ ਡਾਇਰੈਕਟ ਕੰਮ ਤਾਂ ਕਰ ਨਹੀਂ ਸਕਦਾ, ਅਮਿੰਦਰ ਨੂੰ ਭੇਜਿਆ, ਅਮਿੰਦਰ ਆਪਦੇ ਤਰੀਕੇ ਨਾਲ ਗੱਲਾਂ ਖੜੀਆਂ ਕਰ ਰਿਹਾ। ਥੋੜੀ ਕਲੈਰਿਟੀ ਕਰੋ, ਸੰਘ ਕੀ ਹੈ, ਅਮਿੰਦਰ ਦੱਤ ਕੀ ਹੈ, ਅਮਿੰਦਰ ਦੱਤ ਦਾ ਸੰਘ ਨਾਲ ਰਿਸ਼ਤਾ ਕੀ ਹੈ? ਨਹੀਂ, ਬਿਲਕੁਲ ਠੀਕ ਹੈ। ਅਮਿੰਦਰ ਦੱਤ ਸੰਘ ਦਾ ਇੱਕ ਸਾਬਕਾ ਪ੍ਰਚਾਰਕ ਹੈ। ਮੈਂ ਸੰਘ ਦਾ ਪ੍ਰਚਾਰਕ ਰਿਹਾ ਵਾਂ। ਮੈਂ ਸੰਘ ਦੇ 3 ਜਿਹੜੇ ਅਲੱਗ-ਅਲੱਗ ਉਹਦੇ ਖੇਤਰ ਨੇ, ਉਹਨਾਂ 'ਚ ਵੀ ਕੰਮ ਕੀਤਾ। ਸਵਦੇਸ਼ੀ ਜਾਗਰਣ ਮੰਚ 'ਚ ਕੰਮ ਕੀਤਾ ਮੈਂ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ 'ਚ ਵੀ ਕੰਮ ਕੀਤਾ ਮੈਂ, ਪ੍ਰਦੇਸ਼ ਮੰਤਰੀ ਸੀ ਵਿਦਿਆਰਥੀ ਪਰਿਸ਼ਦ ਦਾ। ਸਵਦੇਸ਼ੀ ਜਾਗਰਣ ਮੰਚ ਉਹਦੀ ਜਿਹੜੀ ਪੱਤਰਿਕਾ ਹੈ ਸਵਦੇਸ਼ੀ, ਉਹਦਾ ਸੰਪਾਦਕ ਰਿਹਾ ਮੈਂ। ਐਵੇਂ ਦੇ ਕਈ ਕੰਮਾਂ 'ਚ ਰਿਹਾ ਮੈਂ। ਗੱਲ ਹੈ ਕਿ ਸੰਘ ਨੇ ਯੋਜਨਾ ਬਣਾ ਕੇ ਭੇਜਿਆ, ਇਹ ਲੋਕੀ ਕਹਿੰਦੇ ਨੇ। ਇਹ ਬਿਲਕੁਲ, ਇਹ ਤੁਹਾਨੂੰ ਪਤਾ ਵੀ ਲੋਕ ਕਹਿੰਦੇ ਇਹ ਗੱਲ? ਹਾਂ, ਬਿਲਕੁਲ ਮੈਨੂੰ ਪਤਾ। ਇਹ ਝੂਠ ਹੈ। ਔਰ ਜੇ ਲੋਕ ਕਹਿੰਦੇ ਉਹਨਾਂ ਨੂੰ ਵੀ ਮੈਂ ਦੱਸਿਆ ਹੋਇਆ, ਸੰਘ ਨੇ ਯੋਜਨਾ ਬਣਾ ਕੇ ਕੁਛ ਨਹੀਂ ਭੇਜਦਾ। ਕੁਛ ਕੰਮ ਸੰਘ ਕਰਦਾ ਐਵੇਂ ਦੇ। ਸੰਘ ਤਾਂ ਓਪਨਲੀ ਕੰਮ ਕਰਦਾ, ਪੰਜਾਬ 'ਚ ਵੀ ਓਪਨਲੀ ਬਹੁਤ ਸਾਰੀਆਂ ਥਾਵਾਂ 'ਤੇ ਸੰਘ ਕੰਮ ਕਰ ਰਿਹਾ। ਸ਼ਾਖਾਵਾਂ ਚੱਲਦੀਆਂ ਨੇ। ਆਪਾਂ ਜਿਸ ਏਰੀਏ 'ਚ ਬੈਠੇ ਹਾਂ, ਬਰਨਾਲੇ ਦੇ ਏਰੀਏ 'ਚ ਕੰਮ ਕਰਨਾ ਹੁੰਦਾ, ਇੱਥੇ ਹੰਡਿਆਇਆ 'ਚ ਬਹੁਤ ਸਾਰੀਆਂ ਥਾਵਾਂ 'ਤੇ ਸ਼ਾਖਾਵਾਂ। ਮੈਂ ਇੱਕ ਗੱਲ ਦੱਸਾਂ, ਜੇ ਸੰਘ ਨੇ ਕੰਮ ਕਰਨਾ ਹੁੰਦਾ, ਜਿਹੜਾ ਬੰਦਾ ਦਿੱਲੀ ਬੈਠਾ ਹੈ, ਪੱਤਰਕਾਰ ਹੈ, ਉਹ ਉੱਥੇ ਸੈਟਲ ਹੈ, ਔਰ ਉਹਨੂੰ ਪੰਜਾਬ 'ਚੋਂ ਗਏ ਵੀ ਲਗਭਗ ਉਦੋਂ ਹੋ ਗਏ ਸੀ ਮੋਟੇ-ਮੋਟੇ 10-12 ਸਾਲ। ਔਰ ਉਹ 10-12 ਸਾਲ ਜਿਹੜੇ ਨੇ, ਜਿਹੜਾ ਬੰਦਾ ਜਾ ਚੁੱਕਾ, ਉਹਨੂੰ ਉੱਥੋਂ ਲਿਆ ਕੇ ਕਿ ਤੂੰ ਆ ਕੇ ਇੱਥੇ ਕਰ, ਜਿਹਦੀ ਕੋਈ ਖੇਤੀ ਦੀ ਬੈਕਗਰਾਊਂਡ ਨਹੀਂ ਹੈ, ਜਿਹਨੂੰ ਖੇਤੀ ਦੀ ਉਵੇਂ ਦੀ ਸਮਝ ਵੀ ਨਹੀਂ ਹੈਗੀ, ਸੰਘ ਲਿਆ ਕੇ ਉਹਨੂੰ ਮਤਲਬ ਲਗਾਉਂਦਾ, ਕਿਆ ਉਹਦਾ ਬੂਟਾ ਲਗਾਉਂਦਾ। ਸੰਘ ਦੇ ਕੋਲ ਬਥੇਰੇ ਨੇ ਜਿਹੜੇ ਕਿਸਾਨ ਨੇ, ਜਿਹੜੇ ਖੇਤੀ ਨੇ, ਈਵਨ ਸਰਦਾਰ ਨੇ, ਸਿੱਖ ਫੈਮਿਲੀ ਤੋਂ ਨੇ। ਸੰਘ ਨੇ ਸ਼ੁਰੂ ਹੀ ਕਰਨਾ ਹੁੰਦਾ ਵਿੰਗ, ਤਾਂ ਸੰਘ ਉਹ ਤੋਂ ਕਰਦਾ। ਪਹਿਲੇ ਕਹਿੰਦਾ ਕਿ ਐਵੇਂ ਦਾ ਹੈਗਾ। ਦੂਜੀ ਗੱਲ, ਜੇ ਸੰਘ ਨੇ ਮੈਨੂੰ ਲਿਆਂਦਾ ਹੁੰਦਾ, ਸੰਘ ਦਾ ਕਿਸਾਨ ਵਿੰਗ ਹੈਗਾ, ਸੰਘ ਦਾ ਕਿਸਾਨ ਵਿੰਗ ਨਹੀਂ ਐਸਾ ਕੁਛ ਹੁੰਦਾ। ਸੰਘ ਜੈਸੇ ਕਿਸਾਨ ਵਿੰਗ ਨਹੀਂ ਹੈਗੇ। ਨਹੀਂ, ਜਿਵੇਂ ਮਜ਼ਦੂਰ, ਜਿਹੜਾ ਮਜ਼ਦੂਰਾਂ ਦਾ ਤਾਂ ਹੈਗਾ, ਸੰਘ ਹੈਗਾ, ਭਾਰਤੀ ਕਿਸਾਨ ਸੰਘ ਹੈਗਾ, ਔਰ ਮਜ਼ਦੂਰਾਂ ਦਾ ਵੀ ਹੈਗਾ। ਭਾਰਤੀ ਕਿਸਾਨ ਸੰਘ ਪੰਜਾਬ 'ਚ ਵੀ ਕੰਮ ਕਰ ਰਿਹਾ ਸੀ, ਉਦੋਂ ਵੀ ਕਰ ਰਿਹਾ ਸੀ। ਤੇ ਜੇ ਸੰਘ ਨੇ ਕੁਝ ਕਰਨਾ ਹੁੰਦਾ ਤਾਂ ਸੰਘ ਕਿਸਾਨ ਸੰਘ ਦੇ ਥਰੂ ਕਰਦਾ ਨਾ। ਐਸਾ ਨਹੀਂ ਹੈ। ਦੇਖੋ ਕੀ ਹੈ, ਚੀਜ਼ਾਂ ਇਵੋਲਵ ਹੁੰਦੀਆਂ ਨੇ। ਔਰ ਜੇ ਇੰਜ ਮਤਲਬ ਮੈਨੂੰ ਬਾਈ ਡਿਜ਼ਾਈਨ ਭੇਜਿਆ ਹੁੰਦਾ ਤੇ ਫਿਰ ਤਾਂ ਮੇਰੇ ਕੋਲ ਤਾਂ ਬਹੁਤ ਪੈਸੇ ਹੁੰਦੇ ਸੀ। ਮੇਰੇ ਤਾਂ ਅੱਜ ਵੀ ਬੜਾ ਕਰਜ਼ਾ ਹੈਗਾ ਭਾਰੀ। ਅੱਜ ਵੀ ਸਾਡੇ ਕੋਲ ਸਾਧਨ ਨਹੀਂ ਹੈਗੇ। ਮੰਗ ਤੰਗ ਕੇ ਸੱਜੇ ਖੱਬੇ ਸਾਨੂੰ ਤਨਖਾਹਾਂ ਨਹੀਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ। ਤੇ ਇਹ ਜਿਹੜੀ ਗੱਲ ਹੈਗੀ ਹੈ, ਐਸਾ ਨਹੀਂ ਹੈਗਾ। ਹਾਂ, ਸੰਘ ਦੀ ਪ੍ਰੇਰਣਾ ਸੀ। ਸੰਘ ਨੇ ਮੈਨੂੰ ਸਿਖਾਇਆ, ਇਹ ਦੇਸ਼, ਇਸ ਦੇਸ਼ 'ਤੇ ਸਭ ਲੋਕਾਂ ਨਾਲ ਪ੍ਰੇਮ ਕਰੋ, ਇਹ ਦੇਸ਼ ਆਪਣਾ ਹੈ, ਦੇਸ਼ ਲਈ ਜੀਓ। ਇਹ ਸੰਘ ਨੇ ਸਿਖਾਇਆ। ਮੈਂ ਸੰਘ ਤੋਂ ਉਹ ਸਿੱਖਿਆ, ਦੇਸ਼ ਲਈ ਜੀਓ,
ਪਹਿਲੀ ਗੱਲ। ਦੂਜਾ, ਨਿਸਵਾਰਥ ਭਾਵ ਨਾਲ ਜੀਓ, ਕੋਈ ਉਹਦੇ ਲਈ ਉਹਦੇ ਪ੍ਰਤੀ ਸਾਧ ਵਿੱਚ, ਯਾਨੀ ਕਿ ਤੁਸੀਂ ਅਗਰ ਦੇਸ਼ ਨੂੰ ਪ੍ਰੇਮ ਕਰਦੇ ਹੋ, ਲੋਕਾਂ ਦੀ ਸੇਵਾ ਕਰਦੇ ਹੋ, ਤੇ ਉਹਦੇ ਬਦਲ 'ਚ ਕੋਈ ਕਲਪਨਾ ਰੱਖੋ, ਉਹ ਤੁਹਾਡਾ ਧਰਮ ਹੈ। ਇਹੀ ਸੰਗਤ ਨੇ ਸਿਖਾਇਆ ਮੈਨੂੰ। ਔਰ ਤੁਸੀਂ ਏਕਾਤ ਮਾਨਵ ਦਰਸ਼ਨ ਦੀ ਗੱਲ ਕੀਤੀ, ਅੰਤਿਓਦੇ ਦੀ ਗੱਲ ਕੀਤੀ। ਮੈਂ ਜਦੋਂ ਵਿਦਿਆਰਥੀ ਪਰਿਸ਼ਦ 'ਚ ਸੀ ਤਾਂ ਮੇਰੇ ਵਿਦਿਆਰਥੀ ਪਰਿਸ਼ਦ ਦੇ ਨਾਲ ਦੇ ਕਈ ਸਾਥੀ ਉਹ ਤਾਂ ਰਾਜਨੀਤੀ ਚਲੇ ਗਏ, ਪ੍ਰਤੱਖ ਵੱਡੇ ਵੱਡੇ ਪਦਾਂ 'ਤੇ ਪਹੁੰਚੇ ਬੀਜੇਪੀ 'ਚ। ਮੇਰਾ ਤਾਂ ਰਾਜਨੀਤੀ 'ਚ ਰੁਚੀ ਨਹੀਂ ਸੀ, ਕਿਉਂਕਿ ਮੈਂ ਜਦੋਂ ਵਿਦਿਆਰਥੀ ਪਰਿਸ਼ਦ ਸੀ ਮੈਂ ਉਦੋਂ ਹੀ ਵੀ ਗਾਂਧੀ ਸ਼ਾਂਤੀ ਪ੍ਰਤਿਸ਼ਠਾਨ 'ਚ ਗੇੜੇ ਮਾਰਦਾ ਸੀ। ਜਦੋਂ ਮੈਂ ਦਿੱਲੀ ਰਹਿੰਦਾ ਸੀ, ਵਿਦਿਆਰਥੀ ਪਰਿਸ਼ਦ ਦਾ ਇੱਕ ਕੰਮ ਮੈਂ ਦੇਖ ਰਿਹਾ ਸੀ, ਮੈਨੂੰ ਕੁਝ ਕਿਤਾਬ ਲਿਖਣ ਦਾ ਕੰਮ ਦਿੱਤਾ ਗਿਆ ਸੀ, ਅਤੇ ਦੀਨ ਦਿਆਲ ਉਪਾਧਿਆਏ ਮਾਰਗ 'ਤੇ ਰੋਡ 'ਤੇ ਗਾਂਧੀ ਸ਼ਾਂਤੀ ਪ੍ਰਤਿਸ਼ਠਾਨ ਹੈ, ਗਾਂਧੀ ਪੀਸ ਫਾਊਂਡੇਸ਼ਨ। ਉੱਥੇ ਅਨੁਪਮ ਮਿਸ਼ਰ ਇੱਕ ਬਹੁਤ ਵੱਡੇ ਗਾਂਧੀਅਨ, ਹੁਣ ਤਾਂ ਨਹੀਂ ਰਹੇ, ਅਨੁਪਮ ਮਿਸ਼ਰ, ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਵਾਂ। ਉਹਨਾਂ ਕੋਲ ਮੈਂ ਜਾਣਾ ਸ਼ੁਰੂ ਹੋਇਆ, ਉੱਥੇ ਮੇਰੀ ਰਾਜੀਵ ਵੋਰਾ ਨਾਲ ਮਿੱਤਰਤਾ ਹੋਈ। ਉੱਥੇ ਮੈਨੂੰ ਵਿਜੇ ਪ੍ਰਤਾਪ ਮਿਲੇ। ਵਿਜੇ ਪ੍ਰਤਾਪ ਤਾਂ ਘੋਰ ਸਮਾਜਵਾਦੀ ਨੇ, ਵਿਜੇ ਪ੍ਰਤਾਪ ਤਾਂ ਘੋਰ ਸੰਘ ਵਿਰੋਧੀ ਨੇ, ਹਰ ਸਾਲ ਆ ਕੇ ਇੱਕ ਸੰਘ ਨੂੰ ਗਾਲ ਕੱਢਦੇ ਹੋਣਗੇ, ਪਰ ਮੇਰੇ ਤਾਂ ਪਰਮ ਮਿੱਤਰ ਬਣ ਗਏ। ਉਹਨਾਂ ਤੋਂ ਸਿੱਖਿਆ ਮੈਂ। ਮਤਲਬ ਅਨੁਪਮ ਮਿਸ਼ਰ ਔਰ ਰਾਜੀਵ ਵੋਰਾ ਕੋਈ ਸੰਗੀ ਨਹੀਂ। ਰਾਜੀਵ ਵੋਰਾ ਉਸ ਸਮੇਂ ਗਾਂਧੀ ਮਾਰਗ ਦੇ ਸੰਪਾਦਕ ਸੀ। ਮੇਰੀ ਤਾਂ ਉਹਨਾਂ ਦੇ ਥਰੂ ਮਿੱਤਰਤਾ ਹੋਈ ਕਈ ਲੋਕਾਂ ਨਾਲ। ਇਹ ਤੁਹਾਨੂੰ ਦੁੱਖ ਹੁੰਦਾ ਇਸ ਗੱਲ ਦਾ ਕਿ ਜਦੋਂ ਤੁਹਾਨੂੰ ਸੰਘ ਦੇ ਖਾਤੀ ਪਾ ਦਿੱਤਾ ਜਾਂਦਾ? ਨਹੀਂ ਨਹੀਂ, ਦੁੱਖ ਨਹੀਂ ਹੁੰਦਾ। ਮੇਰਾ ਕਹਿੰਦਾ ਹੈ ਕਿ ਤੁਸੀਂ ਉਹਨੂੰ ਸਾਜ਼ਿਸ਼ ਨਾਲ ਜੋੜਦੇ ਹੋ ਨਾ, ਉੱਥੇ ਲੱਗਦਾ ਕਿ ਇਹ ਝੂਠ ਹੈ ਯਾਰ। ਤੁਸੀਂ ਇਹ ਕਹੋ ਵੀ ਹਾਂ, ਮੈਂ ਦੱਸਾਂ, ਮੈਂ ਜਦੋਂ 1996 ਦੇ ਵਿੱਚ ਸਵਦੇਸ਼ੀ ਪੱਤਰਿਕਾ ਦੇ ਸੰਪਾਦਕ ਦੇ ਨਾਤੇ ਚੀਜ਼ਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਮੈਂ, ਅਤੇ ਮੈਨੂੰ ਲੱਗਾ ਕਿ ਭਈਆ ਇਹ ਤਾਂ ਬੜਾ, ਕਿਉਂਕਿ ਸ਼ੁਰੂ ਤੋਂ ਹੋਇਆ ਸੀ ਵੈਨ ਕਾਰਪੋਰੇਟ ਰੂਲ ਦਾ ਵਰਲਡ, ਜਦੋਂ ਕੰਟਰੋਲ ਕਰਨਗੇ ਉਹ, ਉੱਥੋਂ ਹੀ ਉਹ ਖੇਤੀ ਦਾ ਕੰਟਰੋਲ, ਬੀਜ ਦਾ ਕੰਟਰੋਲ ਆਇਆ, ਉੱਥੋਂ ਹੀ ਪੈਸਟੀਸਾਈਡ ਦਾ ਮੁੱਦਾ ਧਿਆਨ 'ਚ ਆਇਆ। ਤਾਂ ਮੇਰੇ ਹੱਥ ਕੁਝ ਕਿਤਾਬਾਂ ਪੈਸਟੀਸਾਈਡ ਐਕਸ਼ਨ ਨੈਟਵਰਕ ਦੀਆਂ ਆਈਆਂ, ਟੌਕਸਿਕ ਲਿੰਕਸ ਦਾ ਕੁਝ ਲਿਟਰੇਚਰ ਮੇਰੇ ਹੱਥ ਆਇਆ, ਗ੍ਰੀਨ ਪੀਸ ਦਾ ਕੁਝ ਲਿਟਰੇਚਰ ਮੇਰੇ ਹੱਥ ਆਇਆ, ਕੁਝ ਵੰਦਨਾ ਸ਼ਿਵਾ ਦਾ ਲਿਟਰੇਚਰ ਸੀ, ਮਨਸੈਂਟੋ ਦੇ ਖਿਲਾਫ ਤੁਸੀਂ ਫਿਰ ਬੋਲਦੇ ਰਹੇ ਬਹੁਤ ਸਾਰਾ। ਇਹ ਸਾਰੇ ਮੁੱਦੇ ਸੀ। ਇਹ ਮੈਂ ਪੜ੍ਹਨਾ ਸ਼ੁਰੂ ਕੀਤਾ, ਸਮਝਿਆ ਤਾਂ ਯਾਰ ਇਹ ਤਾਂ ਬੜਾ ਬੁਰਾ ਹਾਲ ਹੈ ਪੈਸਟੀਸਾਈਡ ਦੇ ਕਰਕੇ। ਉੱਥੋਂ ਮੈਂ ਪੰਜਾਬ ਦੇ ਬਾਰੇ ਗੱਲਬਾਤ ਸ਼ੁਰੂ ਕੀਤੀ ਆਪਣੇ ਮਿੱਤਰਾਂ ਦੇ ਨਾਲ, ਜਿਹੜੇ ਪੰਜਾਬ 'ਚ ਸੀ, ਜਾਂ ਖੇਤੀ ਕਰਦੇ ਸੀ ਜਾਂ ਪੈਸਟੀਸਾਈਡ ਵੇਚਦੇ ਸੀ, ਉਹਨਾਂ ਦੇ ਨਾਲ ਗੱਲ ਕੀਤੀ। ਉਹਨਾਂ 'ਚ ਕੁਝ ਸਾਬਕਾ ਕਾਮਰੇਡ ਵੀ ਤੁਹਾਡੇ ਨਾਲ ਜੁੜੇ? ਬਾਅਦ 'ਚ ਜੁੜੇ। ਸ਼ੁਰੂ ਤਾਂ ਮੈਂ ਉਹਨਾਂ ਨੂੰ ਸੰਘ ਦੇ ਲੋਕਾਂ ਨੂੰ ਜਾਂਦਾ ਸੀ, ਉਹਨਾਂ ਕੋਲ ਮੈਂ ਗਿਆ, ਉਹਨਾਂ ਨਾਲ ਗੱਲ ਕੀਤੀ ਵੀ ਇਹ ਸਭ ਮੁੱਦੇ ਹੈਗੇ ਨੇ। ਲੋਕਾਂ ਨੂੰ ਥੋੜ੍ਹੀ ਗੱਲ ਸਮਝ ਆਈ, ਥੋੜ੍ਹੀ ਗੱਲ ਨਹੀਂ ਵੀ ਸਮਝ ਆਈ। ਪਹਿਲੇ ਤਾਂ ਮਜ਼ਾਕ ਹੀ ਉੱਡਦਾ ਰਿਹਾ ਮੇਰਾ। ਮੈਨੂੰ ਯਾਦ ਹੈ ਕਿ ਸਾਡੇ ਇੱਕ ਸੰਘ ਦੇ ਸੱਜਣ ਸੀ, ਉਹ ਕਿਸਾਨਾਂ 'ਚ ਕੰਮ ਕਰਦੇ ਸੀ। ਮੈਂ ਕਿਹਾ ਮੀਟਿੰਗ ਬੁਲਾਉਣੀ ਹੈ, ਮੈਂ ਕਿਸਾਨਾਂ ਨਾਲ ਗੱਲ ਕਰਨੀ ਹੈ। ਉਹਨਾਂ ਨੇ ਮੀਟਿੰਗ ਬੁਲਾਈ, ਬੰਦੇ ਕਿਸਾਨ ਬੜੇ ਇਕੱਠੇ ਕਰਤੇ, ਅਬੋਰ ਮੀਟਿੰਗ ਹੋਈ ਇੱਕ ਧਰਮਸ਼ਾਲਾ 'ਚ, ਅਤੇ ਕਿਸਾਨ ਸਾਰੇ ਸਿਰ ਸੁਰ ਮਾਰਨ। ਮੇਰੀ ਗੱਲ ਲੱਗਾ ਕਿ ਮੇਰੀ ਗੱਲ ਇਹਨਾਂ ਨੂੰ ਬੜੀ ਸਮਝ ਆ ਗਈ ਹੈ, ਅਤੇ ਮੈਂ ਉੱਥੋਂ ਤੋਂ ਚਲਾ ਗਿਆ ਅੱਗੇ, ਅਤੇ ਦਿੱਲੀ ਜਾ ਕੇ ਮੈਂ ਫੋਨ ਕੀਤਾ ਧੰਨਵਾਦ ਦਾ, ਅਤੇ ਮੈਂ ਕਿਹਾ ਯਾਰ ਲੋਕਾਂ ਨੂੰ ਮੇਰੀ ਗੱਲ ਬੜੀ ਸਮਝ ਆਈ ਲੱਗਦੀ, ਅਤੇ ਦੁਬਾਰਾ ਮੈਂ ਆਵਾਂਗਾ ਅਤੇ ਹੁਣ ਆਪਾਂ ਪਿੰਡ 'ਚ ਮੀਟਿੰਗ ਕਰਾਂਗੇ। ਉਹ ਕਹਿੰਦਾ ਖਬਰਦਾਰ ਤੂੰ ਦੁਬਾਰਾ ਆਇਆ ਤੇ ਤੇਰੇ ਜਾਣ ਤੋਂ ਲੋਕਾਂ ਨੇ ਕਿਹੜੇ ਕਮਲੇ ਨੂੰ ਫੜ ਲਿਆਂਦਾ ਤੁਸੀਂ, ਇਹਨੇ ਆਪ ਤਾਂ ਮਰਨਾ, ਸਾਨੂੰ ਵੀ ਮਰਵਾਏਗਾ। ਕਹਿੰਦਾ ਬਿਨਾਂ ਰੇਸ ਬਰੇ 'ਤੇ ਖੇਤੀ ਕਰੋ, ਅਤੇ ਮੀਟਿੰਗ ਨਹੀਂ ਕਰਨੀ, ਤੂੰ ਆਈ, ਤੈਨੂੰ ਚਾਹ ਪਾਣੀ ਪਿਲਾਵਾਂਗਾ, ਰੋਟੀ ਖਵਾਵਾਂਗਾ। ਮੀਟਿੰਗ ਕੋਈ ਨਹੀਂ ਕਰਵਾਉਂਦਾ ਤੇਰੀ ਮੈਂ ਕਿਸਾਨਾਂ ਦੇ ਨਾਲ, ਤੂੰ ਤਾਂ ਮੇਰੀ ਵੀ ਰਾਜਨੀਤੀ ਬੰਦ ਕਰਾਏਗਾ। ਇੰਝ ਵੀ ਹੋਇਆ ਮੇਰੇ ਨਾਲ, ਠੀਕ ਹੈ ਨਾ। ਬਾਅਦ 'ਚ ਫਿਰ ਜਦੋਂ ਮੈਂ ਚੀਜ਼ਾਂ ਨੂੰ ਸਮਝਣਾ ਸ਼ੁਰੂ ਕੀਤਾ, ਔਰ ਮੈਂ ਉਦੋਂ ਸੁਦਰਸ਼ਨ ਜੀ ਜਦੋਂ RSS ਦੇ ਮੁਖੀ ਸੀ, ਉਦੋਂ ਮੇਰੇ ਉਹਨਾਂ ਨਾਲ ਬਹੁਤ ਪ੍ਰੇਮ ਸੀ, ਔਰ ਮੈਂ ਸੁਦਰਸ਼ਨ ਜੀ ਸੰਘ ਦੇ ਮੁਖੀ ਸੀ। ਅਨੁਪਮ ਮਿਸ਼ਰ ਗਾਂਧੀ ਸ਼ਾਂਤੀ ਪ੍ਰਤਿਸ਼ਠਾਨ ਦਾ ਸਕੱਤਰ, ਸੈਕਰਟਰੀ, ਨੌਨ ਗਾਂਧੀਅਨ, ਉਹਨਾਂ ਨੂੰ RSS ਦੇ ਹੈੱਡ ਆਫਿਸ ਦਿੱਲੀ 'ਚ ਲੈ ਕੇ ਗਿਆ। ਉੱਥੇ ਅਨੁਪਮ ਮਿਸ਼ਰ ਦਾ ਜਿਹੜਾ ਪਾਣੀ 'ਤੇ ਉਹਨਾਂ ਦਾ ਸ਼ੋਅ ਹੈ ਉਹ ਹੋਇਆ। RSS ਦੇ ਤਮਾਮ ਸੀਨੀਅਰ ਬੰਦੇ ਜਿਹੜੇ ਦਿੱਲੀ ਸੀ, ਈਵਨ ਜਦੋਂ ਉਦੋਂ BJP ਦੀ ਗਵਰਨਮੈਂਟ ਸੀ, ਵਾਜਪਾਈ ਜੀ ਦੀ, ਵਾਜਪਾਈ ਗਵਰਨਮੈਂਟ ਦੇ ਕਈ ਮੰਤਰੀ ਉਹ ਆ ਕੇ ਬੈਠੇ ਉੱਥੇ। ਅਨੁਪਮ ਮਿਸ਼ਰ ਨੇ ਘੰਟਾ ਬੋਲੇ, ਸਾਰੀ ਗੱਲ ਪਰ ਚਰਚਾ ਉੱਥੇ ਹੋਈ। ਮੈਂ ਸੁਦਰਸ਼ਨ ਜੀ ਨੂੰ ਰਾਜਿੰਦਰ ਸਿੰਘ ਦਾ ਕੰਮ ਦਿਖਾਉਣ ਅਲਵਰ ਲੈ ਕੇ ਗਿਆ ਵਾਂ, ਸੁਦਰਸ਼ਨ ਜੀ ਨੂੰ 2 ਵਾਰੀ ਲੈ ਕੇ ਗਿਆ। ਸੁਦਰਸ਼ਨ ਜੀ ਨੂੰ ਪਾਣੀ ਦਾ ਕੰਮ ਦਿਖਾਉਣ ਵਾਸਤੇ ਅਨੁਪਮ ਮਿਸ਼ਰ ਜੀ ਦੇ ਇੱਕ ਹੋਰ ਸ਼ਿਸ਼ ਸੱਚਿਦਾਨੰਦ ਭਾਰਤੀ, ਉਹਨਾਂ ਦਾ ਪਹਾੜ 'ਤੇ ਕੰਮ ਹੈ, ਗੜਵਾਲ ਲੈ ਕੇ ਗਿਆ। ਮੈਂ ਤਾਂ ਇਹ ਕੀਤਾ, ਸੁਦਰਸ਼ਨ ਜੀ ਨੂੰ ਉਹ ਤਲਾਬ ਵਾਲੀ ਕਿਤਾਬ ਦਿੱਤੀ ਅਨੁਪਮ ਮਿਸ਼ਰ ਜੀ ਦੀ, ਔਰ ਸੁਦਰਸ਼ਨ ਜੀ ਨੂੰ ਕਿਤਾਬ ਪੜ੍ਹ ਕੇ ਸੰਘ ਦੇ ਪ੍ਰੋਗਰਾਮਾਂ 'ਚ ਕਿਹਾ, ਅਨੁਪਮ ਮਿਸ਼ਰ ਦੀ ਕਿਤਾਬ ਦਿਖਾ ਕੇ ਕਿ ਇਹ ਕਿਤਾਬ ਹਰੇਕ ਸੰਘ ਦੇ ਸਵੈਮ ਸੇਵਕ ਨੂੰ ਪੜ੍ਹਨੀ ਚਾਹੀਦੀ ਹੈ। ਮੈਂ ਸੰਘ 'ਚ ਉਹ ਕੀਤਾ ਕਿ ਜੋ ਮੈਨੂੰ ਲੱਗਦਾ ਸੀ ਕਿ ਇਹ ਮੁੱਦੇ ਚੰਗੇ ਮੁੱਦੇ ਨੇ, ਇਹ ਸੰਘ ਦੇ ਵੀ ਏਜੰਡੇ 'ਤੇ ਆਉਣੇ ਚਾਹੀਦੇ ਆ। ਅਤੇ ਤੁਸੀਂ ਪੰਜਾਬ 'ਚ ਰਹੇ ਸੰਘ ਨੂੰ ਲੈ ਕੇ, ਪੰਜਾਬ ਦੇ ਸੰਘ ਬਾਰੇ ਖਦਸ਼ੇ ਬਹੁਤ ਨੇ ਪੰਜਾਬੀਆਂ ਦੇ, ਸਿੱਖਾਂ ਦੇ। ਸਿੱਖਾਂ ਨੂੰ ਐਂ ਲੱਗਦਾ ਗਾ ਕਿ ਸੰਘ ਉਹਨਾਂ ਦੇ ਐਂਟੀ ਹੈਗਾ,
ਪੰਜਾਬੀਆਂ ਨੂੰ, ਪੰਜਾਬੀਆਂ ਦੇ ਇੱਕ ਹਿੱਸੇ ਨੂੰ ਸਿੱਖਾਂ ਤੋਂ ਬਿਨਾਂ ਵੀ ਲੱਗਦਾ। ਕੀ ਇਹ ਸਿਰਫ ਪਰਸੈਪਸ਼ਨਾਂ ਨੇ ਜਾਂ ਕੋਈ ਸੱਚ ਆ? ਕੀ ਹੈ ਤੁਹਾਡੇ ਮੁਤਾਬਕ? ਕੀ ਹੈ? ਦੋ ਤਿੰਨ ਗੱਲਾਂ ਕਹਾਂ। ਇੱਕ ਤਾਂ ਮੈਂ ਸੰਘ 'ਚ ਹੁਣ ਜਿਹੜਾ ਸੰਘ ਤੁਸੀਂ ਜਾਣਦੇ ਹੋ ਉਹਦੇ ਬਾਰੇ ਦੱਸਦਾ। ਇੱਕ ਤਾਂ ਮੈਂ ਸਰਗਰਮ ਨਹੀਂ ਹੈਗਾ, ਆ ਸਰਗਰਮ ਨਾ ਹੋਣ ਦਾ ਵਕਫਾ ਵੀ ਨਹੀਂ। ਪ੍ਰਿੰਸੀਪਲ ਪੋਜੀਸ਼ਨ ਤਾਂ ਉਹੀ ਹੋਊਗੀ ਨਾ। ਪ੍ਰਿੰਸੀਪਲ ਪੋਜੀਸ਼ਨ ਪੁੱਛ ਰਿਹਾ ਮੈਂ ਤੁਹਾਡੇ ਤੋਂ। ਮੈਂ ਮੰਨਦਾ ਸਿਧਾਂਤਕ ਮੈਂ ਮੰਨਦਾ, ਪਰ ਮੈਨੂੰ ਘੱਟੋ ਘੱਟ 3 ਦਹਾਕੇ ਹੋ ਗਏ ਨੇ ਇੱਕ ਇੰਡੀਪੈਂਡੈਂਟ ਰੁਖ ਲਿੱਤੇ ਹੋਏ ਨੂੰ, ਪਹਿਲੀ ਗੱਲ। ਦੂਜਾ, ਸੰਘ ਦਾ ਮੈਂ ਬੁਲਾਰਾ ਨਹੀਂ ਹੈਗਾ, ਉਹ ਸੰਘ ਦੇ ਕਿਸੇ ਅਧਿਕ੍ਰਿਤ ਪ੍ਰਵਕਤਾ ਤੋਂ ਪੁੱਛਣਾ ਪਏਗਾ। ਪਰ ਜੋ ਮੈਨੂੰ ਲੱਗਦਾ ਹੈਗਾ ਇਹ ਸਾਰੀਆਂ ਗੱਲਾਂ ਗਲਤ ਹੈ। ਦੇਖੋ ਜੀ, ਮੈਂ ਤਾਂ ਪੰਡਤਾਂ ਦਾ ਮੁੰਡਾ, ਫਿਰੋਜ਼ਪੁਰ ਦਾ। ਮੈਨੂੰ ਅਗਰ ਕਿਸੇ ਨੇ 10 ਗੁਰੂਆਂ ਦੇ ਨਾਮ ਯਾਦ ਕਰਾਏ ਲੜੀਵਾਰ, ਉਹ RSS ਦੀ ਸ਼ਾਖਾ ਨੇ ਕਰਾਏ। ਜੇ ਮੈਨੂੰ ਥੋੜ੍ਹੀ ਬਹੁਤੀ ਜਿੰਨੇ ਕੁ ਸ਼ਬਦ ਸੀ, ਉੱਚਾ ਦਰ ਬਾਬੇ ਨਾਨਕ ਤੋਂ ਲੈ ਕੇ ਮੇਰੇ ਰਾਮ ਰਾਏ, ਇਹ ਸ਼ਬਦ ਹੋਏ, ਪਿਤਾ ਵਾਰਿਆ ਤੇ ਲਾਲ ਚਾਰੇ ਵਾਰੇ, ਐਵੇਂ ਦੇ ਕਈ ਗੀਤ ਗੁਰੂ ਗੋਬਿੰਦ ਸਿੰਘ ਬਾਰੇ, ਸਭ ਚੀਜ਼ਾਂ ਬਾਰੇ, ਉਹ ਮੈਨੂੰ ਸੰਘ ਦੀ ਸ਼ਾਖਾ ਨਹੀਂ ਸਿਖਾਏ। ਮੈਨੂੰ ਤਾਂ ਲੱਗਦਾ ਕਿ ਸੰਘ 'ਚ ਸਿੱਖੀ ਦੇ ਬਾਰੇ ਬਹੁਤ ਸ਼ਰਧਾ ਹੈਗੀ ਹੈ, ਪ੍ਰੇਰਣਾ। ਮਤਲਬ ਅਗਰ ਤਮਿਲਨਾਡੂ ਦੇ ਵਿੱਚ ਵੀ ਸੰਘ ਦੀ ਸ਼ਾਖਾ 'ਚ ਗੁਰੂ ਗੋਬਿੰਦ ਸਿੰਘ ਦੀ ਕੋਈ ਕਹਾਣੀ ਸੁਣਾਉਂਦਾ ਹੈ, ਛੋਟੇ ਸਾਹਿਬ ਜੀ ਦੀ ਕੋਈ ਕਹਾਣੀ ਸੁਣਾਉਂਦਾ, ਉਹ ਤਾਂ RSS ਸੁਣਾਉਂਦਾ ਉੱਥੇ। ਇਹ ਦੇਖੋ 100 ਚੀਜ਼ਾਂ 'ਤੇ ਮਤਭੇਦ ਹੋਣਗੇ। ਮੈਨੂੰ ਤਾਂ ਲੱਗਦਾ ਕਿ ਜਿਹੜੀ ਜਨਸੰਘ ਨੇ ਗਲਤੀ ਕੀਤੀ ਨਾ, ਦੇਖੋ ਸੰਘ ਔਰ ਜਨਸੰਘ ਅੱਡ ਕਰਨੇ ਪੈਣਗੇ। ਜਨਸੰਘ ਤੋਂ ਜਿਹੜੀ ਹਿੰਦੀ ਅੰਦੋਲਨ ਦੇ ਮੁੱਦੇ 'ਤੇ ਗਲਤੀ ਹੋਈ ਕਿ ਇੱਥੋਂ ਦੀ ਮਾਤ ਭਾਸ਼ਾ ਪੰਜਾਬੀ ਲਿਖਾਉਣ ਵਾਲਾ ਮਤਲਬ, ਉਹ ਜਨਸੰਘ ਨੇ ਕੀਤਾ ਬਲੰਡਰ। ਉਦੋਂ RSS ਦੇ ਮੈਨੂੰ ਲੱਗਦਾ ਸ਼ਾਇਦ ਗੋਵਲਕਰ ਆਏ ਸੀ, ਗੋਵਲਕਰ ਜੀ ਨੇ ਕਿਹਾ ਸੀ, ਜਲੰਧਰ ਕਰ ਆ ਕੇ ਉਹਨਾਂ ਨੇ ਕਿਹਾ ਪੰਜਾਬੀ ਪੰਜਾਬ ਦੇ ਹਿੰਦੂਆਂ ਦੀ ਲੈਂਗੁਏਜ, ਕਿ ਹਰੇਕ ਪੰਜਾਬੀ ਨੂੰ, IP ਸਿੰਘ ਨੇ ਤੇ ਕਾਫੀ ਰਿਪੋਰਟ ਕੀਤਾ ਗਾ, ਹਰੇਕ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਣੀ ਚਾਹੀਦੀ ਹੈ। RSS ਨੇ ਪ੍ਰੈਸ ਕਾਨਫਰੰਸ ਕੀਤੀ, ਸੰਘ ਨੇ ਮਤਲਬ ਗੋਵਲਕਰ ਜੀ ਨੇ ਕਿਹਾ, ਗੋਵਲਕਰ ਜੀ ਨੇ ਕਿਹਾ ਕਿ ਹਰੇਕ ਜਿਹੜਾ RSS ਦਾ ਸੰਸੋਕ ਵੀ ਹੈ ਪੰਜਾਬੀ ਹੈ, ਉਹਦੀ ਮਾਤ ਭਾਸ਼ਾ ਪੰਜਾਬੀ ਹੈ। ਤੁਸੀਂ ਹਿੰਦੂ ਹੋ ਇਸ ਕਰਕੇ ਤੁਹਾਡੀ ਮਾਤ ਭਾਸ਼ਾ ਹਿੰਦੀ ਨਹੀਂ ਹੋ ਸਕਦੀ, ਸਾਫ਼ ਕਿਹਾ ਸੀ ਗੁਰੂ ਜੀ ਨੇ। ਪਰ ਉਹ ਆर्य ਸਮਾਜ ਦੇ ਲੋਕ ਪ੍ਰਭਾਵੀ ਸੀ ਉਦੋਂ, ਜਨਸੰਘ 'ਚ ਵੀ ਸੰਘ 'ਚ ਵੀ। ਉਹ ਗੁਰੂ ਜੀ ਨੂੰ ਕਿਹਾ ਕਿ ਨਹੀਂ ਤੁਸੀਂ ਨਹੀਂ ਸਮਝੇ, ਸਾਡੀ ਤਾਂ ਰਾਜਨੀਤੀ ਤੁਸੀਂ ਚੌਪਟ ਕਰਤੀ, ਤੇ ਬਹੁਤ ਹੋਇਆ ਸੰਘ ਨੂੰ। ਇਹ ਗਲਤੀਆਂ ਦਇਆਨੰਦ ਸਰਸਵਤੀ ਤੋਂ ਹੋਈਆਂ ਪਹਿਲਾਂ, ਜੇ ਆਪਾਂ ਫਿਰ ਪਿੱਛੇ ਚੱਲੀਏ ਥੋੜਾ ਜਿਹਾ। ਇੰਝ ਕਹਿ ਸਕਦੇ ਹੋ ਦਇਆਨੰਦ ਸਰਸਵਤੀ ਹੋਰਾਂ ਨੇ ਵੀ ਜੋ ਆਪਦੇ ਗ੍ਰੰਥਾਂ 'ਚ ਲਿਖਿਆ, ਉਹਦੇ ਤੇ ਬਹੁਤ ਵੱਡੀਆਂ ਕੰਟਰੋਵਰਸੀਆਂ ਹੋਈਆਂ। ਮੈਂ ਉਹਦਾ ਲੇਕਿਨ ਮੈਨੂੰ ਲੱਗਦਾ ਕਿ ਭਾਸ਼ਾ ਦੇ ਮੁੱਦੇ ਤੇ ਹਿੰਦੂ ਨਾਲ ਜੋੜਨਾ ਇਹ ਗਲਤੀ ਸੀ। ਇਹਦਾ ਕੋਈ ਮਤਲਬ ਨਹੀਂ ਹੈਗਾ। ਦੇਖੋ, ਹਿੰਦੁਸਤਾਨ 'ਚ ਜਿੰਨੀਆਂ ਭਾਸ਼ਾਵਾਂ ਨੇ, ਮਤਲਬ 25-26 ਤਾਂ ਮੇਨ ਹੀ ਨੇ, ਹੋਰ ਛੋਟੀਆਂ ਵੀ ਹੋਣਗੀਆਂ। ਇਹਨਾਂ ਨੂੰ ਹਿੰਦੂ ਸਮਾਜ ਹੀ ਬੋਲਦਾ, ਕਿਆ ਹਿੰਦੂਆਂ ਦੀ ਭਾਸ਼ਾ ਨਹੀਂ ਹੈਗੀ? ਇਕੱਲੀ ਹਿੰਦੀ ਨਾਲ ਜੋੜਨਾ ਤਾਂ ਨਿਪਟ, ਕੀ ਕਹਾਂ ਮੈਂ, ਮੂਰਖਤਾ ਹੀ ਸੀ। ਇਹ ਗਲਤੀ ਸੀ, ਇਹ ਵੱਡੀ ਬਲੰਡਰ ਹੋਇਆ। ਉਹਨੇ ਖਦਸ਼ੇ ਖੜੇ ਕੀਤੇ, ਉਹਦੇ ਕਰਕੇ ਚੀਜ਼ਾਂ ਗਲਤ ਦਿਸ਼ਾ 'ਚ ਚਲੀ ਗਈਆਂ, ਇਹ ਮੈਨੂੰ ਲੱਗਦਾ ਹੈਗਾ। ਦੂਜੀ ਜਿਹੜੀ ਚੀਜ਼ ਹੈਗੀ ਆ ਇਹਦੇ ਵਿੱਚ ਕਿ ਜਿਹੜੀਆਂ ਪਰਸੈਪਸ਼ਨਾਂ ਬਣੀਆਂ, ਮੈਂ ਹੁਣ ਥੋੜ੍ਹਾ ਜਿਹਾ ਹੋਰ ਅੱਗੇ ਆ ਜਾਣਾ। ਇਹ ਪਰਸੈਪਸ਼ਨ ਐ ਕਿਉਂ ਆ ਗਈ ਕਿ ਸਿੱਖ ਵੀ ਐਂ ਸੋਚਦੇ ਹੈਗੇ ਕਿ ਸਾਨੂੰ ਵੱਖਰੀ ਕੌਮ ਨਹੀਂ ਮੰਨਦੇ, ਸਾਡੀ ਇੱਕ ਵੱਖਰੀ ਪਛਾਣ ਨਹੀਂ ਮੰਨਦੇ, ਸਾਡਾ ਅਸਿਮੀਲੇਸ਼ਨ ਕਰਨਾ ਚਾਹੁੰਦੇ ਨੇ। ਇਹ ਹੈਗਾ ਨਾ, ਇਹ ਤੇ ਗੱਲ ਤੁਸੀਂ ਤਾਂ ਪੜ੍ਹਦੇ ਹੋਵੋਗੇ, ਦੇਖਦੇ ਹੋਵੋਗੇ, ਪੰਜਾਬ 'ਚ ਰਹਿੰਦੇ ਹੋ। ਸਿੱਖਾਂ ਦੇ ਜਿਹੜੇ ਆਈਡੀਓਲੌਗ ਨੇ ਉਹੀ ਗੱਲ ਕਹਿੰਦੇ ਆ ਨਾ ਕਿ ਸਾਡਾ ਅਸਿਮੀਲੇਸ਼ਨ ਕਰਨਾ ਚਾਹੁੰਦੇ ਆ ਇਹ, ਜਾਂ ਸਾਡੇ ਉਹਨਾਂ ਦੀ ਪਰਸੈਪਸ਼ਨ ਆ ਕਿ ਸਾਨੂੰ ਇੱਕ ਵੱਖਰੀ ਕੌਮ ਦੇ ਤੌਰ 'ਤੇ ਇਹ ਮਾਨਸਿਕ ਕੋਈ ਵੱਖਰੀ ਕੌਮਾਂ ਦੀ ਮਾਨਤਾ ਨਹੀਂ ਦਿੰਦੇ। ਜਦੋਂ ਕਿ ਕਈ ਤੁਹਾਡੇ ਬੁਲਾਰੇ ਜਿਹੜੇ ਜਾਂ ਤੁਹਾਡੇ ਧਾਰਾ ਨਾਲ ਜੁੜੇ ਰਹੇ ਕਹਿੰਦੇ ਨੇ ਕਿ ਅਸੀਂ ਤਾਂ ਮਿਨੋਰਟੀ ਕਮਿਸ਼ਨ 'ਚ ਵੀ ਕਿਹਾ ਹੈਗਾ ਕਿ ਸਿੱਖ ਵੱਖਰੀ ਲਿਖ ਕੇ ਦਿੱਤਾ ਹੋਇਆ ਸੰਘ ਨੇ, ਸੁਦਰਸ਼ਨ ਜੀ ਦੀ ਸਿਗਨੇਚਰ ਨਾਲ ਲਿਖ ਕੇ ਗਿਆ ਹੋਇਆ। ਬਈ ਦੇਖੋ, ਅਲੱਗ ਤਰ੍ਹਾਂ ਇਹ ਪਰਸੈਪਸ਼ਨਾਂ ਕਿਉਂ ਨੇ ਫਿਰ? ਮੈਂ ਇਹ ਟੁੱਟੀਆਂ ਕਿਉਂ ਨਹੀਂ, ਮੈਂ ਇਹੀ ਤਾਂ ਪੁੱਛਦਾ ਤੁਹਾਡੇ ਤੋਂ। ਮੈਂ ਦੱਸਦਾ ਵਾਂ ਅੱਜ ਵੀ ਕਿਉਂ ਨੇ, ਤੁਹਾਨੂੰ ਪਤਾ ਨਾ ਕਿ ਇਹ ਹੈ ਪਰਸੈਪਸ਼ਨ। ਹਾਂ, ਪਰਸੈਪਸ਼ਨਸ ਹੋਣਗੀਆਂ। ਉਹ ਅਸਲ 'ਚ ਮੈਨੂੰ ਲੱਗਦਾ ਕਿ ਤੁਸੀਂ ਨਾ ਮੇਰਾ ਰਾਜਨੀਤਿਕ ਸ਼ਬਦ ਜਾਇਆ ਕਰ ਰਹੇ ਹੋ। ਅੱਜ ਕੱਲ੍ਹ ਮੈਂ ਉਧਰ ਕੰਮ ਕਰਦਾ ਨਹੀਂ। ਦੂਜੀ ਗੱਲ ਤੇ ਹੋਣਾ ਬਸ ਮੇਰਾ ਕਹਿਣਾ ਹੈਗਾ ਕਿ ਇਹ ਪਰਸੈਪਸ਼ਨਸ ਹੈਗੀਆਂ, ਕੋਈ ਸੰਘ ਇਕਾਤਮ ਇਸ ਦੇਸ਼ ਦੇ ਲੋਕਾਂ ਨੂੰ ਇੱਕ ਸੰਸਕ੍ਰਿਤੀ ਦਾ ਪ੍ਰਭਾਵ ਮੰਨਦਾ ਹੈਗਾ ਕਿ ਸੰਸਕ੍ਰਿਤੀ ਇੱਕ ਹੈ, ਠੀਕ ਹੈ ਨਾ। ਸੰਸਕ੍ਰਿਤੀ ਸਭ ਕੀ ਇੱਕ ਚਿਰੰਤਨ, ਠੀਕ ਹੈ ਨਾ। ਰੂਪ ਅਨੇਕ ਹੋ ਸਕਦੇ ਉਹਦੇ ਅਲੱਗ ਅਲੱਗ ਉਹਦੇ ਸ਼ੇਡਸ ਹੋ ਸਕਦੀਆਂ, ਕਲਰ ਨੇ, ਪਰ ਸੰਸਕ੍ਰਿਤੀ ਇੱਕ ਹੈ, ਸਾਂਸਕ੍ਰਿਤਿਕ ਧਾਰਾ ਇੱਕ ਹੈ। ਅਸੀਂ ਸਾਰੇ ਜ਼ਿਆਦਾਤਰ ਲੋਕ ਪੁਨਰ ਜਨਮ 'ਤੇ ਵਿਸ਼ਵਾਸ ਕਰਦੇ ਹਾਂ। ਅਸੀਂ ਸਾਰੇ ਜਿਹੜੇ ਹੈਗੇ ਕਰਮ ਫਲ, ਸਿੱਖ ਵੀ ਕਰਦੇ, ਕਰਮ ਫਲ 'ਚ ਵਿਸ਼ਵਾਸ ਕਿ ਜਿਵੇਂ ਦਾ ਕੰਮ ਕਰੋਗੇ ਉਵੇਂ ਦਾ ਫਲ ਮਿਲੇਗਾ, ਅਸੀਂ ਉਹ 'ਚ ਵਿਸ਼ਵਾਸ ਕਰਦੇ ਹਾਂ। ਸਾਡੀਆਂ ਐਵੇਂ ਦੀਆਂ ਕੁਝ ਕਲਪਨਾਵਾਂ ਹੈਗੀਆਂ ਨੇ। ਅਸੀਂ ਮੰਨਿਆ ਕਿ ਸਵਰਗ ਵੀ ਪਾਲੋਗੇ ਤਾਂ ਸਵਰਗ ਕੁਝ ਨਹੀਂ ਹੈਗਾ। ਸਾਡੇ ਇੱਥੇ ਹੈਵਨ ਔਰ ਜੰਨਤ ਦੀ ਕਲਪਨਾ ਨਹੀਂ ਹੈਗੀ, ਕੋਈ ਅੰਤਿਮ ਹੈ। ਅਸੀਂ ਕਹਿੰਦੇ ਮੁਕਤੀ ਉਹ ਅੰਤਿਮ ਚੀਜ਼ ਹੈਗੀ ਆ। ਸਵਰਗ ਵੀ ਸਾਡੇ ਤੇ ਨਸ਼ਵਰ ਹੈ। ਅਸੀਂ ਕਹਿੰਦੇ ਇੰਦਰ, ਸਾਡੇ ਤਾਂ ਗੀਤ ਹੀ ਹੈਗਾ ਕਿ ਸਵਰਗ ਕਾ ਐਸ਼ਵਰਯ ਪਾਕਰ, मतलब तप तपस्या के सहारे इंद्र बनना तो सरल है, स्वर्ग का ऐश्वर्य पाकर मत बोला ना ही कठिन। ਅਸੀਂ ਤਾਂ ਇੰਦਰ ਪਦ ਨੂੰ ਵੀ ਕੁਝ ਨਹੀਂ ਮੰਨਿਆ। ਤੋ ਇਹ ਜਿਹੜੀ ਚੀਜ਼ਾਂ ਨੇ ਸਾਰੇ ਸਾਡੇ ਇੱਕ ਨੇ ਇਹਦੇ ਵਿੱਚ
ਸੋ ਉਹਨੂੰ ਇੱਕ ਮੰਨਦੇ ਪਰ ਹਾਂ। ਵੱਖਰੀ ਕੌਮ ਦੇ ਉੱਤੇ ਤੁਸੀਂ ਕੋਈ ਇਤਰਾਜ਼ ਨਹੀਂਗਾ ਕਿ ਸਿੱਖ ਕੌਮ ਇੱਕ ਹਾਂ, ਠੀਕ ਵੱਖਰੀ ਹੈ। ਕੌਮ ਹੈ, ਇਹ 'ਚ ਕੋਈ ਦੇਖੋ ਜੀ, ਕੌਮ ਕਹਿ ਲਓ, ਉਹਨੂੰ ਰਿਲੀਜਨ ਕਹਿ ਲਓ, ਉਹਨੂੰ ਧਾਰਮਿਕ ਧਰਮ ਕਹਿ ਲਓ, ਤੁਸੀਂ ਉਹਨੂੰ ਸੰਪਰਦਾਇ ਕਹਿ ਲਓ, ਉਹਨੂੰ ਮਤ ਕਹਿ ਲਓ। ਇਸ ਅਬਜਡ ਸ਼ਬਦ ਨੇ, ਦੇਖੋ ਧਰਮ ਸ਼ਬਦ ਵੀ ਨਾ ਉਹਦਾ ਬੜਾ ਅਨਰਥ ਕਰਤਾ ਵਿਚਾਰੇ ਦਾ। ਧਰਮ ਸ਼ਬਦ ਦਾ ਪੂਜਾ ਪਾਠ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ। ਇੱਕ ਘੋਰ ਨਿਰੀਸ਼ਵਰਵਾਦੀ ਆਦਮੀ, ਘੋਰ ਨਾਸਤਿਕ ਆਦਮੀ, ਉਹ ਵੀ ਧਰਮ ਨੂੰ ਮੰਨ ਸਕਦਾ ਹੈ, ਕਿਉਂਕਿ ਧਰਮ ਕੀ ਹੈ? ਧਰਤੀ, क्षमा, दमो, अस्थयम, शौचम, इंद्रिय निग्रह, धीर विद्या, सत्यम, अक्रोधो, दशकम धर्म लक्षणम। ਧਰਮ ਦੇ 10 ਲੱਛਣ ਤਾਂ ਦੱਸੇ ਗਏ ਨੇ, ਇਹਦੇ 'ਚ ਪੂਜਾ ਪਾਠ ਹੈ ਹੀ ਨਹੀਂ। ਇਸ ਕਰਕੇ ਇਹ 'ਚ ਕੀ ਹੈ? ਧੀਰਜ ਹੈ। ਪਰ ਉਹ ਮਾਡਰਨ ਵਿਆਖਿਆ 'ਚ ਤਾਂ ਫਿਰ ਉਵੇਂ ਹੀ ਆਰਗੇਨਾਈਜ਼ਡ ਹੋ ਗਿਆ ਨਾ। ਉਹ ਫਿਰ ਉਹ ਜਿਹੜਾ ਆਰਟੀਕੂਲੇਟ ਹੋਇਆ ਰਿਲੀਜਨ ਤੋਂ ਟ੍ਰਾਂਸਲੇਟ ਜਦੋਂ, ਹਾਂ, ਕਰਕੇ, ਉਹ ਜਦੋਂ ਵੈਸਟ ਵਾਲਾ ਸਾਰਾ ਥਾਟ ਹੈ ਉਹਦੇ 'ਚ ਰਿਲੀਜਨ ਤੇ ਧਰਮ ਦੀ ਜਦੋਂ ਟ੍ਰਾਂਸਲੇਸ਼ਨ ਨੇਸ਼ਨ ਦੀ ਵੀ ਗੜਬੜਾਈ ਹੋਇਆ। ਵੈਸੇ ਤਾਂ ਧਰਮ ਜੇ ਉਂਗਰ ਨਾ ਹੋਵੇ, ਕਹਿੰਦੇ ਧਰੇ ਤੋਂ ਬਣਿਆ, ਜਿਹੜਾ ਅਸਲ ਹੈ ਧਰ, ਜੋ ਧਾਰੇ ਤੇ ਸੀ ਧਰਮ, ਧਰੇ ਤੋਂ ਬਣਿਆ, ਯਾਨੀ ਉਹ ਥਾਂ ਜਿਹੜੀ ਤੁਹਾਡੀ ਇੱਕ ਮਤਲਬ ਤੁਹਾਡੀ ਨੀਂਹ ਹੈਗੀ ਹੈ, ਕਹਦੀ ਆਪਾਂ ਕਿਸੇ ਦੀ ਵੀ। ਦੇਖੋ ਉਹ 'ਚ ਹੈਗਾ, ਉਹ 'ਚ ਅਹਿੰਸਾ ਹੈ, ਸੱਤਿ ਹੈ, ਠੀਕ ਹੈ ਨਾ। ਉਹਦੇ 'ਚ ਸਭ ਤੋਂ ਵੱਡੀ ਚੀਜ਼ ਹੈਗੀਆਂ क्षमा ਹੈ, ਦਇਆ ਹੈ, ਚੋਰੀ ਨਾ ਕਰਨਾ ਹੈ, ਅਕਰੋਧ ਹੈ। ਇਹ ਸਭ ਮੈਂ ਥੋੜਾ ਜਿਹਾ ਕਹਿੰਦਾ ਸੀ, ਇਹਨੂੰ ਗੱਲ ਨੂੰ ਕਲੀਅਰ ਕਰ ਦਿਓ ਕਿ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ ਕਿ ਸਿੱਖਾਂ ਬਾਰੇ ਜਾਂ ਕਿਸੇ ਹੋਰ ਆਇਡੈਂਟੀਟੀ ਬਾਰੇ ਇਹ ਸੋਚਿਆ ਜਾਵੇ। ਕਿਸੇ ਵੀ ਬਾਰੇ ਨਹੀਂ ਹੈਗਾ, ਕਿਸੇ ਵੀ ਬਾਰੇ ਨਹੀਂ ਹੈਗਾ। ਮੈਨੂੰ ਲੱਗਦਾ ਫਿਰ ਇਹ ਪਰਸੈਪਸ਼ਨ ਕਿਉਂ ਟੁੱਟਦੀ ਨਹੀਂ ਜੇ ਨਹੀਂ ਹੈਗਾ? ਮੈਨੂੰ ਤਾਂ ਲੱਗਦਾ ਸਿੱਖਾਂ ਨੂੰ ਅਸਿਮੀਲੇਟ ਕਰਨਾ ਚਾਹੁੰਦੇ, ਸਿੱਖਾਂ ਦੇ ਬਾਰੇ ਐ ਕਿਉਂ ਆ? ਨਹੀਂ, ਇਹਦੇ ਬਾਰੇ ਪਤਾ ਕੀ ਕਿਉਂ ਨਹੀਂ ਟੁੱਟਦੀ ਹੈ? ਹੁਣ ਰਾਜਨੀਤਿਕ ਮੁੱਦਾ ਹੈਗਾ ਇਹਦੇ 'ਚ। ਮੈਂ ਐਸੇ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ ਵਿਅਕਤੀਗਤ ਤੌਰ 'ਤੇ ਸਾਡੇ ਨਾਲ ਬਹੁਤ ਅੱਛੀ ਉੱਠਣੀ ਬੈਠਣੀ ਹੈਗੀ ਸੀ, ਅਤੇ ਸਟੇਜ 'ਤੇ ਜਾ ਕੇ ਆਰਐਸਐਸ ਨੂੰ ਗਾਲਾਂ ਕੱਢਦੇ ਸੀ, ਅਤੇ ਸ਼ਾਮ ਨੂੰ ਆਰਐਸਐਸ ਦੇ ਪ੍ਰਚਾਰਕ ਨੂੰ ਰੋਟੀ ਵੀ ਖਾ ਲੈਂਦੇ ਸੀ। ਉਹ ਕੀ ਕਰੋਗੇ ਉਸ ਉਹਨਾਂ ਦਾ? ਉਹ ਐਸਾ ਹੈਗਾ, ਕੁਛ ਲੋਕਾਂ ਨੂੰ ਇਕੱਠਾ ਕਰਕੇ ਡਰਾ ਕੇ ਵੋਟ ਲੈਣ ਦਾ ਚੱਕਰ ਸੀ। ਇਹ ਵੀ ਇੱਕ ਮੁੱਦਾ ਹੈਗਾ ਸੀ ਇਹਦੇ ਵਿੱਚ ਕਿਤੇ ਨਾ ਕਿਤੇ। ਅੱਛਾ, ਮੈਂ ਹੁਣ ਦੂਜੇ ਮਸਲਿਆਂ ਦੇ ਉੱਤੇ ਆਉਣਾ। ਸਿਰਫ ਇੱਕ ਸਵਾਲ, ਜਿਵੇਂ ਤੁਸੀਂ ਕਿਹਾ ਵੀ ਤੁਹਾਡਾ ਦੁੱਖ ਦੂਰ ਹੈਗਾ, ਇੱਕ ਪਾਸੇ ਤੁਹਾਨੂੰ ਲੋਕ ਆਰਐਸਐਸ ਦਾ ਕਹਿੰਦੇ ਨੇ, ਦੂਜੇ ਪਾਸੇ ਕਹਿੰਦੇ ਜਦੋਂ ਤੁਸੀਂ ਇੱਕ ਕਿੱਸਾ ਹੈਗਾ ਕਿ ਜੈਤੋਂ ਆਏ, ਮਤਲਬ ਕੁਝ ਬੰਦਿਆਂ ਨੂੰ ਆਰਐਸਐਸ ਦੇ ਨੂੰ ਵੀ ਇਤਰਾਜ਼ ਸੀ ਕਿਤੇ ਮਿੰਦਰਦਾਦ ਦੇ ਪੈਰ ਨਾ ਲੱਗ ਜਾਣ। ਪੁਰਾਣੀ ਗੱਲ ਹੋ ਗਈ, ਹਾਂ ਸੀ। ਕੀ ਕਿੱਸਾ ਸੀਗਾ? ਨਹੀਂ ਕਿੱਸਾ ਮਤਲਬ ਸ਼ਾਇਦ ਡਿਟੇਲ 'ਚ ਨਹੀਂ, ਇਤਿਹਾਸ ਹੋ ਗਿਆ, ਲੇਕਿਨ ਇੰਨਾ ਹੀ ਹੈ ਕਿ ਬਈ ਲੱਗਦਾ ਸੀ ਇਹ ਅਮਰਿੰਦਰ ਜੀ ਦਾ ਵਿਅਕਤੀਗਤ ਹੈ, ਇਹ ਲੱਗਦਾ ਸੀ। ਔਰ ਇਹਦੇ ਲਈ ਦਿੱਕਤਾਂ ਕਾਫੀ ਆਈਆਂ, ਮੈਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ। ਲੋਕਾਂ ਨੂੰ ਕਿਹਾ ਗਿਆ ਸੰਘਦਿਆਂ ਨੂੰ ਕਿ ਨਾ ਜੁੜੋ ਮਿੰਦਰਦਾਦ ਨਾਲ, ਜਾਂ ਇਹਨੂੰ ਸਪੋਰਟ ਨਾ ਦਿਓ। ਇਹ ਇੱਕ ਸਮੇਂ ਕਿਹਾ ਗਿਆ ਸੀ, ਕਿਉਂ? ਮੈਂ ਕਿਹੜਾ ਸੰਘ ਦੀ ਤਾਂ ਕੋਈ ਯੋਜਨਾ ਨਹੀਂ ਸੀ ਨਾ, ਸੰਘ ਦੀ ਤਾਂ ਕੋਈ ਪਲੈਨਿੰਗ ਨਹੀਂ ਸੀ। ਮੈਂ ਤਾਂ ਸੁਦਰਸ਼ਨ ਜੀ ਕੋਲ ਜਾਂਦਾ ਸੀ, ਸੁਦਰਸ਼ਨ ਜੀ ਨੂੰ ਕਿਹਾ ਵੀ ਇਹ ਪੰਜਾਬ 'ਚ ਇੰਨਾ ਹਾਗੌਰ ਹੈ, ਅਤੇ ਮੈਨੂੰ ਕਹਿੰਦੇ ਬਈ ਤੂੰ ਪੰਜਾਬੀ ਆਦਮੀ ਹੈ, ਤੂੰ ਦਿੱਲੀ ਬੈਠਾ ਕੀ ਕਰਦਾ, ਤੂੰ ਜਾ ਕੇ ਕਰ ਕੰਮ ਉੱਥੇ। ਅਤੇ ਉਹ ਮੈਨੂੰ ਅਨੁਪਮ ਮਿਸ਼ਰ ਵੀ ਕਹਿ ਰਹੇ ਸੀ, ਦਵਿੰਦਰ ਸ਼ਰਮਾ ਵੀ ਕਹਿ ਰਹੇ ਸੀ, ਉਹ ਮੈਨੂੰ ਉਹ ਕਈਆਂ ਤੋਂ ਲੱਗ ਰਿਹਾ ਸੀ ਮੈਨੂੰ ਕਿ ਪੰਜਾਬ 'ਚ ਹੀ ਕੰਮ ਕਰਨਾ ਚਾਹੀਦਾ। ਬਸ ਉਹ ਗੱਲ ਆ ਗਈ ਉੱਥੋਂ। ਉਹ ਪਹਿਲੇ ਸੌਫਟ ਲੈਂਡਿੰਗ ਕੀਤੀ ਅਸੀਂ ਆਪਣੀ, ਕਿ ਮੈਂ ਦਿੱਲੀ ਰਹਿੰਦੇ ਪੰਜਾਬ 'ਚ ਆਉਣਾ ਜਾਣਾ ਸ਼ੁਰੂ ਕੀਤਾ, ਸਮਝਣਾ ਸ਼ੁਰੂ ਕੀਤਾ, ਇੱਕ ਸੰਸਥਾ ਬਣਾਈ, ਬਸ ਫਿਰ ਪੰਜਾਬ 'ਚ ਪਰਮਾਨੈਂਟ ਸ਼ਿਫਟ ਹੋ ਗਏ। ਇੰਝ ਹੋਇਆ। ਅਗਰ ਇਹ ਹੁੰਦਾ ਅਤੇ ਮੈਨੂੰ ਲੱਗਦਾ ਕਿ ਮੈਂ ਹੀ ਕਹਿਣਾ ਵਾ, ਇਸ ਪਰਸੈਪਸ਼ਨ ਦੇ ਕਰਕੇ ਕੀ ਹੈਗਾ, ਅਗਰ ਇਹ ਹੁੰਦਾ ਅਤੇ ਉਮਿੰਦਰ ਦੱਤ ਨੇ ਜਦੋਂ ਆ ਕੇ ਖੇਤੀ ਵਿਰਾਸਤ ਮਿਸ਼ਨ ਬਣਾਈ, ਤਾਂ ਮੇਰੇ ਆਸ-ਪਾਸ ਸਾਰੇ ਸੰਘ ਦੇ ਲੋਕ ਹੁੰਦੇ। ਕਿਆ ਸੰਘ 'ਚ ਕਿਸਾਨ ਵਾਲੇ ਬੰਦੇ ਨਹੀਂ ਸੀ? ਢੇਰ ਸਾਰੇ ਕਿਸਾਨ ਸੀ, ਬੀਜੇਪੀ ਸੇ ਕਿਸਾਨ ਬੜੇ ਸੀ। ਮੇਰੇ ਕੋਲ ਤਾਂ ਕੋਈ ਜੁੜਿਆ ਹੀ ਨਹੀਂ। ਉਹ ਤੇ ਮੈਂ ਤਾਂ ਜਿਹੜਾ ਕੁਦਰਤੀ ਖੇਤੀ ਤੋਂ ਜੁੜਿਆ, ਉਹ ਭਾਵੇਂ ਕਾਂਗਰਸ ਤੋਂ ਸੀ, ਉਹ ਭਾਵੇਂ ਅਕਾਲੀ ਸੀ, ਉਹ ਭਾਵੇਂ ਖਾਲਿਸਤਾਨੀ ਸੀ, ਉਹ ਭਾਵੇਂ ਕਾਮਰੇਡ ਸੀ, CPI CPM ਜਿਹੜੀ ਮਰਜ਼ੀ ਸੀ, ਕੁਦਰਤੀ ਖੇਤੀ, ਸਿਹਤ, ਵਾਤਾਵਰਨ, ਬਸ ਆ ਤਿੰਨ ਹੀ ਮੁੱਦੇ ਸੀ, ਬਾਕੀ ਕੋਈ ਗੱਲ ਹੀ ਨਹੀਂ ਕੀਤੀ ਅਸੀਂ। ਅੱਛਾ, ਹੁਣ ਆਪਾਂ ਇਸ ਗੱਲ ਦੇ ਉੱਤੇ ਆਉਂਦੇ ਹੈਗੇ, ਜਿਸ ਥਾਟ ਨੂੰ ਤੁਸੀਂ ਲੈ ਕੇ ਚੱਲੇ, ਉਹਦਾ ਇੱਕ ਬਾਹਰੀ ਪੱਖ ਨੇ, ਇੱਕ ਅੰਦਰੂਨੀ ਪੱਖ ਨੇ। ਆਰਐਸਐਸ ਦੀਆਂ ਇੱਕ ਪੋਜੀਸ਼ਨਾਂ ਰਹੀਆਂ ਇਸ ਗੱਲ ਦੇ ਉੱਤੇ, ਖਾਸ ਤੌਰ 'ਤੇ ਸਵਦੇਸ਼ੀ ਜਾਗਰਣ ਮੰਚ ਦੀਆਂ, ਜਾਂ ਪੂਰੇ ਦੇ ਪੂਰੇ ਵੈਸਟ ਦੇ ਥਾਟ ਨੂੰ ਲੈ ਕੇ, ਜਾਂ ਪੂਰੀ ਦੀ ਪੂਰੀ ਉਸ ਧਾਰਾ ਨੂੰ ਲੈ ਕੇ ਜਿਹਨੂੰ ਤੁਸੀਂ ਆਲੋਚਨਾ ਕਰਦੇ ਰਹੇ ਹੋਗੇ। ਤੁਹਾਡੇ ਗੁਰੂ ਜੀ ਗੋਵਿੰਦਾਚਾਰੀਆ ਉਹਦੇ ਝੰਡਾ ਬਰਦਾਰ ਰਹੇ ਨੇਗੇ। ਇੱਕ ਪਾਸੇ ਤੁਸੀਂ ਇਹ ਕੰਮ ਕਰ ਰਹੇ ਹੋ ਕਿ ਇਸ ਤਰ੍ਹਾਂ ਦਾ ਅਲਟਰਨੇਟਿਵ ਮਾਡਲ ਕਿਵੇਂ ਬਣੇ, ਇੱਕ ਪਾਸੇ ਉਹ ਸਾਰੀਆਂ ਪੋਜੀਸ਼ਨਾਂ ਛੱਡੀਆਂ ਜਾ ਚੁੱਕੀਆਂ ਨੇ। ਐਂ ਕਿਉਂ ਹੋਇਆ? ਮੈਨੂੰ ਲੱਗਦਾ ਕਿ ਕਦੀ ਇੱਕ ਕਾਲ ਕ੍ਰਮ ਹੁੰਦਾ, ਸਮੇਂ ਬਲਵਾਨ ਹੁੰਦਾ, ਸਮੇਂ ਕੁਛ ਵੱਡੀਆਂ ਚੰਗੇ ਕੰਮ ਵੀ ਕਰਾਉਂਦਾ, ਔਰ ਸਮੇਂ ਕੁਝ ਇਤਿਹਾਸਿਕ ਗਲਤੀਆਂ ਵੀ ਕਰਵਾਉਂਦਾ। ਇਹ ਸਮਝਣ ਦੀ ਲੋੜ ਹੁੰਦੀ ਹੈ। ਜਿਵੇਂ ਮੈਂ ਕਹਾਂ, ਮੋਦੀ ਸਰਕਾਰ ਫਿਰ ਇਤਿਹਾਸਿਕ ਗਲਤੀਆਂ ਕਰ ਰਹੀ ਹੈ। ਮੈਨੂੰ ਲੱਗਦਾ ਕਿ ਤੁਸੀਂ ਉਹਨੂੰ ਕਹਿ ਲਓ, ਦੋ ਮੁੱਦਿਆਂ 'ਤੇ ਮੈਂ ਕਹਾਂਗਾ। ਇੱਕ ਜੈਨੇਟਿਕ
ਮੋਡੀਫਾਈਡ ਜੈਨੇਟਿਕਲੀ ਮੋਡੀਫਾਈਡ ਮੈਂ ਇਸੀ ਕਹਿਣਾ ਨਾ, ਇਹ ਤੁਹਾਡੀਆਂ ਪ੍ਰਿੰਸੀਪਲ ਪੋਜੀਸ਼ਨਾਂ ਹੁੰਦੀਆਂ ਸੀ ਸੰਘ ਦੀਆਂ। ਦੇਖੀਏ ਇਹਦੇ ਤੇ ਸੰਘ ਦੀ ਸੰਘ ਦੀ ਸਰਕਾਰ ਹੋਈ ਹੋਇਆ, ਇੱਕ ਸੰਘ ਦੀ ਤਰ੍ਹਾਂ ਪੋਜੀਸ਼ਨ ਹੋਈ ਹੋਇਆ, ਹੂੰ ਸੰਘ ਦੀ ਪੋਜੀਸ਼ਨ ਬਿਲਕੁਲ ਹੋਈ ਹੋਇਆ। ਸੰਘ ਨਹੀਂ ਚਾਹੁੰਦਾ ਜੈਨੇਟਿਕਲੀ ਮੋਡੀਫਾਈਡ ਫੂਡ ਆਣ। ਪਰ ਉਹ ਤਾਂ ਆ ਮੇਰੀ ਰਹੇ ਸੰਘ ਨੇ। ਦੇ ਇੱਕ ਮਿੰਟ, ਪਰ ਸੰਘ ਦੇ ਪ੍ਰਚਾਰਕ ਇਸ ਟਾਈਮ ਪ੍ਰਧਾਨ ਮੰਤਰੀ ਨੇ। ਚਲੋ ਮੈਂ ਇਹਨੂੰ ਗੱਲ ਕਰ ਲੈਣ ਦਿਓ। ਐਸਾ ਹੈਗਾ, ਸੰਘ ਦੇ ਟੌਪ ਤੋਂ ਟੌਪ ਦੇ ਜਿਹੜੇ ਲੋਕਾਂ ਨਾਲ ਮੇਰੀ ਗੱਲ ਹੋਈ ਹੈ, ਸੰਘ ਦੀ ਭੂਮਿਕਾ ਉਹੀ ਹੋਵੇ। ਔਰ ਦੂਜੀ ਗੱਲ, ਜਿਹੜੀ ਇੰਟਰਲਿੰਕਿੰਗ ਆਫ ਰਿਵਰ ਦਾ ਮੁੱਦਾ ਹੈਗਾ, ਇਹਦੇ ਤੇ ਮੈਂ ਤਾਂ ਵਿਅਕਤੀਗਤ ਸੰਘ 'ਚ ਇੱਕ ਪੂਰੀ ਧਾਰਾ ਸੀ ਜਿਹੜਾ ਇਹਦੇ ਖਿਲਾਫ ਸੀ। ਸਾਨੂੰ ਲੱਗਦਾ ਹੈ ਗੈਰ ਇਹ ਕੁਦਰਤੀ ਗੈਰ ਕੁਦਰਤੀ ਵਰਤਾਰਾ ਹੈਗਾ, ਇਹ ਨਹੀਂ ਚੱਲੇਗਾ। ਇੰਟਰਲਿੰਕਿੰਗ ਇੰਜ ਨਹੀਂ ਹੋ ਸਕਦੇ। ਮਤਲਬ ਇਹਨੂੰ ਉਹ ਤਾਂ ਕੀਤਾ ਜਾ ਰਿਹਾ। ਜਿਹੜਾ ਹੁਣ ਹੈਗਾ- ਹਿਮਾਚਲ ਤੋਂ ਤੁਸੀਂ ਦਿਲ ਪਾਣੀ ਲੈ ਕੇ ਜਾ ਰਹੇ ਨੇ, ਨਹੀਂ, ਹਿਮਾਚਲ ਸਮਝੌਤਾ ਵਾਲਾ ਤਾਂ ਚਲੋ ਹੈਗਾ, ਟਨਲ ਦੇ ਨਾਲ ਹਿਮਾਚਲ ਤੋਂ ਨਹੀਂ, ਹਰਿਆਣਾ। ਪੂਰੇ ਦੇਸ਼ 'ਚ ਇਹਨਾਂ ਨੇ 100 ਜੋੜ ਕਰਨ ਦਾ ਕਲਪਨਾ ਹੈਗੀ ਆ। ਉਹ ਕੱਲਾ ਹਿਮਾਚਲ ਦੀ ਕੀ ਗੱਲ ਕਰਦੇ ਹੋ, ਵੱਡੇ ਵੱਡੇ ਬਹੁਤ ਕੁਝ ਕਰਨ ਦੀ ਕਲਪਨਾ ਹੈਗੀ ਆ। ਉਹਦੇ ਪਿੱਛੇ ਐਵੇਂ ਦਾ ਹੈਗਾ। ਉਹ ਦੋਨੋਂ ਚੀਜ਼ਾਂ ਨਹੀਂ ਚੱਲਣ ਵਾਲੀਆਂ। ਇਹ ਹੋਏਗਾ ਦੇਖੋ। ਲੇਕਿਨ ਮੈਂ ਕਹਾਂਗਾ, ਅੱਗੇ BT ਬੈਂਗਨ ਆ ਰਿਹਾ ਸੀ। BT ਬੈਂਗਨ ਨੂੰ ਰੋਕਣ 'ਚ ਸਭ ਤੋਂ ਵੱਡੀ ਮਾਸਟਰ ਸਟ੍ਰੋਕ ਅਗਰ ਕੀਤੀ ਸੀ ਕਿਸੇ ਨੇ, ਤੇ ਉਹ ਜਦੋਂ RSS ਦੇ ਉਦੋਂ ਦੇ ਸਹਿ ਸਰਕਾਰੇਵਾ ਮਦਨ ਦਾਸ ਜੀ ਸੀ, ਜਿਹੜੇ ਮੇਰੇ ਉਸਤਾਦ ਇੱਕ ਤਰ੍ਹਾਂ ਦੇ ਮੈਂ ਕਹਿ ਸਕਦਾ ਵਾਂ। ਮੈਂ ਉਹਨਾਂ ਨੂੰ ਫੋਨ ਕੀਤਾ ਜਦੋਂ GSC ਨੇ ਪਾਸ ਕਰਤਾ, ਤੇ ਮੈਨੂੰ ਕਵਿਤਾ ਕੁਰਗੰਟੀ ਦਾ ਫੋਨ ਆਇਆ, ਪਤਾ ਲੱਗ ਕੇ ਪਾਸ ਹੋ ਗਿਆ। ਕਵਿਤਾ ਕੁਰਗੰਟੀ ਹਰੀ ਜੈਰਾਮ ਰਮੇਸ਼ ਨੂੰ ਮਿਲੇ। ਜੈਰਾਮ ਰਮੇਸ਼ ਨੇ ਕਿਹਾ ਵੀ ਮੈਂ ਤਾਂ ਕਰਨਾ ਚਾਹੁੰਦਾ ਵਾਂ, ਪਰ ਸਟੇਟਸ ਡਿਮਾਂਡ ਕਰਨ, ਸਟੇਟਸ ਵੱਲੋਂ ਸਾਰਾ ਕੰਮ ਹੋਵੇ। ਉਦੋਂ ਕਵਿਤਾ ਜੀ ਨੇ ਕਿਹਾ ਕਿ ਓਕੇ, ਅਸੀਂ ਕੁਝ ਸਟੇਟਸ ਤੋਂ ਮੰਗ ਕਰਵਾਉਂਦੇ ਹਾਂ। ਔਰ ਕਵਿਤਾ ਜੀ ਨੇ ਮੈਨੂੰ ਫੋਨ ਕੀਤਾ ਕਿ ਕਿਆ BJP ਗਵਰਨਡ ਸਟੇਟਸ ਦੇ ਵਿੱਚ ਇਹ ਮੰਗ ਕੀਤੀ ਜਾ ਸਕਦੀ ਹੈ। ਉੱਥੋਂ ਦੇ ਮੁੱਖ ਮੰਤਰੀ ਲਿਖ ਕੇ ਭੇਜਣਗੇ ਜੈਰਾਮ ਰਮੇਸ਼ ਨੂੰ ਕਿ ਸਾਨੂੰ BT ਬੈਂਗਨ ਨਹੀਂ ਚਾਹੀਦਾ। ਮੈਂ ਕਿਹਾ ਜੀ ਟਰਾਈ ਕਰ ਲੈਂਦੇ ਹਾਂ, ਦੇਖ ਲੈਂਦੇ ਹਾਂ। ਕਵਿਤਾ ਜੀ ਨੇ ਕਿਹਾ, ਔਰ ਮੈਂ ਫੋਨ ਕੀਤਾ ਮਦਨ ਦਾਸ ਜੀ ਨੂੰ। ਰੱਬ ਨੇ ਕਰਵਾਉਣਾ ਸੀ ਵੱਡਾ ਕੰਮ। ਮਦਨ ਦਾਸ ਜੀ ਨੇ ਪਹਿਲੇ ਹੀ ਰਿੰਗ 'ਚ ਚੱਕ ਲਿਆ ਫੋਨ। ਬੋਲੋ ਮਹਿੰਦਰ। मैं कहा जी मसला है। उन्होंने मुद्दा पता सी। मैं जी कहते करना क्या है। मैं कहा जी सभी BJP के मुख्यमंत्री जयराम रमेश को पत्र लिखें कि हमको BT बैंगन नहीं चाहिए। बस फिर तो ज़्यादा दसना मिल रहा कि शायद इंटरव्यू ठीक नहीं है, पर वो फिर वो ओपोजिशन च सी ना जो सत्ता च आए। एक मिनट, संघ की भूमिका तो ही होगा। ਇਹ ਸੱਤਾ ਗੜਬੜ ਕਰ ਜਾਂਦੀ ਹੈ। ਹੁਣ ਸੱਤਾ ਵਿੱਚ ਲੱਗਦਾ ਲੋਕਾਂ ਨੂੰ ਕਿ ਬਈ ਨਹੀਂ, ਇਹ ਜਿਹੜਾ ਹੈਗਾ GM ਆਉਣ ਦੇ ਨਾਲ ਇਹ ਕਲਿਆਣ ਹੋ ਜਾਏਗਾ, ਇੰਪੋਰਟ ਬਿੱਲ ਘਟ ਜਾਏਗਾ। ਮੇਰੇ ਅੱਛੇ ਮਿੱਤਰ ਨੇ ਕੇਂਦਰੀ ਪਰਿਆਵਰਣ ਮੰਤਰੀ, ਮੇਰੀ ਉਹਨਾਂ ਨਾਲ ਅੱਛੀ ਗੱਲਬਾਤ ਹੁੰਦੀ ਹੈ। ਮੇਰਾ ਫੋਨ ਚੱਕਦੇ ਨੇ, ਕਾਲ ਬੈਕ ਕਰਦੇ ਨੇ। ਇਸ ਵਿਸ਼ੇ 'ਤੇ ਸਾਡੇ ਉਹਨਾਂ ਨਾਲ ਮਤਭੇਦ ਨੇ। ਉਹ ਕਹਿੰਦੇ ਸਾਰੇ ਤੁਹਾਡੇ ਕੰਸਰਨਸ ਦੇਖ ਰਹੇ ਹਾਂ। ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਬਾਰ-ਬਾਰ ਕਿ ਭਾਈ ਸਾਹਿਬ ਇਹ ਮਾਮਲਾ ਨਹੀਂ ਚੱਲਣਾ, ਇਹ ਹੱਥੋਂ ਤੀਰ ਨਿਕਲ ਜਾਏਗਾ, ਇਹਦਾ ਨੁਕਸਾਨ ਹੋਏਗਾ। ਮੈਨੂੰ ਲੱਗਦਾ ਕਿ ਹੁਣ ਮੈਂ ਗੱਲ ਕਰਾਂਗਾ ਕਿ ਤੁਸੀਂ ਗੋਬਿੰਦਾਚਾਰਿਆ ਦੀ ਤੇ ਦੀਨ ਦਿਆਲ ਜੀ ਦੀ ਗੱਲ ਕੀਤੀ। ਰਾਜਨੀਤੀ ਦੀ ਇੱਕ ਸੀਮਾ ਹੈ, ਰਾਜਨੀਤੀ ਦੀ ਇੱਕ ਮਰਿਆਦਾ ਹੈ। ਪਹਿਲੀ ਗੱਲ, ਸਰਕਾਰ ਕਦੀ ਆਪਣੀ ਨਹੀਂ ਹੁੰਦੀ, ਸਰਕਾਰ ਸਰਕਾਰ ਦੀ ਹੁੰਦੀ ਹੈ। ਇਹ ਗਲਤਫਹਿਮੀ ਰਹਿ ਜਾਓ। ਕੱਲ੍ਹ ਨੂੰ ਯਾਦਵਿੰਦਰ ਕਰਫਿਊ ਅਗਰ ਮੁੱਖ ਮੰਤਰੀ ਬਣ ਜੇ, ਪ੍ਰਧਾਨ ਮੰਤਰੀ ਜਾਂ ਖੇਤੀਬਾੜੀ ਮੰਤਰੀ ਬਣ ਜੇ, ਨਹੀਂ, ਤੁਸੀਂ ਜਿਨ੍ਹਾਂ ਮੁੱਦਿਆਂ 'ਤੇ ਲੜਦੇ ਪਿਓ ਨਾ, ਤੁਸੀਂ ਉਹੀਓ ਕਰੋਗੇ ਭਾਈ ਸਾਹਿਬ, ਨਹੀਂ ਕਰ ਸਕੋਗੇ। ਸਿਸਟਮ ਹੋ ਰਿਹਾ ਉੱਥੇ ਉਹ ਵਾ। ਇਸ ਕਰਕੇ ਸਰਕਾਰ ਸਰਕਾਰ ਹੁੰਦੀ ਹੈ। ਬਸ ਇੰਨਾ ਹੈ ਕਿ ਕਿਸੇ ਸਰਕਾਰ ਦਾ ਕੋਈ ਮੰਤਰੀ ਤੁਹਾਡਾ ਮਾੜਾ ਮੋਟਾ ਫੋਨ ਚੱਕ ਕੇ ਤੁਹਾਨੂੰ ਬੁਲਾ ਲੈਂਦਾ, ਸੁਣ ਲੈਂਦਾ, ਪਰ ਮੁੜ ਕੇ ਹੁੰਦਾ ਉਹੀ ਹੋਵਾ ਜੋ ਹੋਣਾ ਹੁੰਦਾ। ਇਸ ਖਿਆਲ ਦਿਮਾਗ ਤੋਂ ਨਾ ਮਾਈਂਡ ਕਲੀਅਰ ਕਰੋ, ਕੁਛ ਨਹੀਂ ਹੁੰਦਾ ਫਰਕ। ਮੈਂ ਸਭ ਦੇਖ ਲਿਆ, ਸਾਰੇ ਪਾਸੇ ਰਿਹਾ। ਸੋ ਸਾਡਾ ਸਟੈਂਡ ਉਹੀ ਹੋਇਆ। ਫਿਰ ਜਿਹੜਾ ਇਹ ਚੱਲਦਾ ਸੀਗਾ ਕਿ ਨਹੀਂ ਆਪਾਂ ਸੰਘਰਸ਼ ਕਰੋ, ਸੱਤਾ ਚ ਆਵਾਂਗੇ, ਫਿਰ ਇਹ ਬਸ ਕਲਪਨਾਵਾਂ ਹੁੰਦੀ। ਕਿਸੇ ਵੀ ਆਈਡੀਆ ਦੀਆਂ ਕਹਿ ਦਿੰਦਾ ਮੈਂ ਇਕੱਲੇ ਇਸ ਆਈਡੀਆ ਦੀ ਨਹੀਂ ਕਹਿੰਦੀ ਜਾਂ ਸੰਘ ਦੇ ਦੀ, ਹਰ ਆਈਡੀਆ ਦੀ ਫਿਰ ਇਹੀ ਹੈ ਕਿ ਜਦੋਂ ਸੱਤਾ ਚ ਆ ਕੇ ਫਿਰ ਇਹੀ ਕਰਨਗੇ। ਸੰਘ ਤਾਂ ਕਦੀ ਵੀ ਨਹੀਂ ਕਹਿੰਦਾ ਸੀ ਰਾਜਨੀਤੀ ਮਾਧਿਅਮ ਹੈ। ਸੰਘ ਨੇ ਤਾਂ ਕਦੀ ਨਹੀਂ ਕਿਹਾ। ਮੈਨੂੰ ਤਾਂ ਪਤਾ ਕਿ ਦੀਨ ਦਿਆਲ ਉਪਾਧਿਆਏ ਜੀ ਨੂੰ ਜਦੋਂ ਜਨਸੰਘ 'ਚ ਭੇਜਿਆ ਗਿਆ ਤਾਂ ਉਦੋਂ ਇੱਕ ਹੈਗਾ। ਪਰ ਹੁਣ ਤਾਂ ਸੰਘ ਦੇ ਬੰਦੇ ਐਕਟਿਵ ਹੋ ਕੇ ਮੋਦੀ ਸਰਕਾਰ ਲਈ ਐਕਟਿਵ ਤਾਂ ਹੁੰਦੇ ਨੇ। ਗੁਜਰਾਤ 'ਚ ਵੀ ਐਕਟਿਵ ਹੋਏ, ਕਹਿੰਦੇ ਬਹੁਤ ਸਾਰੀਆਂ ਥਾਵਾਂ 'ਤੇ ਐਕਟਿਵ ਤਾਂ ਹੁੰਦੇ ਨੇ। ਨਹੀਂ, ਫਿਰ ਉਹ ਇਕੱਲੇ ਇਹ ਮੁੱਦੇ ਨਹੀਂ ਨੇ, ਵਿਆਪਕ ਮੁੱਦੇ ਵੀ ਹੈਗੇ ਨਾ ਉਹਦੇ 'ਚ। ਉਹ 'ਚ ਵਿਆਪਕ ਮੁੱਦੇ ਨੇ, ਉਹ ਰਾਜਨੀਤਿਕ ਮੁੱਦੇ ਨੇ। ਉਹਨਾਂ 'ਚ ਮੈਂ ਨਹੀਂ ਜਾਣਾ, ਮੇਰੀ ਰੁਚੀ ਹੈ ਨਾ, ਮੇਰਾ ਜ਼ਿਆਦਾ ਉਸ ਨੌਲੇਜ ਹੈਗਾ, ਮੈਂ ਉਹ 'ਚ ਜ਼ਿਆਦਾ ਵਰਤਾਰਾ ਮੇਰਾ ਹੈਗਾ। ਮੇਰਾ ਕਹਿਣਾ ਹੈਗਾ ਕਿ ਅਗਰ ਡਿਵੈਲਪਮੈਂਟ ਨੂੰ ਗੱਲ ਕਰੀਏ, ਇਨਵਾਇਰਮੈਂਟ ਨੂੰ ਗੱਲ ਕਰੀਏ, ਸਸਟੇਨੇਬਿਲਿਟੀ ਦੀ ਗੱਲ ਕਰੀਏ, ਅਸੀਂ ਖੇਤੀ ਦੀ ਗੱਲ ਕਰੀਏ, ਕਿਸਾਨੀ ਦੀ ਗੱਲ ਕਰੀਏ, ਸੰਘ ਦੀ ਧਾਰਾ ਬਿਲਕੁਲ ਸਪਸ਼ਟ ਹੈ। ਔਰ ਭਾਰਤੀ ਕਿਸਾਨ ਸੰਘ ਨੇ ਇਸੇ ਕਰਕੇ ਇਹ ਜਿਹੜੇ ਅਮੈਂਡਮੈਂਟਸ ਹੋਏ ਸੀ ਇਹਦਾ ਵਿਰੋਧ ਕੀਤਾ ਸੀ। ਸਵਦੇਸ਼ੀ ਜਾਗਰਣ ਮੰਚ ਨੇ ਬਹੁਤ ਕਟੂ ਸ਼ਬਦਾਂ 'ਚ ਅਗਰ ਮੈਂ ਕਹਾਂ ਸਵਦੇਸ਼ੀ ਜਾਗਰਣ ਮੰਚ ਦੀ ਤੁਸੀਂ ਸਟੇਟਮੈਂਟਾਂ ਪੜ੍ਹੋ ਤੇ ਕਿੰਨੀਆਂ ਕਠੋਰ ਸਟੇਟਮੈਂਟ ਸੀ, ਉਨੀਆਂ ਕਠੋਰ ਸਟੇਟਮੈਂਟਾਂ ਉਸ ਟਾਈਮ ਤਾਂ ਕਿਸਾਨ ਯੂਨੀਅਨਾਂ ਵੀ ਨਹੀਂ ਦੇ ਰਹੀ। ਮੈਂ ਇਹੀ ਕਹਿ ਰਿਹਾਗਾ ਕਿ ਇੱਕ ਦੌਰ ਉਹ ਸੀ ਸਵਦੇਸ਼ੀ ਜਾਗਰਣ ਮੰਚ ਦਾ, ਇੱਕ ਦੌਰ ਉਹ ਸੀਗਾ ਕਿਸਾਨ ਸੰਘ ਦਾ, ਇੱਕ ਦੌਰ ਉਹ ਸੀ ਮਜ਼ਦੂਰ ਸੰਘ ਦਾ, ਜਦੋਂ ਬਹੁਤ ਹੀ ਆਪਣੀ ਗਵਰਨਮੈਂਟ ਦੇ ਹੁੰਦਿਆਂ ਹੋਇਆਂ ਬੜੇ ਕ੍ਰਿਟਿਕ ਰਹੇ ਹੋ।
ਹੁਣ ਇਹ ਨਹੀਂ ਹੈਗਾ। ਹੁਣ ਆਪਾਂ ਦੇਖ ਰਹੇ ਹਾਂ ਰਿਟੇਲ ਦੇ ਖੇਤਰ 'ਚ ਹੋ ਗਿਆ, FDI ਆ ਗਈ, ਡਿਫੈਂਸ 'ਚ ਆ ਗਈ, ਜਿਨ੍ਹਾਂ ਦਾ ਵਿਰੋਧ ਇਹ ਗੱਲਾਂ ਦਾ ਪ੍ਰਿੰਸੀਪਲ ਵਿਰੋਧ ਰਿਹਾ ਹੈਗਾ, ਤੁਹਾਨੂੰ ਪਤਾ। ਬਿਲਕੁਲ ਠੀਕ। ਹੁਣ ਉਹ ਸਾਰੀਆਂ ਗੱਲਾਂ ਦੇ ਉੱਤੇ ਯੂ ਟਰਨ ਹੋ ਗਿਆ, ਪਰ ਜਿਹੜੇ ਸੰਘ ਦੀਆਂ ਉਹ ਸੰਸਥਾਵਾਂ ਨੇ ਹੁਣ ਕ੍ਰਿਟਿਕ ਉਸ ਰੂਪ 'ਚ ਨਹੀਂ ਹੈਗੀਆਂ। ਕ੍ਰਿਟਿਕ ਹੈਗੀਆਂ ਨੇ। ਨਹੀਂ, ਉਦੋਂ ਤੇ ਉਹ ਦੌਰ ਅਸੀਂ ਵਾਜਪਾਈ ਵਾਲਾ ਦੌਰ ਦੇਖਿਆਗਾ, ਕਿਵੇਂ ਨਿਕਲ ਕੇ ਆ ਕੇ ਸੁਦਰਸ਼ਨ ਜੀ ਨੂੰ ਦੇਖਿਆ, ਅਸੀਂ ਗੋਇੰਦਾਚਾਰੀਆ ਜੀ ਨੂੰ ਦੇਖਿਆਗਾ, ਉਹਦੇ ਖਿਆਜ਼ੇ ਭੁਗਤਣਾ ਪਏ ਗੋਇੰਦਾਚਾਰੀਆ ਜੀ। ਵਾਜਪਾਈ ਗਵਰਨਮੈਂਟ ਦੇ ਖਿਲਾਫ ਜਿਹੜਾ ਧਰਨਾ ਲੱਗਾ ਸੀ ਬੜਾ ਫੇਮਸ, ਦੱਤੋਪਾ ਠੇਂਗੜੀ ਜੀ ਤੇ ਬੈਠੇ ਸੀ, ਜਿਸ ਉਹਨਾਂ ਨੇ ਪਹਿਲੀ ਵਾਰੀ ਅਰਥ ਮੰਤਰੀ ਮਤਲਬ ਯਸ਼ਵੰਤ ਸਿੰਘ ਨੂੰ ਅਨਰਥ ਮੰਤਰੀ ਬੋਲਿਆ ਸੀ ਕਿ ਇਹ ਅਨਰਥ ਮੰਤਰੀ ਨੇ। ਤੇ ਮੈਂ ਉਸ ਧਰਨੇ ਦੀ ਦਰੀਆਂ ਵਿਛਾਉਣ ਵਾਲਾ ਬੰਦਾ ਮੈਂ ਸੀ, ਠੀਕ ਹੈ। ਤੇ ਉਹ ਕੋਈ ਗੱਲ ਨਹੀਂ ਹੈਗੀ। ਮੁੱਦਾ ਹੈਗਾ ਵਾ ਕਿ ਅੱਜ ਵੀ ਸੰਘ ਉੱਥੇ ਹੀ ਹੈ। ਸੰਘ ਦਾ ਬਗਾਵਤੀ ਰੂਪ ਕਿੱਧਰ ਗਿਆ, ਮੈਂ ਪੁੱਛ ਰਿਹਾ। ਜਿਹੜੀ ਸੰਘ ਨੂੰ ਲੱਗਦਾ ਸੀ ਆ ਗਲਤ, ਅਸੀਂ ਬਾਗੀ ਹੋ ਜਾਾਂਗੇ ਜੇ ਗਲਤ ਕਰੋਗੇ। ਸੰਘ ਦੇ ਤੁਸੀਂ ਅਧਿਕ੍ਰਿਤ ਪ੍ਰਵਕਤਾ ਤੋਂ ਪੁੱਛੋਗੇ ਜ਼ਿਆਦਾ ਠੀਕ ਰਹੇਗਾ। ਮੈਂ ਤਾਂ ਆਪ ਇਸ ਵਿਸ਼ੇ ਤੇ ਚਿੰਤਿਤ ਹਾਂ। ਤੁਸੀਂ ਚਿੰਤਤ ਹੋ ਕਿ ਸੰਘ ਉਹਨਾਂ ਗੱਲਾਂ ਦੇ ਉੱਤੇ ਉਹਨਾਂ ਸਤਰਕ ਜਾਂ ਉਹਨਾਂ ਚੇਤਨ ਜਾਂ ਉਵੇਂ ਨਹੀਂ ਲੜ ਰਿਹਾ ਜਿਵੇਂ ਲੜਨਾ ਚਾਹੀਦਾ? ਸ਼ਾਇਦ ਮੈਂ ਇਸ ਤੋਂ ਜ਼ਿਆਦਾ ਹੁਣ ਕੀ ਕਹਾਂਗਾ। ਮੈਨੂੰ ਲੱਗਦਾ ਕਿ ਇਹ ਰਸਤਾ ਨਹੀਂ ਹੈਗਾ, ਔਰ ਰਾਜਨੀਤੀ ਵਾਕਈ ਰਸਤਾ ਨਹੀਂ ਹੈਗਾ। ਰਾਜਨੀਤੀ ਦੇ ਨਾਲ ਬਦਲਾਵ ਐਵੇਂ ਦੇ ਨਹੀਂ ਆਉਣਗੇ। ਰਾਜਨੀਤੀ ਸਾਨੂੰ ਥੋੜ੍ਹੀ ਜਿਹੀ ਜਿਹੜੀ ਹੈਗੀ ਹੈ, ਦੇਖੋ ਰਾਜਨੀਤੀ ਜਿਹੜੀ ਹੁੰਦੀ ਨਾ ਜੀ, ਮੈਂ ਕਹਿੰਦਾ ਨਾ, ਅਕਸਰ ਮੈਂ ਇੰਟਰਵਿਊ 'ਚ ਬਹੁਤ ਜਗ੍ਹਾ ਬੋਲਿਆ ਕਿ ਰਾਜਨੀਤੀ ਹੈ ਸਰਕਾਰ ਦਸ਼ਾਨਨ ਹੁੰਦੀ ਹੈ, 10 ਸਿਰ ਵਾਲਾ ਰਾਵਣ ਹੁੰਦੀ ਹੈ। ਉਹ ਇੱਕ ਮੂੰਹ ਕਹੇਗਾ ਕੁਦਰਤੀ ਖੇਤੀ ਜਿੰਦਾਬਾਦ, ਦੂਜਾ ਮੂੰਹ ਕਹੇਗਾ GM ਲਿਆਓ, ਤੀਜਾ ਕਹੇਗਾ ਵਾਤਾਵਰਣ ਬਚਾਉਣਾ ਹੈ, ਤੇ ਚੌਥਾ ਮੂੰਹ ਕਹੇਗਾ ਕਿ ਪੇੜ ਕੱਟ ਦਿਓ। ਇਹ ਇੰਝ ਹੀ ਰਹਿੰਦਾ ਹੈ, ਸਰਕਾਰ ਜਿਹਦੀ ਮਰਜ਼ੀ ਹੋਵੇ। ਇਹ ਬਹੁਤ ਕੰਟਰਾਡਿਕਸ਼ਨਸ ਰਹਿੰਦੀਆਂ ਨੇ। ਇਹ ਸਾਰੇ ਮੁੱਦੇ ਦੇ ਵਿੱਚ ਮੈਨੂੰ ਤਾਂ ਲੱਗਦਾ ਇਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨੀ ਪਏਗੀ। ਫਿਰ ਉਹ ਸੰਭਵ ਪਾਵਰ ਨਹੀਂ ਆਊਗੀ ਤਾਂ ਸੰਭਵ ਕਿਵੇਂ ਹੋਊਗਾ? ਡੰਡੇ ਮਾਰ ਕੇ ਭਜਾ ਦੇਣਗੇ, ਅਗਲੇ ਭਜਾ ਦਿੰਦੇ ਨੇ ਜੀ। ਤੁਸੀਂ ਅੱਜ ਲਾਓ ਧਰਨਾ, ਕਿਤੇ ਇੱਥੇ ਪੰਜਾਬ 'ਚ ਲਾ ਲਓ, ਕਿਤੇ ਲਾ ਲਓ, ਤੁਹਾਨੂੰ ਅਗਲੇ ਕਰ ਦੇਣਗੇ। ਗੋਇੰਦਾਚਾਰੀਆ ਜੀ ਨਾਲ ਜੋ ਹੋਇਆ, ਹੁਣ ਤੁਹਾਨੂੰ ਦੱਸਣ ਦੀ ਕੀ ਲੋੜ ਹੈਗੀ? ਪਾਵਰ ਤਾਂ ਪਾਵਰ ਹੁੰਦੀ ਹੈ, ਜੇ ਉਹੀ ਪਾਵਰ ਗੋਇੰਦਾਚਾਰੀ ਜੀ ਕੋਲ ਹੁੰਦੀ ਸ਼ਾਇਦ ਕੁਛ ਉਹ ਹੁੰਦੇ। ਜੇ ਪਾਵਰ ਨਹੀਂ ਸੀ, ਚੱਕ ਕੇ ਉਹਨਾਂ ਦਾ ਬੋਰੀਆ ਬਿਸਤਰਾ ਬਾਹਰ ਮਾਰਿਆ, ਤੁਹਾਨੂੰ ਵੀ ਪਤਾ। ਚਲੋ ਉਹ ਤਾਂ ਬਹੁਤ ਪਹਿਲੂ ਨੇ ਹੋਰ ਉੱਤੇ। ਮੈਨੂੰ ਇਹ ਲੱਗਦਾ ਹੈਗਾ ਇਹ ਤਾਂ ਗੋਇੰਦਾਚਾਰੀਆ ਜੀ ਨਾਲ ਤੁਸੀਂ ਇੰਟਰਵਿਊ ਕਰੋ ਇੱਕ ਅਲੱਗ ਤੋਂ। ਤੁਹਾਨੂੰ ਵੀ ਕਿੰਨੀ ਵਾਰ ਕਹਿ ਚੁੱਕਿਆਗਾ ਕਰਾਓ। ਨਹੀਂ, ਉਹ ਕਰਵਾ ਦਿੰਦੇ ਆ। ਤੁਸੀਂ ਗੋਇੰਦਾ ਜੀ ਇੰਟਰਵਿਊ ਕਰੋ, ਉਹ ਜਵਾਬ ਦੇਣਗੇ, ਉਹੀ ਠੀਕ ਹੈ। ਮੈਂ ਬਹੁਤ ਛੋਟਾ ਆਦਮੀ ਉਸ ਪੂਰੇ ਮੁੱਦੇ 'ਤੇ। ਮੈਨੂੰ ਇਹ ਲੱਗਦਾ ਹੈਗਾ ਆਪਾਂ ਅਗਰ ਪੰਜਾਬ ਦੇ ਕੰਟੈਕਸਟ 'ਚ ਵਾਪਸ ਆਈਏ ਗੱਲ ਨੂੰ, ਤੇ ਪੰਜਾਬ ਦੇ ਵਿੱਚ ਜੋ ਵੀ ਵਾਤਾਵਰਣ ਦੇ ਮੁੱਦੇ ਨੇ, ਜੋ ਇਹ ਸਸਟੇਨੇਬਿਲਿਟੀ ਦੇ ਮੁੱਦੇ ਨੇ, ਇੱਕ ਟਾਈਮ ਵਾਕਈ ਜਦੋਂ ਮੈਂ 1996 'ਚ ਇਹ ਗੱਲ ਸ਼ੁਰੂ ਕੀਤੀ, ਲੋਕਾਂ ਨੇ ਨਹੀਂ ਸਮਝਿਆ। ਸੰਘ ਦੇ ਲੋਕਾਂ ਨੇ ਵੀ ਨਹੀਂ ਸਮਝਿਆ। ਮੈਨੂੰ ਕਹਿਣ 'ਚ ਕੋਈ ਦਿੱਕਤ ਨਹੀਂ। ਮੈਂ ਉਦੋਂ ਸੰਘ ਦੇ ਲੋਕਾਂ ਨੂੰ ਮਿਲਿਆ, BJP ਦੇ ਲੋਕਾਂ ਨੂੰ ਮਿਲਿਆ ਉਦੋਂ, ਅਤੇ ਮੈਂ ਨਾਮ ਨਹੀਂ ਲਵਾਂਗਾ ਹੁਣ, ਉਹਨਾਂ 'ਚ ਕਈ ਲੋਕ ਤਾਂ ਰੱਬ ਨੂੰ ਪਿਆਰੇ ਹੋ ਗਏ। ਅਤੇ ਮੈਂ ਜਾ ਕੇ ਮਿਲਿਆ ਉਹਨਾਂ ਨੂੰ ਕਿ ਇਹ ਕੰਮ ਕਰਨ ਦੀ ਲੋੜ ਹੈ। ਪੰਜਾਬ 'ਚ ਇਹ ਪਾਣੀ ਦਾ ਸੰਕਟ ਹੈ, ਇਹ ਪੈਸਟੀਸਾਈਡ ਦਾ ਸੰਕਟ ਹੈ, ਇਹ ਕੈਂਸਰ ਦਾ ਮੁੱਦਾ ਉਭਰੇਗਾ। ਇਹ ਸਾਰੀ ਗੱਲਾਂ ਕੀਤੀਆਂ। ਮੈਨੂੰ ਲੱਗਦਾ ਹੈ ਸਰਕਾਰਾਂ ਤੋਂ ਨਹੀਂ ਸਮਝ ਆਉਂਦਾ ਹੁੰਦਾ। ਮੰਤਰੀ ਹਾਂ ਕੁਝ ਕਰ ਦਿੰਦੇ ਨੇ, ਪਰ ਜਿਹੜਾ ਸਿਸਟਮ ਹੈ, ਬਿਊਰੋਕ੍ਰੈਟਿਕ ਸਿਸਟਮ ਹੈ, ਜਿਹੜਾ ਟੈਕਨੋਕ੍ਰੇਸੀ ਦਾ ਸਿਸਟਮ ਹੈ, ਉਹ ਬਹੁਤ ਸਟਰੋਂਗ ਹੈ, ਬਹੁਤ ਤਾਕਤਵਰ ਹੈ। ਉਹ ਬਹੁਤ ਚੀਜ਼ਾਂ ਕਰਵਾਉਂਦਾ ਹੈਗਾ। ਸੋ ਸਮਾਜ ਵਿੱਚ ਜਾਗਰਤੀ, ਮੈਂ ਕਿ ਤੁਹਾਨੂੰ ਸਟੇਟ ਕੀ ਹੁੰਦੀ ਹੈ? ਮੈਂ ਇੱਕ ਕਹਿੰਦਾ, ਜਦੋਂ ਇਹ GM ਦੀ ਗੱਲ ਆ ਰਹੀ ਸੀ, ਅਸੀਂ ਸੰਘ ਦੇ ਪ੍ਰਭਾਵ ਨਾਲ ਲਗਾਤਾਰ ਸਰਕਾਰ 'ਚ ਗੱਲ ਕਰ ਰਹੇ ਸੀ। GSE ਪਾਸ ਨਾ ਕਰੇ ਤੋਂ ਲੈ ਕੇ ਤਮਾਮ ਹੋਰ ਚੀਜ਼ਾਂ 'ਤੇ ਗੱਲ ਕਰ ਰਹੇ ਸੀ। ਕਈ ਵਾਰੀ ਅਸੀਂ ਕਾਮਯਾਬ ਵੀ ਹੋਏ ਹਾਂ, ਰੋਕਿਆ ਵੀ ਉਹਨੂੰ, ਔਰ ਕਈ ਵਾਰੀ ਅਸੀਂ ਨਾਕਾਮਯਾਬ ਵੀ ਹੋਏ। ਜੋ ਅਸੀਂ ਸੰਘ ਦੇ ਲੋਕਾਂ ਨਾਲ ਸੀਨੀਅਰ ਆ ਕੇ ਗੱਲ ਕਰਦੇ ਸੀ, ਤਾਂ ਉਹਨਾਂ ਨੇ ਮੈਨੂੰ ਸਾਫ਼ ਕਿਹਾ, ਉਹ ਕਿ ਵੀ ਤੈਨੂੰ ਕੀ ਲੱਗਦਾ ਹੈਗਾ ਕਿ ਅਸੀਂ ਉਹਨੂੰ ਬਾਰ-ਬਾਰ ਕਹਾਂਗੇ ਅਤੇ ਉਹ ਸਾਡੀ ਗੱਲ ਮੰਨ ਲੈਣਗੇ? ਤੁਸੀਂ ਕਿੰਨੇ ਬੰਦੇ ਮੋਬਿਲਾਈਜ਼, ਮੈਨੂੰ ਸਿੱਧਾ ਪੁੱਛਿਆ ਉਹਨਾਂ ਨੇ, ਤੂੰ ਕਿੰਨੇ ਬੰਦੇ ਇਕੱਠੇ ਕਰ ਸਕਦਾ? ਕਿੰਨੇ ਬੰਦੇ ਤੇਰੇ GM ਸਰੋਂ ਦੇ ਮੁੱਦੇ 'ਤੇ ਧਰਨਾ ਦੇਣ ਆਉਣਗੇ, ਇੱਥੇ ਅਨਸ਼ਨ 'ਤੇ ਬਹਿ ਜਾਣਗੇ? ਇਹ ਮੈਨੂੰ ਪ੍ਰਸ਼ਨ ਕੀਤਾ। RSS ਦੇ ਬੜੇ ਵੱਡੇ ਟੌਪ ਦੇ ਬੰਦੇ ਨੇ। ਉਹ ਕਹਿੰਦੇ ਸਾਡੇ ਕਹਿਣਾ ਬਾਰ-ਬਾਰ ਨਹੀਂ ਰੁਕਣਾ, ਜਦ ਤੱਕ ਸਰਕਾਰ ਨੂੰ ਨਹੀਂ ਲੱਗੇਗਾ ਕਿ ਰੋਕਣਾ ਚਾਹੀਦਾ ਭਈਆ, ਸਮਾਜ ਜਨਤਾ ਇਹਦੇ ਖਿਲਾਫ ਹੈ, ਤੂੰ ਬੰਦੇ ਕਿੰਨੇ ਮੋਬਿਲਾਈਜ਼ ਕਰੇਗਾ? ਅਤੇ ਉਦੋਂ ਮੈਂ ਕਿਹਾ ਜੀ ਅਸੀਂ ਕਹਿ ਲਾਂਗੇ ਜੀ 5-7 ਹਜ਼ਾਰ, 10 ਹਜ਼ਾਰ, 5 ਹਜ਼ਾਰ। ਅਤੇ ਉਹ ਕਹਿੰਦੇ ਫਿਰ 5 ਹਜ਼ਾਰ ਚੀਜ਼ਾਂ ਨਹੀਂ ਰੁਕਣੀਆਂ ਹੁੰਦੀਆਂ। ਇਹ ਦੇਖੋ ਬਹੁਤ, ਮੈਂ ਪਤਾ ਨਹੀਂ, ਮੈਂ ਇੰਟਰਵਿਊ ਨੂੰ ਬਹੁਤ ਖੁੱਲ੍ਹ ਕੇ ਗੱਲਾਂ ਬੋਲਤੀਆਂ ਨੇ। ਨਹੀਂ ਕਿਉਂਕਿ ਜਿਹਨਾਂ ਨੇ ਗੱਲਾਂ ਰਿਕਾਰਡ ਤੇ ਨੇ ਸਰ, ਬਹੁਤ ਸਾਰੀਆਂ ਗੱਲਾਂ ਤਾਂ ਔਨ ਰਿਕਾਰਡ ਹੋਈਆਂ ਨੇ। ਜਿਹਨਾਂ ਨੇ ਮੈਨੂੰ ਕਿਹਾ ਉਹ ਵੀ ਵਿਚਾਰੇ ਸੰਕਟ, ਮੈਨੂੰ ਇਹਦਾ ਸਾਫ਼ ਕਿਹਾ, ਉਹ ਕਹਿੰਦੇ ਫਿਰ ਨਹੀਂ ਰੁਕਦਾ। ਜੇ ਤੂੰ ਕਹਿ ਰਿਹਾ ਕਿ ਤੂੰ 5-10 ਹਜ਼ਾਰ ਬੰਦੇ ਮੋਬਿਲਾਈਜ਼ ਕਰ ਸਕੇਗਾ, ਅਸੀਂ ਜ਼ੋਰ ਲਾ ਕੇ 10 ਹਜ਼ਾਰ ਬੰਦਾ ਨਹੀਂ ਕਰ ਸਕੇ ਦਿੱਲੀ 'ਚ। ਹੁਣ ਉਹ ਸਾਫ਼ ਮੈਨੂੰ ਕਿਹਾ ਉਹਨਾਂ ਨੇ। ਔਰ ਮੈਂ ਆਸ਼ਾ ਜਿਹੜੀ ਸਾਡੀ ਅਲਾਇੰਸ ਸੀ, ਉਹਦੇ ਕੁਝ ਲੀਡਰ ਨੂੰ ਮਿਲਾਇਆ ਜਾ ਕੇ, ਉਹਨੇ ਕਿਹਾ ਵੀ ਤੁਹਾਨੂੰ ਇਹ ਲੜਨੀ ਤਾਂ ਅਸੀਂ ਪ੍ਰਭਾਵ ਪਾਵਾਂਗੇ, ਜ਼ੋਰ ਪਾਵਾਂਗੇ, ਪਰ ਇਕੱਲਾ ਸਾਡੇ ਜ਼ੋਰ 'ਤੇ ਹੀ ਸਾਰਾ ਕੁਝ ਹੋ ਜਾਏ, ਇਹ ਨਹੀਂ ਹੋਣ ਵਾਲਾ। ਸਰਕਾਰ ਭਾਈ
ਸਰਕਾਰ ਇਹੀ ਹੁੰਦੀ ਸੀ ਹੈ। ਮੈਂ ਕਹਿੰਦਾ ਇਹ ਜਿਹੜਾ ਚੈੱਕ ਐਂਡ ਬੈਲੈਂਸ ਸੀਗਾ ਹੋਰ ਕਿਸੇ ਪਾਰਟੀ 'ਚ ਉਹ ਹੋਵੇ ਨਾ ਸਰ, ਇਹ ਹੋਵੇ। check and balance- ਮੇਰੀ ਗੱਲ ਤਾਂ ਸੁਣ ਨਾ, ਬੀਜੇਪੀ ਤੇ ਆਰਐਸਐਸ ਦਾ ਕਨੈਕਸ਼ਨ ਇੱਕ ਇਸ ਤਰ੍ਹਾਂ ਦਾ ਕਨੈਕਸ਼ਨ ਹੈ ਜਿਹੜਾ ਚੈੱਕ ਐਂਡ ਉਹ ਬੈਲੈਂਸ ਹੈਗਾ ਦਾ, ਹੈ। ਜਿਹੜਾ ਚੈੱਕ ਐਂਡ ਬੈਲੈਂਸ ਦਾ ਕਨੈਕਸ਼ਨ ਸੀਗਾ। ਯਾਨੀ ਜਦੋਂ ਹੀ ਰਾਜਨੀਤੀ ਦੇਖੋ- ਕਿਸੇ ਗਲਤ ਪਾਸੇ ਵੱਲ ਜਾਊ ਸੰਘ ਉਹਨੂੰ ਮੋੜ ਕੇ ਲਿਆਊਗਾ। ਐ ਹੁੰਦਾ ਰਿਹਾ, ਇਹ ਸੰਘ ਦੀ ਇੱਕ ਦੇਖੋ, ਧਾਰਾ ਰਹੀ। ਸੰਘ ਹਜੇ ਵੀ ਕਹਿੰਦਾ ਹੈ, ਸੰਘ ਹਜੇ ਵੀ ਟੋਕਦਾ ਹੈ, ਸੰਘ ਗੱਲ ਕਰਦਾ ਹੈ, ਪਰ ਮੈਂ ਇੱਕੋ ਬੇਨਤੀ ਬਾਬਾ ਕਰਾਂਗਾ, ਨਾ ਮੈਂ ਬੀਜੇਪੀ 'ਚ ਹਾਂ ਨਾ ਮੈਂ ਸੰਘ 'ਚ ਹਾਂ, ਤੁਹਾਨੂੰ ਬੀਜੇਪੀ ਤੇ ਸੰਘ ਦੇ ਅਧਿਕ੍ਰਿਤ ਪ੍ਰਵਕਤਾ ਦੱਸਣਗੇ। ਮੈਂ ਤਾਂ ਆਪ ਇਹਨਾਂ ਮੁੱਦਿਆਂ ਤੋਂ ਚਿੰਤਿਤ ਹਾਂ ਇਹ ਤਾਂ ਸਰ। ਹੁਣ ਤੁਹਾਡੇ ਸਾਹਮਣੇ ਗੱਲਾਂ ਨੇ ਕਿ ਬਹੁਤ ਸਾਰੀਆਂ ਗੱਲਾਂ 'ਚ ਐਫਡੀਆਈ ਆਉਣਾ, ਰਿਟੇਲ ਦੇ ਖੇਤਰ 'ਚ ਵਿਰੋਧ ਸੀਗਾ ਔਰ ਆਪਾਂ ਡਿਫੈਂਸ 'ਚ ਵਿਰੋਧ ਸੀਗਾ। ਕਿਸਾਨ ਬਿੱਲਾਂ ਵੇਲੇ ਵੀ ਕਦੇ ਕਿਸਾਨ ਸੰਘ ਨੇ ਉਸ ਤਰੀਕੇ ਦੀ ਪੋਜੀਸ਼ਨ ਨਹੀਂ ਲਈ, ਤੁਹਾਨੂੰ ਪਤਾ। ਮਜ਼ਦੂਰ ਇਸ਼ੂਜ਼ ਦੇ ਉੱਤੇ ਵੀ ਕਿਤੇ ਵਿੱਚ ਦੀ ਆਉਂਦੀ ਹੈ ਥੋੜੀ ਬਹੁਤੀ, ਥੋੜਾ ਜਿਹਾ ਬਹੁਤ ਹੀ, ਨਹੀਂ, ਕਿਸਾਨ ਜਿਵੇਂ ਸੰਘ ਨੇ- ਵਾਜਪਾਈ ਗਵਰਨਮੈਂਟ ਵੇਲੇ ਆਉਂਦਾ ਰਿਹਾ। ਨਹੀਂ, ਕਿਸਾਨ ਸੰਘ ਨੇ ਤਾਂ ਵਿਰੋਧ ਕੀਤਾ, ਡਟ ਕੇ ਵਿਰੋਧ ਕੀਤਾ। ਮਜ਼ਦੂਰ ਸੰਘ ਤਾਂ ਅੱਜ ਵੀ ਵਿਰੋਧ 'ਚ ਹੈਗਾ। ਦੇਖੋ, ਦੋਨੋਂ ਗੱਲਾਂ ਹੀ ਹੈ। ਮੈਨੂੰ ਲੱਗਦਾ ਹੈਗਾ ਕਿ ਇਹ ਜਿਹੜੇ ਤਮਾਮ ਜਿਹੜੇ ਮੁੱਦੇ ਨੇ, ਇਹ ਸਾਡੇ ਸਮੇਂ ਦੀ ਰਾਜਨੀਤੀ ਦਾ ਸੱਚ ਦੱਸ ਰਹੇ ਨੇ, ਰਾਜਨੀਤੀ ਦੀ ਮਜਬੂਰੀ ਦੱਸ ਰਹੇ ਨੇ। ਇਸ ਕਰਕੇ ਯਾਨੀ ਇਹ ਮੰਨੀਏ ਕਿ ਵਰਲਡ ਆਰਡਰ ਚਲਾਉਂਦਾਗਾ ਕਿਸੇ ਮੁਲਕ ਨੂੰ। ਮੈਨੂੰ ਤਾਂ ਲੱਗਦਾ ਖੈਰ ਵਰਲਡ ਆਰਡਰ ਤਾਂ ਚੱਲਣਾ ਇਹ ਜ਼ਿਆਦਾ ਵੱਡੀ ਗੱਲ ਹੋ ਜਾਏਗੀ। ਨਹੀਂ ਕਿਉਂਕਿ ਮੈਂ ਤਾਂ ਕਹਿਣਾ ਗਾ ਇਸ ਵਰਲਡ ਆਰਡਰ ਨੂੰ ਚੈਲੰਜ ਕਰਨ ਦੇ ਪ੍ਰਿੰਸੀਪਲ ਦੇ ਉੱਤੇ ਸੰਘ ਦੀਆਂ ਬਹੁਤ ਸਾਰੀਆਂ ਪੋਜੀਸ਼ਨਾਂ ਨੇ ਕਿ ਵਰਲਡ ਆਰਡਰ ਨੂੰ ਅਸੀਂ ਚੈਲੰਜ ਕਰਾਂਗੇ। ਇਹ ਕਾਂਗਰਸੀਆਂ ਦੇ ਬਾਰੇ ਬਹੁਤ ਵੱਡਾ ਕ੍ਰਿਟੀਕ ਰਿਹਾ ਹੈਗਾ ਕਿ ਤਾਂ ਜੀ ਮਿਲੇ ਹੋਏ ਨੇ। ਇਸੇ ਗੱਲ ਤੇ ਆ ਰਿਹਾ। ਅੱਜ ਵੀ ਉਹ WTO ਸਾਰੇ ਜਿਹੜੇ ਸਮਝੌਤੇ ਨੇ ਜਿਨ੍ਹਾਂ 'ਚ ਅਸੀਂ ਬੰਨੇ ਹੋਏ ਆਂਗੇ, ਮੋਦੀ ਸਰਕਾਰ ਵੀ ਉਹਨਾਂ 'ਚ ਬੰਨੀ ਹੈ, ਮਨਮੋਹਨ ਸਰਕਾਰ ਵੀ ਉਹਨਾਂ 'ਚ ਬੰਨੀ ਸੀ। ਗੱਲ ਤੁਸੀਂ ਨਾ ਮੈਨੂੰ ਕੱਲਾ ਸੰਘ ਦਾ ਪ੍ਰਵਕਤਾ ਸੰਘ ਦੇ ਬਿਨਾਂ ਕਰੋ ਗੱਲ, ਕੋਈ ਗੱਲ ਨਹੀਂ। ਮੈਂ ਇੱਕ ਸਨਾਤਨੀ ਹਿੰਦੂ ਹਾਂ। ਠੀਕ ਹੈ, ਤੁਸੀਂ ਸਨਾਤਨੀ ਹਿੰਦੂ ਬਣ ਕੇ ਗੱਲ ਕਰੋ। ਮੈਂ ਇੱਕ ਦੇਸ਼ ਨੂੰ ਪ੍ਰੇਮ ਕਰਦਾ, ਸੰਘ ਤੋਂ ਮੈਂ ਦੇਸ਼ ਭਗਤੀ ਸਿੱਖੀ ਹੈ। ਠੀਕ ਹੈ, ਇਸ ਤੋਂ ਇਲਾਵਾ ਮੇਰਾ ਹੋਰ ਕੋਈ ਰਿਸ਼ਤਾ ਨਹੀਂ ਰਿਹਾ। ਮੇਰਾ ਕਹਿਣਾ ਹੈਗਾ, ਇਹਦਾ ਮਤਲਬ ਸਾਨੂੰ ਦੇਸ਼ ਭਗਤ ਤਾਕਤਾਂ ਜਿਹੜੀਆਂ ਸਵਦੇਸ਼ੀ ਦੀ ਗੱਲ ਕਰਨ, ਜਿਹੜੀ ਤਾਕਤਾਂ ਇਸ ਦੇਸ਼ ਦੇ ਅੰਦਰ ਸਵਰਾਜ ਔਰ ਅੰਤੋਦੈ ਦੀ ਗੱਲ ਕਰਨ, ਜਿਹੜੀਆਂ ਤਾਕਤਾਂ ਨੂੰ ਜਿਨ੍ਹਾਂ ਲੋਕਾਂ ਨੂੰ ਏਕਾਤਮ ਮਾਨਵ ਦਰਸ਼ਨ ਦੀ ਸਮਝ ਹੋਵੇ, ਉਹ ਲੋਕਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਰਾਜਨੀਤੀ ਇੱਕ ਭੇਡ ਵਾਂਗਰ ਚੱਲਦੀ ਹੈ। ਅੱਜ ਉਹ ਹੈ, ਉਹਦੇ ਇੱਕ ਫਾਇਦੇ ਨੇ, ਉਹਦੇ ਇੱਕ ਆਪਣੇ ਚੀਜ਼ਾਂ ਹੈਗੀਆਂ ਨੇ। ਮੈਂ ਇਸ ਲੈਵਲ ਤੋਂ ਜ਼ਿਆਦਾ ਬੋਲਾਂ ਕਿਉਂਕਿ ਮੈਂ ਰਾਜਨੀਤੀ ਨਹੀਂ, ਫਿਰ ਮੈਨੂੰ ਕੋਈ ਗੱਲ ਕਹੇਗਾ ਕਿ ਜ਼ਿਆਦਾ ਤੈਨੂੰ ਸ਼ੌਕ ਹੈ ਤੂੰ ਇਲੈਕਸ਼ਨ ਲੜ ਕੇ ਦੇਖ ਲੈ, ਠੀਕ ਹੈ ਨਾ। ਨਹੀਂ, ਮੈਨੂੰ ਕੋਈ ਇੰਝ ਕਹੇਗਾ, ਇਹ ਤਾਂ ਪੱਕੇ ਡੋਲ ਹੈਗਾ। ਹਾਂ ਕਿ ਤੂੰ ਇਲੈਕਸ਼ਨ ਲੜ ਕੇ ਦੇਖ ਲੈ, ਤੈਨੂੰ ਕੇਜਰੀਵਾਲ ਹੋਰਾਂ ਨੂੰ ਕਿਹਾ, ਉਹ ਮੁੜ ਕੇ ਲੜ ਗਏ, ਇਹੀ ਕਿਹਾ ਗਿਆ ਸੀ ਉਹਨਾਂ ਨੂੰ ਵੀ। ਹਾਂ, ਨਹੀਂ ਫਿਰ ਇੰਝ ਦੀ ਗੱਲ ਹੁੰਦੀ ਆ। ਨਹੀਂ, ਮੈਨੂੰ ਆਲਰੇਡੀ ਕਿਹਾ ਜਾ ਚੁੱਕਾ ਹੈ, ਚਲੋ ਮੈਂ ਵੀ ਕਹਿ ਦੇਣਾ, ਆਲਰੇਡੀ ਕਿਹਾ ਚੁੱਕਾ ਹੈ ਕਿ ਮਹਿੰਦਰ ਜੀ ਤੁਹਾਨੂੰ ਜ਼ਿਆਦਾ ਸ਼ੌਕ ਹੈ ਨਾ ਕ੍ਰਿਟੀਸਾਈਜ਼ ਕਰਨ ਦਾ, ਤੁਸੀਂ ਇੱਕ ਪਾਰਟੀ ਬਣਾਓ, ਇਲੈਕਸ਼ਨ ਲੜ ਲਓ, ਆ ਜਾਓ ਮੈਦਾਨ 'ਚ। ਕਹਿ ਤਾ ਲੋਕਾਂ ਨੇ ਮੈਨੂੰ, ਹੁਣ ਫਿਰ ਮੇਰੇ ਵੀ ਪੱਲੇ ਕੀ ਰਿਹਾ, ਠੀਕ ਹੈ ਨਾ। ਉਹ ਤਾਂ ਮੈਂ ਤਾਕਤ ਹੈ ਨਹੀਂ ਮੇਰੇ ਕੋਲ। ਸੋ ਮੈਨੂੰ ਲੱਗਦਾ ਹੈਗਾ ਸਵਦੇਸ਼ੀ ਦੀ ਗੱਲ ਕਰਨ ਵਾਲੇ ਲੋਕ, ਅੰਤੋਦੈ ਦੀ ਗੱਲ ਕਰਨ ਲਈ, ਭਾਰਤ ਦਾ ਵਿਕਾਸ ਭਾਰਤ ਦੇ ਅਨੁਕੂਲ ਹੋਣਾ ਚਾਹੀਦਾ ਹੈ, ਇੱਥੋਂ ਦੇ ਲੋਕਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜਿਨੇ ਪੰਜਾਬ ਦੇ ਸੂਬੇ, ਹਿੰਦੁਸਤਾਨ ਦੇ ਸੂਬੇ ਨੇ, ਉਹਨਾਂ ਸੂਬਿਆਂ ਦੀ ਤਾਕਤ ਕੀ ਹੈਗੀ ਆ। ਮੈਂ ਡੀਸੈਂਟਰਲਾਈਜ਼ਡ ਫੈਡਰਲਿਜ਼ਮ ਦੇ ਪੱਖ ਵਾਲਾ ਆਦਮੀ ਹਾਂ, ਕਿਉਂਕਿ ਸੰਘ ਦਾ ਕਲਪਨਾ ਹੀ ਉਹ ਸੀ ਕਿ ਚੱਕਰਵਰਤੀ ਜਿਹੜੀ ਕਲਪਨਾ ਹੈਗੀ ਹੈ ਰਾਸ਼ਟਰ ਦੀ, ਉਹ ਚੱਕਰਵਰਤੀ ਕਲਪਨਾ ਹੀ ਐਸੀ ਕਿ ਹਰ ਜਿਹੜਾ ਪਿੰਡ ਹੈ ਉਹ ਗ੍ਰਾਮ ਸਵਰਾਜ ਹੈ, ਹਰ ਪਿੰਡ ਸਵਰਾਜ ਹੈ ਆਪਣੇ ਆਪ 'ਚ, ਰਿਪਬਲਿਕ ਇੱਕ ਤਰ੍ਹਾਂ ਦਾ ਮਤਲਬ, ਠੀਕ ਹੈ ਨਾ। ਗਾਂਧੀ ਦਾ ਆਈਡੀਆ ਵੀ ਇਹੀ ਸੀ। ਹਾਂ, ਗ੍ਰਾਮ ਗਣਤੰਤਰ। ਮੈਂ ਗਾਂਧੀ ਦਾ ਆਈਡੀਆ ਵੀ ਨਹੀਂ, ਉਹ ਭਾਰਤ ਦੇ ਪ੍ਰਾਚੀਨ, ਗਾਂਧੀ ਨੇ ਵੀ ਕਿਹਾ, ਸੰਘ ਨੇ ਵੀ ਕਿਹਾ, ਪ੍ਰਾਚੀਨ ਭਾਰਤ ਦਾ ਹੀ ਇਹੋ ਆਈਡੀਆ ਹੈਗਾ। ਜਨਪਦ ਵੀ ਗਣਤੰਤਰ ਸੀ, ਯਾਨੀ ਕਿ ਅੱਜ ਦਾ ਡਿਸਟ੍ਰਿਕਟ ਕਹਿ ਲਓ ਜਾਂ ਮਾਲਵਾ, ਜਿਵੇਂ ਅਗਰ ਆਪਾਂ ਇੱਕ ਉਹ ਮੰਨੀਏ ਜਨਪਦ ਬਣੀਏ, ਮਾਲਵਾ, ਮਾਝਾ, ਦੁਆਬਾ, ਪੁਆਧ, ਇਹ ਚਾਰ ਮੰਨੀਏ, ਪੰਜ ਹੈਗੇ। ਇਹ ਵੀ ਆਪਣੇ ਦੇ ਰਿਪਬਲਿਕ ਵਰਗੇ ਹੁੰਦੇ ਸੀ। ਇਹਨਾਂ ਦੀ ਬਹੁਤ ਚੀਜ਼ਾਂ ਆਟੋਨਮਸ ਹੁੰਦੀਆਂ ਸੀ, ਉੱਤੇ ਰਾਜਾ ਜਿਹੜਾ ਮਰਜ਼ੀ ਆ ਜਾਏ, ਥੱਲੇ ਕਈ ਚੀਜ਼ਾਂ ਵਿਵਸਥਾਵਾਂ ਉਵੇਂ ਦੀ ਰਹਿੰਦੀਆਂ ਸੀ। ਇਹ ਸਿਸਟਮ ਠੀਕ ਆਵੇ। ਦੇਖੋ, ਸਾਡੇ ਜਿਹੜੇ ਪੰਚਾਇਤੀ ਇਲੈਕਸ਼ਨ ਹੁੰਦੇ ਨੇ, ਪੰਚਾਇਤਾਂ ਨੂੰ ਤਾਕਤਾਂ ਦਿੱਤੀਆਂ ਜਾਣ, ਜ਼ਿਲ੍ਹਾ ਪ੍ਰੀਸ਼ਦ ਨੂੰ ਤਾਕਤਾਂ ਦਿੱਤੀਆਂ ਜਾਣ, ਸੂਬਿਆਂ ਨੂੰ ਤਾਕਤਾਂ ਦਿੱਤੀਆਂ ਜਾਣ, ਕਈ ਚੀਜ਼ਾਂ ਕਰਨੀਆਂ ਪੈਣਗੀਆਂ। ਬਹੁਤ ਜ਼ਿਆਦਾ ਸੈਂਟਰਲਾਈਜ਼ਡ ਜਿਹੜਾ ਸਿਸਟਮ ਹੈ ਉਹ ਠੀਕ ਨਹੀਂ ਹੈਗਾ। ਉਹਦੇ ਕਰਕੇ ਸਮੱਸਿਆਵਾਂ ਵੀ ਹੈਗੀਆਂ, ਉਸੇ ਕਰਕੇ ਅਸ਼ਾਂਤੀ ਵੀ ਹੈ, ਉਸੇ ਕਰਕੇ ਕਈ ਜਗ੍ਹਾ ਗੜਬੜਾਂ ਵੀ ਹੁੰਦੀਆਂ ਨੇ। ਲੇਕਿਨ ਸੇਮ ਮੈਂ ਉਸੇ ਵਸੇ ਵੀ ਕਹਾਂਗਾ ਕਿ ਭਾਰਤ ਵੀ ਇੱਕ ਰਾਸ਼ਟਰ ਸੀ। ਇਹ ਜੋ ਇੱਕ ਕਨਸੈਪਟ ਚੱਲਦਾ ਕਿ ਨਹੀਂ ਭਾਰਤ ਕਦੀ ਇੱਕ ਰਾਸ਼ਟਰ ਨਹੀਂ ਰਿਹਾ, ਮੈਂ ਇਸ ਨਾਲ ਸਹਿਮਤ ਨਹੀਂ। ਬਹੁਤ ਸਾਰੀਆਂ ਪ੍ਰਿੰਸਲੀ ਸਟੇਟ ਸੀ, ਉਹਨਾਂ ਨੂੰ ਇਕੱਠੇ ਕਰਕੇ ਬਣਾਇਆ। ਪ੍ਰਿੰਸਲੀ ਸਟੇਟ ਵਾਲੇ ਉਹ ਰਾਸ਼ਟਰ ਨਹੀਂ ਸੀ, ਉਹ ਰਾਜ ਸੀ, ਅਲੱਗ ਹੈ। ਇੰਡੀਅਨ ਸਬ ਕੰਟੀਨੈਂਟ ਕਿਹਾ ਜਾਂਦਾ ਨਾ। ਹਾਂ, ਪਰ ਰਾਸ਼ਟਰ ਦਾ ਮਤਲਬ ਕੁਛ ਹੋਰ। ਭਾਰਤੀ ਕੰਟੈਕਸਟ ਰਾਸ਼ਟਰ ਦਾ ਮਤਲਬ ਹੈਗਾ, ਮਤਲਬ ਇੱਥੇ ਮਤਲਬ ਰਿਗਵੇਦ ਕਾਲ 'ਤੇ ਵੀ ਜਿਸ ਭਾਰਤ ਦੀ ਕਲਪਨਾ ਹੈਗੀ ਹੈ, ਅਗਰ ਅਸੀਂ ਰਾਮਾਇਣ ਦੇ ਵਿੱਚ ਉਹ ਜਦੋਂ ਸ਼ਰਵਣ ਕੁਮਾਰ ਦਸ਼ਰਥ
ਨੇ ਜਿਹਨੂੰ ਸ਼ਰਵਣ ਨੂੰ ਮਾਰਿਆ ਸੀ, ਉਹ ਆਪਣੇ ਮਾਤਾ ਪਿਤਾ ਨੂੰ 4 ਧਾਮ ਦੀ ਯਾਤਰਾ ਕਰਵਾਉਣ ਲੈ ਕੇ ਜਾ ਰਿਹਾ ਸੀ। ਉਹ 4 ਧਾਮ ਕਿਹੜੇ ਕਿਹੜੇ ਸੀ? ਉਹ ਸੀ ਬਦਰੀਨਾਥ, ਰਾਮੇਸ਼ਵਰਮ, ਦਵਾਰਕਾ ਔਰ ਜਗਨਨਾਥਪੁਰੀ। ਹਿੰਦੁਸਤਾਨ ਦੇ 4 ਕੋਨੇ। ਹਿੰਦੁਸਤਾਨ ਦੇ ਵਿੱਚ ਅਗਰ ਐਵੇਂ ਦੀ ਮੈਂ ਕਿੰਨੇ ਐਗਜ਼ਾਮਪਲ ਦੇ ਸਕਦਾ ਵਾਂ। ਇਸ ਦੇਸ਼ 'ਤੇ ਜਿਹੜਾ ਆਚਮਨ ਮੰਤਰ ਸੀ, ਪਾਣੀ ਹੱਥ 'ਚ ਲੈ ਕੇ, ਗੰਗਾ ਸਰਸਵਤੀ ਸਿੰਧੂ ਬ੍ਰਹਮਪੁੱਤਰ ਚ ਗੰਡਕੀ, ਕਾਵੇਰੀ ਯਮੁਨਾ ਰੇਵਾ, ਕ੍ਰਿਸ਼ਨਾ ਗੋਦਾ ਮਹਾਨਦੀ, ਠੀਕ ਹੈ ਨਾ, ਪੂਰਾ ਮੈਂ ਭੁੱਲ ਗਿਆ, ਇੱਕ ਦੀ ਲਾਈਨ ਹੋਰ ਹੈ। ਇਹ ਸਾਰੇ ਹਿੰਦੁਸਤਾਨ ਦੀ ਨਦੀਆਂ ਆ ਗਈਆਂ ਇਹਦੇ 'ਚ, ਸਿੰਧੂ ਤੋਂ ਲੈ ਕੇ ਕਾਵੇਰੀ, ਗੋਦਾਵਰੀ, ਕ੍ਰਿਸ਼ਨਾ, ਬ੍ਰਹਮਪੁੱਤਰ, ਗੰਡਕੀ ਤੇ ਨਰਮਦਾ, ਸਾਰੀ ਨਦੀਆਂ ਦੇ ਨਾਮ ਆ ਗਏ ਇਹਦੇ ਵਿੱਚ। ਤਾਂ ਇਹ ਉਦੋਂ ਕਿਹਾ ਜਾਂਦਾ ਸੀ ਕਿ ਵੀ ਇਹਦੇ ਉਲਟ ਲੌਜਿਕ ਦੇ ਨਾਲੇ ਕਹਿੰਦੇ ਨੇ ਕਿ ਜੀ ਸਿੰਧ ਦਾ ਤਾਂ ਸਿਵਲਾਈਜੇਸ਼ਨ ਹੀ ਬਿਲਕੁਲ ਵੱਖਾ ਤੇ ਗੰਗਾ ਦਾ ਸਿਵਲਾਈਜੇਸ਼ਨ ਬਿਲਕੁਲ ਵੱਖਾ। ਨਹੀਂ ਨਹੀਂ, ਇਹਨਾਂ ਦੇ ਸੁਭਾਵਾਂ 'ਚ ਫਰਕ ਹੈ, ਇਹਨਾਂ ਦੇ ਰੰਗ ਰੂਪ 'ਚ ਫਰਕ ਹੈ, ਸਾਰੇ ਕਾਸ 'ਚ ਫਰਕ ਆ। ਕੋਈ ਫਰਕ ਨਹੀਂ ਹੈਗਾ। ਇਹ ਵੇਦਾਂ ਦੀ ਰਿਚਾ ਤਾਂ ਸਿੰਧ ਘਾਟੀ ਦੇ, ਸਿੰਧ ਦੇ ਦਰਿਆ ਦੇ ਕਿਨਾਰੇ ਹੋਈ। ਵੇਦ ਇੱਥੇ ਰਚੇ ਗਏ। ਔਰ ਤੁਸੀਂ ਆਈਡੀਆ ਆਫ ਪੰਜਾਬ ਦੀ ਗੱਲ ਕਰਦੇ ਹੋ, ਮੈਨੂੰ ਇੱਕ ਇਤਰਾਜ਼ ਆ। ਇੱਕ ਪੂਰਾ ਜਿਹੜਾ ਜੋ ਸ਼ੁਰੂ ਕੇ ਲੋਕ ਇਸਤੇਮਾਲ ਕਰਦੇ ਆ ਨਾ, ਪੰਜਾਬ ਗੁਰੂ ਪੀਰਾਂ ਦੀ ਧਰਤੀ, ਉਸ ਤੋਂ ਪਹਿਲੇ ਇੱਕ ਹੋਰ ਸ਼ਬਦ ਜੋੜਨਾ, ਰਿਸ਼ੀ। ਰਿਸ਼ੀ ਵੀ ਇੱਥੇ ਹੋਏ। ਇਹ ਤਕਸ਼ਸ਼ਿਲਾ ਦੀ ਧਰਤੀ ਨਹੀਂ ਹੈਗੀ। ਮਤਲਬ ਦੁਨੀਆ ਦੀ ਪਹਿਲੀ ਵਿਆਕਰਣ ਜਿਹੜੀ ਹੈਗੀ ਆ ਅਸ਼ਟਾਧਿਆਈ, ਉਹ ਇੱਥੇ ਨਹੀਂ ਲਿਖੀ ਗਈ। ਨਿਰੁਕਤ ਇੱਥੇ ਨਹੀਂ ਲਿਖਿਆ ਗਿਆ। ਨਿਘੰਟੂ ਦੀ ਗੱਲ ਇੱਥੇ ਪੰਜਾਬ 'ਚ ਨਹੀਂ ਕੀਤੀ ਗਈ। ਇਹ ਤਮਾਮ ਚੀਜ਼ਾਂ ਨੇ ਜਿਹੜੀਆਂ ਪੰਜਾਬ 'ਚ ਹੋਈਆਂ ਨੇ। ਰਿਗਵੇਦ ਪੰਜਾਬ 'ਚ ਲਿਖੇ ਗਏ, ਉਪਨਿਸ਼ਦ ਪੰਜਾਬ 'ਚ ਲਿਖੇ ਗਏ, 18 ਪੁਰਾਣ ਪੰਜਾਬ 'ਚ ਲਿਖੇ ਗਏ, ਮਹਾਭਾਰਤ ਪੰਜਾਬ 'ਚ ਲਿਖੀ ਗਈ। ਇਹ ਰਿਸ਼ੀ ਮੁਨੀਆਂ ਦੀ ਧਰਤੀ ਹੈ। ਇਸ ਕਰਕੇ ਅਸੀਂ ਇਹਨੂੰ ਰਿਸ਼ੀ ਮੁਨੀਆਂ ਤੋਂ ਵੀ ਨਾਲ ਜੋੜ ਕੇ ਰੱਖੀਏ। ਉਸ ਵਿਰਸੇ ਨੂੰ ਅਸੀਂ ਛੋੜੀ ਜਾਂਦੇ ਹਾਂ। ਮੈਨੂੰ ਲੱਗਦਾ ਕਿ ਇਹ ਵੀ ਬਿਲਕੁਲ ਹੋਣਾ ਚਾਹੀਦਾ, ਬਿਲਕੁਲ। ਮੈਨੂੰ ਇੱਕ ਬੜਾ ਇਤਰਾਜ਼ ਹੈਗਾ ਲੋਕੀ, ਪਰ ਨਹੀਂ, ਲੋਕ ਸਾਰੇ ਤਾਂ ਨਹੀਂ ਐ ਕਹਿੰਦੇ। ਠੀਕ ਆ, ਸਾਰੇ ਨਹੀਂ ਕਹਿੰਦੇ। ਗੱਲਾਂ ਆਈਆਂ ਹੋਈਆਂ ਨੇ। ਦੇਖੋ ਪ੍ਰੋਫੈਸਰ ਪੂਰਨ ਸਿੰਘ ਦੀ ਇੱਕ ਲਾਈਨ ਆ ਗਈ, ਕਿਸੇ ਦੀ ਕੋਈ ਲਾਈਨ ਆ, ਕਿਸੇ ਦੀ ਕੋਈ ਲਾਈਨ ਆ। ਉਹ ਤਾਂ ਲਾਈਨਾਂ ਨੇ। ਕਦੇ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਰਿਸ਼ੀਆਂ ਮੁਨੀਆਂ ਦੀ ਧਰਤੀ ਨਹੀਂ ਰਹੀ ਇਹ। ਹਾਂ, ਮੇਰਾ ਕਹਿਣਾ ਕੁਝ ਲੋਕ ਹੋਣਗੇ, ਪਰ ਸਾਰੇ ਤਰ੍ਹਾਂ ਦੇ। ਔਰ ਗੁਰੂਆਂ ਦੀ ਧਰਤੀ ਵੀ ਹੈ ਇਹ, ਪੀਰਾਂ ਦੀ ਵੀ ਹੈ, ਪੈਗੰਬਰਾਂ ਦੀ। ਪਰ ਰਿਸ਼ੀਆਂ ਨੂੰ ਵੀ ਭੁੱਲੀਏ ਨਾ ਆਪਾਂ। ਸਭ ਦੀ ਧਰਤੀ ਰਿਸ਼ੀਆਂ ਨੂੰ ਨਾ ਭੁੱਲੀਏ, ਮੈਂ ਨਹੀਂ ਕਹਿਣਾ। ਬਾਕੀ ਗੁਰੂਆਂ ਦੀ ਤਾਂ ਹੈ ਹੀ ਹੈ, ਸਭ ਦੀ ਹੈ। ਪੰਜਾਬ ਗੁਰੂਆਂ ਦੇ ਨਾਮ ਜਿੰਦਾ ਮੰਨਦੇ ਆ, ਕੋਈ ਦਿੱਕਤ ਨਹੀਂ ਕੁਛ। ਸੋ ਮੇਰੀ ਅਗਲੀ ਗੱਲ ਜਿਹੜੀ ਗੱਲ ਮੁੱਦੇ 'ਤੇ ਹੈਗੀ ਆ ਕਿ ਤੁਸੀਂ ਅੰਤੋਦੈ ਦੀ ਗੱਲ ਕੀਤੀ। ਮੈਂ ਥੋੜ੍ਹਾ ਜਿਹਾ ਆਉਣਾ ਖੜ ਜਾਊਂ। ਤੁਸੀਂ ਇੱਕ ਸ਼ਬਦ ਵਰਤਿਆ ਕਿ ਸਟੇਟ ਨੂੰ ਤਾਂ ਕੋਈ ਮੀਨਿੰਗ ਹੁੰਦਾ, ਟੈਕਨੋਕਰੇਟ ਤੇ ਜਿਹੜੀ ਅਫਸਰਸ਼ਾਹੀ ਆ ਬਹੁਤ ਭਾਰੀ ਹੁੰਦੀ ਹੈ, ਭਾਰੂ ਹੁੰਦੀ ਹੈਗੀ। ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਹੈਗਾ, ਤੁਹਾਡੇ ਆਈਡੀਆ ਆਫ ਪੰਜਾਬ ਜਾਂ ਸੰਘ ਦੇ ਆਈਡੀਆ ਆਫ ਇੰਡੀਆ ਦੇ ਅੰਦਰ ਸਟੇਟ ਕੀ ਹੁੰਦੀ ਹੈਗੀ? ਡੀਪ ਸਟੇਟ ਕੀ ਹੁੰਦੀ ਹੈ? ਦੋ ਟਰਮਾਂ ਚੱਲਦੀਆਂ ਨੇ, ਇੱਕ ਸਟੇਟ, ਇੱਕ ਡੀਪ ਸਟੇਟ। ਕਿ ਡੀਪ ਸਟੇਟ ਹੀ ਚਲਾਉਂਦੀ ਹੈ ਸਾਰਾ ਕੁਝ, ਸਟੇਟ ਹੀ ਚਲਾਉਂਦੀ ਹੈ, ਯਾਨੀ ਪੋਲੀਟੀਸ਼ੀਅਨ ਕੋਈ ਬੈਠਾ ਨਹੀਂ ਬੈਠਾ ਦਾ ਕੋਈ ਮੀਨਿੰਗ ਨਹੀਂ ਹੈਗਾ ਫਿਰ ਕੁਰਸੀ ਦੇ ਉੱਤੇ? ਨਹੀਂ, ਸਾਡੇ ਇੱਥੇ ਰਾਜ ਧਰਮ ਸ਼ਬਦ ਹੈ। ਰਾਜ ਜੋ ਹੈ ਧਰਮ ਦੇ ਮੁਤਾਬਕ ਚਲੇਗਾ। ਔਰ ਧਰਮ ਦਾ ਇੱਥੇ ਰਾਜ ਧਰਮ ਦਾ ਮਤਲਬ ਹੈਗਾ ਕਲਿਆਣ, ਪਰਉਪਕਾਰ, ਨਿਆਂ, ਸ਼ਾਂਤੀ। ਇਹਦਾ ਮਤਲਬ ਹੈ ਕਿਸੇ ਨਾਲ ਅਨਿਆਏ ਨਹੀਂ। ਇਹ ਉਹਦੇ ਨਾਲ ਹੀ ਚੱਲਣਾ ਚਾਹੀਦਾ। ਇਹ ਜਿਹੜੀਆਂ ਡੀਪ ਸਟੇਟਸ ਦੀ ਚੀਜ਼ਾਂ, ਤੁਸੀਂ ਕਹਿੰਦੇ ਹੋ ਨਾ ਕਿ ਉਹ ਇੰਨੇ ਪਾਵਰਫੁਲ ਨੇ, ਉਹ ਹੋਣ ਨਹੀਂ ਦਿੰਦੇ। ਨਹੀਂ, ਬੋਲੇ ਉਹ ਹੁਣ ਦੇਖੋ ਇੰਝ ਨਾ, ਇਹ ਆਪਾਂ ਜੋ ਕੁਛ ਲਿੱਤਾ ਸਾਰਾ ਕੁਛ ਰਾਜਤੰਤਰ ਅੰਗਰੇਜ਼ਾਂ ਤੋਂ ਐਜ਼ ਇਟ ਇਜ਼ ਸਾਡੇ ਕੋਲ ਆ ਗਿਆ। ਜੇ ਅੰਗਰੇਜ਼ ਨਾ ਆਏ ਹੁੰਦੇ, ਠੀਕ ਹੈ, ਹਿੰਦੁਸਤਾਨ ਦਾ ਕੁਝ ਰੰਗ ਰੂਪ ਅਲੱਗ ਹੁੰਦਾ, ਪਰ ਸਾਡਾ ਆਪਣਾ ਗਵਰਨ ਕਰਨ ਦਾ ਇੱਕ ਤਰੀਕਾ ਸੀ, ਉਹ ਤਾਂ ਟੁੱਟ ਗਿਆ। ਅਸੀਂ ਬਿਊਰੋਕ੍ਰੇਸੀ ਉੱਥੋਂ ਲੈ ਕੇ ਆਏ ਸਾਰੀ ਦੀ ਸਾਰੀ। ਅਸੀਂ ਉਹਨੂੰ ਭਾਰਤੀ ਢੰਗ ਨਾਲ ਚਲਾਉਣ ਦੀ ਬਜਾਏ ਅਸੀਂ ਉਹਨੂੰ ਬਿਲਕੁਲ ਉਸੇ ਢੰਗ ਨਾਲ ਚਲਾਇਆ। ਔਰ ਮੈਨੂੰ ਲੱਗਦਾ ਕਿ ਇੱਥੇ ਗਾਂਧੀ ਔਰ ਨਹਿਰੂ ਦੇ ਵਿਚਕਾਰ ਜਿਹੜਾ ਪੱਤਰਾਚਾਰ ਹੋਇਆ, ਜਦੋਂ ਗਾਂਧੀ ਜੀ ਨੇ ਨਹਿਰੂ ਨੂੰ ਹਿੰਦ ਸਵਰਾਜ ਦੀ ਗੱਲ ਕੀਤੀ ਔਰ ਕਿਹਾ ਕਿ ਤੂੰ ਅੱਗੇ ਰੋਡ ਮੈਪ ਕੀ ਹੈ, ਕੀ ਸੋਚਦਾ ਹੈ, ਪਿੰਡਾਂ ਬਾਰੇ ਕੀ ਸੋਚਦਾ ਹੈ, ਅਤੇ ਨਹਿਰੂ ਨੇ ਗਾਂਧੀ ਨੂੰ ਕਿਹਾ ਸੀ ਕਿ ਪਿੰਡਾਂ ਦੇ ਲੋਕ ਤਾਂ ਅਨਪੜ੍ਹ ਜਾਹਿਲ ਗੰਵਾਰ ਨੇ। ਇਹ ਤਾਂ ਮੈਟਰ ਆਫ ਫੈਕਟ ਹੈਗਾ। ਔਰ ਗਾਂਧੀ ਨੇ ਕਿਹਾ ਸੀ, ਦੇਖੋ ਗਾਂਧੀ ਨਾਲ 100 ਮਤਭੇਦ ਮੇਰੇ ਵੀ ਹੋਣਗੇ, ਪਰ ਗਾਂਧੀ ਦੀ ਇੱਕ ਜਿਹੜੀ ਗੱਲ ਸੀ ਕਿ ਪਿੰਡਾਂ ਨੂੰ ਹੀ ਸਸ਼ਕਤ ਕਰੋ, ਸਾਰੀ ਯੋਜਨਾ ਪਿੰਡਾਂ 'ਚ ਬਣਨੀ ਚਾਹੀਦੀ ਹੈ। ਉਹ ਤਾਂ ਕਿਸੇ ਨੇ ਸਵੀਕਾਰ ਨਹੀਂ ਕੀਤਾ। ਉਹ ਮਤਲਬ ਪਿੰਡਾਂ ਦੀ ਤਾਕਤ, ਜਿਹੜੀ ਮੈਂ ਪਹਿਲੀ ਗੱਲ ਕਹਿ ਕੇ ਆਵਾਂ, ਨਾ ਪਿੰਡਾਂ ਨੂੰ ਪਿੰਡਾਂ ਦੀ ਤਾਕਤ ਮਿਲੀ, ਨਾ ਜਨਪਦ ਨੂੰ ਜਨਪਦ ਦੀ ਤਾਕਤ ਮਿਲੀ, ਨਾ ਪ੍ਰਦੇਸ਼ ਨੂੰ, ਸੂਬੇ ਨੂੰ ਉਹਦੀ ਤਾਕਤ ਮਿਲੀ। ਇਹ ਸਾਰਾ ਦਾ ਸਾਰਾ ਸੈਂਟਰਲਾਈਜ਼ ਹੋ ਗਿਆ। ਔਰ ਉਹ ਸੈਂਟਰਲਾਈਜ਼ ਜੋ ਥੋੜ੍ਹਾ ਥੋੜ੍ਹਾ ਦਿੱਤਾ, ਜਿਵੇਂ ਹੁਣ ਰਾਜੀਵ ਗਾਂਧੀ ਨੇ ਉਹ ਅਮੈਂਡਮੈਂਟ ਕਰਕੇ ਪੰਚਾਇਤੀ ਰਾਜ ਲਾਗੂ ਕੀਤਾ। ਉਹ 'ਚ ਬਹੁਤ ਜਿਹੜੇ ਮੁੱਦੇ ਨੇ ਉਹ ਜ਼ਿਲ੍ਹਾ ਪਰਿਸ਼ਦਾਂ ਔਰ ਪੰਚਾਇਤਾਂ ਕੋਲ ਹੈਗੇ ਆ, ਪਰ ਕਿ ਹਕੀਕਤ 'ਚ ਹੋ ਰਿਹਾ ਕਿਤੇ ਕਿਸੇ ਕਾਂਗਰਸ ਦੀ ਸਰਕਾਰ 'ਚ ਵੀ ਨਹੀਂ। ਕਾਂਗਰਸ ਸਰਕਾਰ ਰਹੀ, ਉਸ ਤੋਂ ਬਾਅਦ ਨਰਸਿਮਹਾ ਰਾਓ ਦੀ ਰਹੀ, ਮਨਮੋਹਨ ਸਿੰਘ ਜੀ ਦੀ ਰਹੀ।
ਇੰਨੇ ਸੂਬੇ 'ਚ ਕਾਂਗਰਸ ਦੀ ਗਵਰਨਮੈਂਟ ਹੈ, ਕਿਆ ਕਿਸੇ ਨੇ ਰਾਜੀਵ ਗਾਂਧੀ ਦਾ ਉਹ ਢੰਗ ਨਾਲ ਉਹ ਪੰਚਾਇਤੀ ਰਾਜ ਲਾਗੂ ਕਰਵਾਇਆ? ਨਹੀਂ ਕੀਤਾ, ਕਿਉਂਕਿ ਹਰੇਕ ਨੂੰ ਅਧਿਕਾਰ ਖੋਣ ਦੀ ਡਰ ਕੇ ਹਰੇਕ ਨੂੰ ਚਾਹੀਦਾ ਕੰਟਰੋਲ ਸਾਡਾ ਚਾਹੀਦਾ। ਮਨੀ ਸ਼ੰਕਰ ਅਈਰ ਬਹੁਤ ਬੋਲਦੇ ਰਹੇ ਉਹਦੇ ਤੇ, ਬੋਲਦੇ ਰਹੇ, ਪਰ ਮਨੀਸ਼ੰਕਰ ਨੇ ਕੀਤਾ ਕੁਝ ਨਹੀਂ। ਉਹ ਤਾਂ ਮੈਂ ਕੀ ਉਹਨਾਂ ਬਾਰੇ ਟਿੱਪਣੀ ਕਰਨੀ, ਬੋਲਦੇ ਰਹੇ, ਕੀਤਾ ਤਾਂ ਕੁਝ ਨਹੀਂ ਨਾ। ਮੇਰਾ ਕਹਿਣਾ ਹੈਗਾ ਸਾਨੂੰ ਬਿਊਰੋਕ੍ਰੇਸੀ ਦਾ ਇਹ ਜਿਹੜਾ ਸਿਸਟਮ ਹੈ ਤੋੜਨ ਦੀ ਲੋੜ ਹੈ। ਇਹ ਰਾਜਨੀਤੀ ਤੋਂ ਉੱਤੇ ਉੱਠ ਕੇ ਹੋਣਾ ਚਾਹੀਦਾ। ਇਹ ਕੋਈ ਬੀਜੇਪੀ ਮੈਂ ਇਹੀ ਕਰਕੇ ਪੁੱਛ ਲਿਆ ਕਿ ਸਟੇਟ ਉਹ ਨੇ, ਸਟੇਟ ਉਹ ਚਲਾਉਂਦੇ ਨੇ, ਸਟੇਟ ਉਹ ਨੇ। ਫਿਲਹਾਲ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਭਾਰੂ ਨੇ। ਪੋਲੀਟੀਸ਼ੀਅਨ ਕਰਦੇ ਨੇ ਕੁਝ ਗੱਲ, ਪਰ ਮੈਂ ਪੋਲੀਟੀਸ਼ੀਅਨਸ ਨੂੰ ਬਹੁਤ ਮਜਬੂਰ ਦੇਖਿਆ। ਮਜਬੂਰ? ਹਾਂ, ਕਿ ਮਜ਼ਬੂਤ? ਮਜਬੂਰ ਬਹੁਤ ਦੇਖਿਆ। ਮੇਰੇ ਕਈ ਮਿੱਤਰ ਮੰਤਰੀ ਬਣੇ ਸਟੇਟ ਅੱਡ ਸਟੇਟਾਂ 'ਚ ਵੀ ਔਰ ਕੇਂਦਰ 'ਚ ਵੀ, ਜਿਨ੍ਹਾਂ ਨਾਲ ਮੈਂ ਬੜੀ ਮੈਨੂੰ ਧਿਆਨ ਜਾਂਦਾ ਸੀ। ਉਹਨਾਂ ਨੂੰ ਮੈਂ ਗੱਲ ਕਰਦਾ ਸੀ, ਭਾਈ ਸਾਹਿਬ ਆ ਕੀ ਕਰਵਾ ਰਹੇ ਹੋ, ਤੇ ਹੱਥ ਖੜੇ ਕਰ ਦਿੰਦੇ ਸੀ। ਉਹ ਜੋ ਮਰਜ਼ੀ ਕਹਿ ਦੇਣ, ਹੋਣਾ ਉਹੀ ਹੁੰਦਾ ਸੀ ਜੋ ਅਫਸਰਸ਼ਾਹੀ ਚਾਹੁੰਦੀ ਸੀ। ਇਹ ਨਹੀਂ ਹੈ ਕਿ ਸਾਰੀ ਅਫਸਰਸ਼ਾਹੀ ਮਾੜੀ ਹੈ। ਮੈਂ ਵੀ ਕਹਾਂਗਾ ਅਫਸਰਾਂ 'ਚ ਵੀ ਫਿਰ ਕੋਈ ਐਸੇ ਅਫਸਰ ਨਿਕਲ ਆਉਂਦੇ ਆ ਜਿਨ੍ਹਾਂ ਦੇ ਜਿਹਨਾਂ ਕੋਲ ਦਿਲ ਲੋਕਾਂ ਲਈ ਧੜਕਦਾ ਹੈਗਾ, ਦਿਲ ਧੜਕਦਾ, ਉਹਨਾਂ ਨੇ ਕਿਤੇ ਵੀ ਇਹ ਕੰਮ ਕਰਦੇ ਨੇ। ਬਹੁਤ IAS ਐਵੇਂ ਦੇ ਵੀ ਮਿਲ ਜਾਂਦੇ ਨੇ, ਉਹ ਗੱਲ ਨਹੀਂ ਹੈਗੀ। ਪਰ ਕੀ ਇਹ ਕੰਟਰੋਲਿੰਗ ਸਿਸਟਮ ਐਸਾ ਹੈਗਾ, ਉਹ ਗੜਬੜ ਹੈਗੀ ਹੈ। ਇਹਦੇ 'ਚ ਲੋਕਾਂ ਦੀ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ। ਅਸੀਂ ਡੈਮੋਕ੍ਰੇਸੀ ਤੇ ਕਹਿੰਦਾ ਦ ਡੈਮੋਕਰੇਟਾਈਜੇਸ਼ਨ ਆਫ ਗਵਰਨੈਂਸ, ਉਹਦੇ 'ਤੇ ਗੱਲ ਨਹੀਂ ਹੁੰਦੀ। ਔਰ ਪਤਾ ਕੀ ਹੈਗਾ, ਮਤਲਬ ਤੁਸੀਂ ਆਪਾਂ ਜਦੋਂ ਕਾਂਗਰਸ BJP ਖੇਡਦੇ ਹਾਂ ਜਾਂ ਆਮ ਆਦਮੀ ਪਾਰਟੀ BJP ਖੇਡਦੇ ਹਾਂ, ਕੁਝ ਐਵੇਂ ਦਾ ਕਰਦੇ ਰਹਿੰਦੇ ਹਾਂ। ਅਸੀਂ ਜਿਹੜੀ ਗਵਰਨੈਂਸ ਹੈਗੀ ਆ ਉਹ ਲੋਕਾਂ ਤੱਕ ਕਿਵੇਂ ਜਾਵੇ, ਇਹਦੇ 'ਤੇ ਨਹੀਂ ਕਰ ਪਾ ਰਹੇ। ਹੁਣ ਇਹ ਤਾਂ ਇਸੇ ਕਰਕੇ ਰਾਜਨੀਤੀ ਕਿ ਮੈਂ ਜੇ ਤੁਹਾਨੂੰ ਤਾਂ ਪੁੱਛਾਂ ਕੀ ਆਈਡੀਆ, ਇਹ ਸੁਪਨਾ ਗਾਂਧੀ ਨੇ ਵੀ ਦੇਖਿਆ, ਗਾਂਧੀਅਨ ਵੀ ਕੰਮ ਕਰਦੇ ਰਹੇ। ਤੁਹਾਨੂੰ ਪਤਾ ਆਦੀਵਾਸੀ ਇਲਾਕਿਆਂ ਤੋਂ ਲੈ ਕੇ ਜਾ ਕੇ ਰਹੇ ਬੰਦੇ, ਬਹੁਤ ਹੀ ਚੰਗੇ ਚੰਗੇ ਘਰਾਂ ਦੇ ਬੰਦੇ ਗਾਂਧੀਅਨ ਬਣ ਕੇ ਰਹੇ। ਇਹ ਗੱਲ ਸੰਘ ਵੀ ਕਰਦਾ ਰਿਹਾ, ਦੀਨ ਦਿਆਲ ਉਪਾਧਿਆਏ ਦਾ ਵੀ ਆਈਡੀਆ ਇਹੀ ਹੈ। ਇਹੀ ਗੱਲ ਕਿਸੇ ਨਾ ਕਿਸੇ ਰੂਪ 'ਚ ਕਾਮਰੇਡ ਵੀ ਕਰਦੇ ਨੇ ਕਿ ਸਭ ਤੋਂ ਗਰੀਬ ਬੰਦੇ ਕੋਲੇ ਹੈ ਨਾ, ਜਿਨ੍ਹਾਂ ਕੋਲੇ ਪਾਵਰ ਆਈ, ਜਿਨ੍ਹਾਂ ਕੋਲੇ ਨਹੀਂ ਆਈ, ਇਹਦਾ ਮਤਲਬ ਇਹ ਸਾਰੇ ਪ੍ਰੋਜੈਕਟ ਫੇਲ ਨੇ। ਮੈਂ ਮੰਨਣਾ ਅੱਜ 100 ਸਾਲ ਬਾਅਦ ਮੈਨੂੰ ਲੱਗਦਾ RSS ਬਣੀ ਨੂੰ 100 ਸਾਲ ਹੋ ਗਿਆ, ਕਾਮਰੇਡਾਂ ਨੂੰ ਵੀ 100 ਸਾਲ ਹੋ ਗਿਆ। ਤੁਸੀਂ ਠੀਕ ਕਹਿ ਰਹੇ ਹੋ। ਈਵਨ ਤੁਸੀਂ 100 ਸਾਲ ਬਾਅਦ ਆਪਾਂ ਮੰਨੀਏ ਸਾਰੇ ਪ੍ਰੋਜੈਕਟ ਫੇਲ ਨੇ ਕਿ ਉਹ ਬੰਦੇ ਦੀ ਜਿਹੜੀ ਗੱਲ ਹੁੰਦੀ ਸੀ, ਰਾਜਨੀਤੀ ਬਹੁਤ ਹੋ ਗਈ ਉਹਦੇ ਨਾਂ ਦੇ ਉੱਤੇ, ਉਹਦੇ ਕੋਲ ਕੋਈ ਨਹੀਂ ਪਹੁੰਚਿਆ। ਮੈਂ ਇਹ ਕਹਿ ਰਿਹਾ, ਤੁਸੀਂ ਨਾ ਇੱਕ ਚੌਥੀ ਧਾਰਾ ਛੱਡ ਗਏ ਹੋ, ਸਮਾਜਵਾਦੀ। ਡਾਕਟਰ ਰਾਮ ਮਨੋਹਰ ਲੋਹੀਆ, ਆਚਾਰਿਆ ਨਰਿੰਦਰ ਦੇਵਲੀ, ਉਹ ਧਾਰਾ ਛੱਡ ਗਏ ਤੁਸੀਂ, ਜਿਸ 'ਚ ਜੈ ਪ੍ਰਕਾਸ਼ ਨਾਰਾਇਣ ਵੀ ਰਹੇ ਕੁਝ ਸਮੇਂ ਤੱਕ ਬਾਅਦ 'ਚ ਹੋਆ, ਜੀ 'ਚ MN ਰॉय ਨੇਗੇ। MN ਰॉय ਨੇ। ਮੈਨੂੰ ਲੱਗਦਾ ਹੈਗਾ ਕਿ ਬਈ ਇਹ ਸਾਰੀਆਂ ਧਾਰਾਵਾਂ 'ਚ ਸੰਕਟ ਹੈ। ਇਹ ਤਾਂ ਹੁਣ ਮੈਨੂੰ ਬਹੁਤ ਪੁਰਾਣੇ ਕਾਮਰੇਡ ਮਿਲਦੇ ਨੇ ਜਿਹੜੇ ਆਪਣੇ ਹੁਣ ਐਕਸ ਕਾਮਰੇਡ ਕਹਿੰਦੇ, ਜਿਹੜੇ ਕਹਿੰਦੇ ਵੀ ਇੱਕ ਲਿਮਿਟੇਸ਼ਨ ਸੀ, ਉਸ ਤੋਂ ਅੱਗੇ ਆ ਗਏ ਸੀ, ਹੁਣ ਨਹੀਂ ਹੈਗੇ ਸੀ। ਠੀਕ ਹੈ ਨਾ। ਜੇ ਮੈਂ ਕਦੀ ਗਲਤੀ ਨਾਲ ਕਹਿ ਵੀ ਦੇਣਾ ਨਾ ਉਹਨਾਂ ਨੂੰ ਕੁਝ ਕਾਮਰੇਡ ਗੱਲ, ਉਹ ਜਿਵੇਂ ਮੈਂ ਇਰੀਟੇਟ ਹੋਣਾ, ਉਹ ਸੰਘ ਦਾ ਕਹਿ ਤੂੰ ਤੁਹਾਨੂੰ ਗੁੱਸਾ ਚੜਦਾ। ਹਾਂ ਨਹੀਂ ਮੈਂ ਸੰਘ ਤੋਂ ਮੈਂ ਬਹੁਤ ਕੁਝ ਸਿੱਖਿਆ ਹੈਗਾ, ਪਰ ਮੈਂ ਉਹ ਗੱਲ ਨਹੀਂ ਹੈਗੀ ਨਾ ਉਵੇਂ ਦੀ। ਤੇ ਉਹ ਜਿਹੜੀ ਹੈਗੀ ਹੈ ਉਹ ਵੀ ਕਹਿੰਦੇ ਨਹੀਂ ਯਾਰ ਸਾਨੂੰ ਉਹ ਨਾ ਕਹਿ, ਮੇਰਾ ਸਾਨੂੰ ਕਾਮਰੇਡ ਨਾ ਕਹਿ। ਹਾਂ, ਮੈਨੂੰ ਲੱਗਦਾ ਕਿ ਸਾਨੂੰ ਮਿਲ ਕੇ ਨਾ ਵਿਚਾਰ ਕਰਨਾ, ਇਹ ਸਭ ਲੋਕਾਂ ਨੂੰ ਸੋਚਣਾ ਚਾਹੀਦਾ ਕਿੱਥੇ ਗੜਬੜ ਹੈ। ਰਾਜਨੀਤੀ ਤੋਂ ਉੱਪਰ ਉੱਠਣਾ ਪਏਗਾ ਔਰ ਇਹਦੇ ਲਈ ਵਿਕਲਪ ਸੰਗਮ। ਦੇਖੋ ਗੋਵਿੰਦਾਚਾਰਿਆ ਜੀ ਦੀ ਟੀਮ 'ਚ ਇੱਕ ਉਹ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਨੇ, ਬਸਵਰਾਜ ਪਾਟਿਲ। ਬਸਵਰਾਜ ਪਾਟਿਲ ਰਾਜ ਸਭਾ ਦੇ ਮੈਂਬਰ ਹੈ, ਕਰਨਾਟਕ ਤੋਂ ਨੇ, RSS ਦੇ ਪ੍ਰਚਾਰਕ ਵੀ ਰਹੇ ਔਰ ਉਹ ਰਾਜਨੀਤੀ ਦੇ ਕਟੂ ਆਲੋਚਕ ਨੇ, ਵਰਤਮਾਨ ਰਾਜਨੀਤੀ ਦੇ। ਠੀਕ ਹੈ, ਤੁਸੀਂ ਸੋਚ ਨਹੀਂ ਸਕਦੇ ਕੈਸੇ ਸ਼ਬਦਾਂ 'ਚ ਆਲੋਚਨਾ ਕਰ ਸਕਦੇ ਨੇ। ਉਹ ਇੱਕ ਵਿਕਾਸ ਸੰਗਮ, ਲੋਕ ਵਿਕਾਸ ਸੰਗਮ ਕਰਵਾਉਂਦੇ ਹੁੰਦੇ ਨੇ, ਹਰ 3 ਸਾਲ ਬਾਅਦ ਪ੍ਰੋਗਰਾਮ ਹੁੰਦਾ। ਕਲਪਨਾ ਕਰ ਸਕਦੇ ਕਿੰਨੇ ਲੋਕ ਆਉਂਦੇ ਹੋਣਗੇ। ਮੇਲਾ ਹੁੰਦਾ ਵੱਡਾ, ਇੱਕ ਕੁੰਭ ਵਰਗਾ। ਠੀਕ ਹੈ, ਐਤਕੀ ਗੁਲਬਰਗਾ 'ਚ ਹੋਣਾ ਅਗਲੇ ਸਾਲ, ਔਰ ਉਹਦੇ 'ਚ ਕਿੰਨੇ ਲੋਕ ਆਉਣਗੇ। ਗੁਲਬਰਗਾ ਆਪਣਾ ਕਰਨਾਟਕ, ਉਹ ਕਰਨਾਟਕ ਤੋਂ ਹੀ ਨੇ। ਉਹਦੇ 'ਚ 5 ਕਰੋੜ ਲੋਕ ਆਉਣਗੇ। ਉਹ ਡਿਵੈਲਪਮੈਂਟ ਦੀ ਗੱਲ ਕਰਦੇ ਆ, ਆਰਟ ਐਂਡ ਥਾਟ ਦੀ ਗੱਲ ਕਰਦੇ ਆ। ਅਸੀਂ ਸਰਕਾਰਾਂ ਨੂੰ ਤਾਕਤ ਬਣਾਤਾ ਹੈ। ਸਾਨੂੰ ਅਗਰ ਭੀੜ ਇਕੱਠੀ ਕਰਨੀ ਹੈ, ਸਾਨੂੰ ਪੋਲੀਟੀਸ਼ੀਅਨ ਚਾਹੀਦਾ। ਜਦੋਂ ਸਾਨੂੰ ਕਿਹਾ ਕਿਸੇ ਸੰਘ ਦੇ ਬੰਦੇ ਨੇ ਕਿ ਬਈ ਤੁਸੀਂ GM ਮਸਟਰਡ ਦੇ ਨਾਮ 'ਤੇ ਕਿੰਨੇ ਭੀੜ ਇਕੱਠੀ ਕਰੇਗਾ ਤੂੰ, ਜਦੋਂ ਮੇਰੀ ਹਿੰਮਤ ਨਹੀਂ ਹੋਈ ਸਰ, ਮੈਂ 5-10 ਬੋਲਿਆ। ਮੈਂ ਅੰਦਰੋਂ ਲੱਗਾ ਮੈਂ ਝੂਠ ਹੀ ਬੋਲ ਰਿਹਾ, ਉਹਨੂੰ ਲੱਗ ਰਿਹਾ ਸੀ। ਅੱਜ ਮੈਂ ਕਨਫੈਸ ਕਰਦਾ, ਮੈਨੂੰ ਨਹੀਂ ਪਤਾ ਸੀ। ਮੈਂ ਸੋਚਦਾ ਸੀ ਮੈਂ ਕੁਝ ਕਿਸਾਨ ਯੂਨੀਅਨ ਦੇ ਮਿੱਤਰਾਂ ਨੂੰ ਕਹਾਂਗਾ, ਸੱਜੇ ਖੱਬੇ ਲਾਵਾਂਗਾ, ਮੈਨੂੰ ਕਿਸੇ ਆਪਣੇ ਕਿਸਾਨਾਂ ਦਾ ਧਿਆਨ ਆਇਆ ਵੀ ਕੌਣ ਕਿੰਨੇ ਇਕੱਠੇ ਕਰਾ, ਮੈਂ ਕਿੱਥੋਂ ਕਰ ਸਕਾਂਗਾ 5-10,000। ਉਹ ਕਹਿੰਦੇ ਨਹੀਂ। ਔਰ ਭੀੜ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਰੈਲੀਆਂ ਦੇਖੋ, ਕੀ ਲੋਕਤੰਤਰ ਨਹੀਂ ਹੈ, ਭੀੜ ਤੰਤਰ ਹੈ। ਇੱਕ ਮਿੰਟ ਗੱਲ ਪੂਰੀ ਹੁੰਦਾ। ਮੈਂ ਸਮਾਜ ਦਾ ਦੋਸ਼ ਕਹਿ ਰਿਹਾ। ਸਮਾਜ ਵੀ ਤਾਂ ਉਹਨਾਂ ਦੇ ਨਾਲ ਜਾਂਦਾ ਹੈ।
ਜਦੋਂ ਕੱਲ ਨੂੰ ਆਮ ਆਦਮੀ ਪਾਰਟੀ ਦੀ ਰੈਲੀ ਸਮਾਜ ਹੋਏਗੀ, ਤਾਂ ਆਪਦੇ ਕਾਂਗਰਸ ਦੀ ਨਿੱਕੇ ਨਿੱਜੀ ਮਫਾਦ ਨੇ, ਉਹਨਾਂ ਲਈ ਜਾਂਦਾ ਨਾ। ਕਾਂਗਰਸ ਦੀ ਹੋਏਗੀ, ਰਾਹੁਲ ਗਾਂਧੀ ਦੀ ਹੋਏਗੀ, ਮੋਦੀ ਸਾਹਿਬ ਦੀ ਹੋਏਗੀ, ਸੁਖਬੀਰ ਬਾਦਲ ਜੀ ਦੀ ਹੋਏਗੀ, ਅਰਵਿੰਦ ਕੇਜਰੀਵਾਲ ਜੀ ਆਉਂਦੇ ਨੇ, ਉਹਨਾਂ ਦੀ ਹੁੰਦੀ ਹੈ। ਲੱਖਾਂ ਲੱਖਾਂ ਬੰਦਾ ਆਉਂਦਾ ਨਾ, ਸਮਾਜ ਵੀ ਉੱਥੇ ਹੀ ਜਾਂਦਾ, ਭੀੜ ਉੱਥੇ ਜਾਂਦੀ ਹੈ। ਅਸੀਂ ਕਹਿੰਦੇ ਹਾਂ ਜੀਐਮ ਸਰੋਂ ਬਚਾਉਣੀ ਹੈ, ਕੋਈ ਜੀਐਮ ਦਾ ਪੰਜਾਬ 'ਚ ਟਰਾਇਲ ਹੀ ਹੋਣਾ ਚਾਹੀਦਾ। ਅਸੀਂ ਕਹਿੰਦੇ PAU ਦੇ ਬਾਹਰ ਧਰਨਾ ਦੇਣਾ, ਔਰ ਸਾਨੂੰ 20 ਬੰਦੇ ਮਿਲਦੇ ਆ। ਸਮਾਜ ਵੀ ਤਾਂ ਪ੍ਰਾਇੋਰਟੀ ਗਲਤ ਪਾਸੇ ਗਈਆਂ ਹੋਈਆਂ ਨੇ ਨਾ। ਕਰਪਟ ਹੋ ਗਿਆ ਸਮਾਜ, ਸ਼ਾਇਦ ਕਰਪਟ ਸ਼ਬਦ ਥੋੜਾ ਜਿਹਾ ਪਤਾ ਨਹੀਂ ਕੀ ਮਤਲਬ ਨਿਕਲਦਾ। ਮੈਂਟਲੀ ਕਰਪਟ ਹੋ ਗਿਆ। ਮੈਂ ਹਾਂ, ਤੁਸੀਂ ਨਾ ਉਹਨੂੰ ਬੈਂਕਰਪਟ ਕਹੋ, ਵੈਸੇ ਮੈਂਟਲੀ ਬੈਂਕਰਪਟ ਸਮਾਜ ਆਦਰਸ਼ਾਂ ਦੀ ਵੀ ਹੁਣ ਤਾਂ ਆਈਡੀਅਲਿਜ਼ਮ ਜਿਹੜਾ ਉਹ ਬੈਂਕਰਪਟ ਹੋ ਗਏ ਨੇ। ਆਈਡੀਅਲਸ ਨਹੀਂ ਹੈਗੇ ਲੋਕਾਂ ਦੇ। ਆਦਰਸ਼ ਕੀ ਨੇ ਦੱਸੋ ਮੈਨੂੰ। ਅਗਰ ਲੋਕਾਂ ਦੇ ਆਦਰਸ਼ ਕਰੇ, ਪੋਲੀਟੀਕਲ ਪਾਰਟੀਆਂ ਦੇ ਲੋਕ ਰਹਿਣਗੇ ਜਿਹੜੇ 5 ਸਾਲ ਬਾਅਦ ਜਿਹਨਾਂ ਨੇ ਇਲੈਕਸ਼ਨ ਲੜਨਾ ਹੈ, ਤਮਾਮ ਵਿਦ ਆਲ ਡਿਊ ਰਿਗਾਰਡ ਟੂ ਆਲ ਪੋਲੀਟੀਸ਼ੀਅਨਸ, ਜਿਨ੍ਹਾਂ ਨੇ 100 ਝੂਠ ਬੋਲਣੇ ਆ, 100 ਪੁਲਿਸ ਦੇ ਕੰਮ ਕਰਨੇ ਆ, ਸਾਮ ਦਮ ਦੰਡ ਭੇਦ ਇਸਤੇਮਾਲ ਕਰਨਾ ਹੈ, ਜਿਨ੍ਹਾਂ ਦੇ ਜੀਵਨ 'ਚ ਆਦਰਸ਼ ਨਹੀਂ ਹੈਗਾ ਉਵੇਂ ਦਾ, ਜੇ ਅਸੀਂ ਉਹਨਾਂ ਨੂੰ ਇਕੱਲਾ ਆਦਰਸ਼ ਮੰਨ ਕੇ ਚਲਾਵਾਂਗੇ, ਉਹ ਸਾਡੇ ਆਈਡੀਅਲਸ ਰਹਿਣਗੇ ਸਾਡੇ। ਜੇ ਸਾਡੇ ਆਦਰਸ਼ਾਂ ਦੇ ਵਿੱਚ ਜਿਹੜੇ ਸਮਾਜ ਨੂੰ ਸਹੀ ਦਿਸ਼ਾ, ਜੀਵਨ ਨੂੰ ਸਹੀ ਦਿਸ਼ਾ, ਮਾਨਵ ਜਾਤੀ ਨੂੰ ਸਹੀ ਦਿਸ਼ਾ ਦੇ ਸਕਦੇ ਨੇ, ਉਹ ਲੋਕ ਨਹੀਂ ਹੈਗੇ, ਤੇ ਕਿੱਥੋਂ ਸਿੱਖ ਕਰੋਗੇ? ਕੋਈ ਸਮਾਜ ਕਦੇ ਸਟੇਟਲੈਸ ਹੋ ਸਕਦਾ ਹੈਗਾ? ਨਹੀਂ, ਸਟੇਟਲੈਸ ਤਾਂ ਕਦੀ ਨਹੀਂ ਹੋਏਗਾ। ਸਟੇਟ ਰਹੇਗੀ, ਪਰ ਸਟੇਟ ਦਾ ਮਤਲਬ ਵੈਸਟ ਵਾਲਾ ਨਹੀਂ ਹੈਗਾ। ਮਿਨੀਮਲ ਇੰਟਰਫੇਰੈਂਸ ਹੁੰਦਾ ਕਿ ਚੋਰ ਡਾਕੂ ਨਾ ਆ ਜਾਣ, ਬਸ ਇੰਨਾ ਹੀ ਹੁੰਦਾ। ਬਸ ਸੰਘ ਦੇ ਆਈਡੀਆ 'ਚ ਵੀ ਨਹੀਂ ਹੈਗਾ ਇਹ ਕਿ ਕਦੇ ਕੋਈ ਇਹੋ ਜਿਹਾ ਸਮਾਜ ਹੋ ਸਕਦਾ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਆ ਕੇ ਸਟੇਟ ਕੰਮ ਪੰਗਾ ਪਾਉਂਦੀ ਆ, ਜਿਹੜੇ ਉਹਦੇ ਪੋਲੀਟੀਸ਼ੀਅਨ ਨੇ, ਜਿਹੜੇ ਉਹਦੇ ਬਿਊਰੋਕਰੇਟ ਨੇ, ਉਹ ਗੱਲਾਂ ਨੂੰ ਗਲਤ ਡਾਇਰੈਕਸ਼ਨ ਦਿੰਦੇ ਨੇ। ਇੱਕ ਸੈਕਿੰਡ ਦੇਖੋ ਅੰਜਾ, ਸਾਡੇ ਇੱਥੇ ਜਦੋਂ ਕੋਈ ਰਾਜਾ ਮਾਰਕਸਿਜ਼ਮ ਵਾਲੇ ਆਈਡੀਆ 'ਚ ਤਾਂ ਹੈਗਾ ਨਾ, ਮਾਰਕਸ ਲਾਸਟ ਸਟੇਜ ਕਹਿੰਦਾ ਜਿਹੜੀ ਸਾਮਵਾਦ ਦੀ, ਮੈਂ ਤਾਂ ਜਵਾਬ ਦੇ ਸਟੇਟਲੈਸ ਹੀ ਹੋ ਜਾਣਾ ਉਹਦੇ 'ਚ ਕੁਝ। ਨਹੀਂ, ਸਟੇਟਲੈਸ ਨਹੀਂ ਹੋ ਸਕੇਗਾ ਕਦੀ ਵੀ, ਮੈਂ ਉੱਥੇ ਸਹਿਮਤ ਨਹੀਂ ਹੈਗਾ। ਸਾਡੇ ਇੱਥੇ ਕਹਿੰਦਾ ਰਾਜਾ ਜਦੋਂ ਰਾਜਾ ਬੰਦਾ ਸੀ, ਰਾਜਗੱਦੀ ਤੇ ਬਹਿੰਦੇ ਸੀ, ਉਹਨੂੰ ਇੱਕ ਰਾਜਦੰਡ ਫੜਾਇਆ ਜਾਂਦਾ ਸੀ। ਉਹ ਕਹਿੰਦਾ ਸੀ ਜਿਹੜੀ ਸਾਡੀ ਪ੍ਰੀ ਸੋਸਾਇਟੀ ਹੈ, ਮੈਂ ਇੱਕ ਗੱਲ ਤਾਂ ਸੁਣ ਲਓ, ਸਾਡੀ ਪ੍ਰੀ ਸੋਸਾਇਟੀ ਹੈ ਉਹ ਤਾਂ ਸਟੇਟਲੈਸ ਰਹੀ ਹੈ। ਨਹੀਂ, ਐਵੇਂ ਦੀ ਵੀ ਨਹੀਂ ਰਹੀ। ਮੈਂ ਆਪਣੀ ਗੱਲ ਪੂਰੀ ਕਰਕੇ ਦੱਸਣਾ ਤੁਹਾਨੂੰ। ਨਹੀਂ, ਪ੍ਰੀ ਸੋਸਾਇਟੀ ਤਾਂ ਰਹੀ ਸਰ। ਪ੍ਰੀ ਸੋਸਾਇਟੀ ਹੈ ਜਿਹੜੀਆਂ ਸਾਡੀਆਂ, ਜਿਹੜੇ ਵੀ ਸਮਾਜਾਂ ਦੀਆਂ ਨੇ, ਉਹਨਾਂ 'ਚ ਵੀ ਪਾਵਰ ਦਾ ਜਦੋਂ ਪ੍ਰੋਡਕਸ਼ਨ ਵਧੀ, ਜਦੋਂ ਜਿਹੜੇ ਖੇਤਰਾਂ 'ਚ ਪ੍ਰੋਡਕਸ਼ਨ ਆਈ, ਜਦੋਂ ਪ੍ਰਾਪਰਟੀ ਦਾ ਕਨਸੈਪਟ ਆਇਆ, ਫਿਰ ਜਾ ਕੇ ਕਿਤੇ ਚੀਜ਼ਾਂ ਆਰਗੇਨਾਈਜ਼ਡ ਹੋਣੀਆਂ, ਜਦੋਂ ਮੁਨਾਫਾ ਆਉਣ ਲੱਗਿਆ, ਫਿਰ ਜਾ ਕੇ ਉਸ ਰੂਪ 'ਚ ਸ਼ੇਪ ਲਈ। ਪ੍ਰੀ ਸੋਸਾਇਟੀ ਤਾਂ ਰਹੀ ਸਟੇਟਲੈਸ। ਨਹੀਂ, ਇੰਜ ਨਹੀਂ ਹੋਈ, ਇੰਜ ਨਹੀਂ ਹੋਇਆ। ਸੁਣ ਲਓ ਪਹਿਲੇ, ਤੁਹਾਡੇ ਮੇਰੇ ਵਿਚਾਰ ਅੱਡ ਹੋ ਸਕਦੇ ਉੱਥੇ। ਐਸਾ ਰਾਜਾ ਜੋ ਰਾਜਗੱਦੀ ਤੇ ਬਹਿੰਦਾ ਸੀ, ਉਹਨੂੰ ਇੱਕ ਰਾਜਦੰਡ ਫੜਾਇਆ ਜਾਂਦਾ ਸੀ। ਉਹ ਕਹਿੰਦਾ ਸੀ ਅਹਮ ਅਦੰਡੋ ਅਸੀਂ, ਮੈਂ ਅਦੰਡ ਨਹੀਂ ਹਾਂ, ਮੈਨੂੰ ਦੰਡ ਨਹੀਂ ਦਿੱਤਾ ਸਕਦਾ। ਮੈਂ ਤਾਂ ਰਾਜੇ ਤੋਂ ਪਹਿਲਾਂ ਦੇ ਸਮਾਜ ਦੀ ਗੱਲ ਕਰ ਰਿਹਾ। ਮੈਂ ਗੱਲ ਕਰ ਰਿਹਾ ਨਾ, ਰਾਜੇ ਤੋਂ ਪਹਿਲੇ ਐਸਾ ਕੋਈ 2 ਮਿੰਟ। ਅਹਮ ਅਦੰਡੋ ਅਸੀਂ, ਔਰ ਉਦੋਂ ਧਰਮ ਗੁਰੂ ਇੱਕ ਧਰਮਦੰਡ ਹੁੰਦਾ ਸੀ, ਇੱਕ ਰਾਜਦੰਡ, ਇੱਕ ਧਰਮਦੰਡ। ਉਹ ਧਰਮਦੰਡ ਉਹਦੇ ਮੁਕਟ ਤੇ ਸਿਰ ਤੇ ਰੱਖ ਕੇ ਉਹਦੀ ਪਗੜੀ ਨਾਲ ਟੱਚ ਕਰਕੇ ਕਹਿੰਦਾ ਸੀ ਧਰਮ ਉਹ ਦੰਡੋ ਸੀ, ਧਰਮ ਹੀ ਦੰਡ ਦੇਗਾ, ਤੂੰ ਧਰਮ ਦੇ ਅਧੀਨ ਹੈ। ਇਸ ਕਰਕੇ ਸਟੇਟਲੈਸ ਸੋਸਾਇਟੀ ਦੀ ਜਿਹੜਾ ਕਨਸੈਪਟ ਹੈ, ਇੱਥੇ ਹੁਣ ਧਰਮ ਸ਼ਬਦ ਇਸਤੇਮਾਲ ਕਰਾਂਗਾ ਤੇ ਉਹ ਅੰਗਰੇਜ਼ੀ ਸਮਝ ਨਹੀਂ ਆਣਾ। ਇੱਥੇ ਧਰਮ ਯਾਨੀ ਕਿ ਕਰਤੱਵਯ, ਧਰਮ ਯਾਨੀ ਕਿ ਕਰੁਣਾ, ਧਰਮ ਯਾਨੀ ਕਿ क्षमा, ਧਰਮ ਯਾਨੀ ਕਿ ਸत्य, ਅਹਿੰਸਾ, ਇਹ ਜਿਹੜੀ ਚੀਜ਼ਾਂ ਨੇ, ਇਹ ਧਰਮ ਹੈ। ਔਰ ਧਰਮ ਹੀ ਨਿਯੰਤਰਣ ਕਰਦਾ ਸੀ। ਧਰਮ ਹੀ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਪੂਰਾ ਪੂਰਾ ਨੂੰ ਕੰਟਰੋਲ ਕਰਦਾ ਸੀ। ਸੋ ਮੈਨੂੰ ਲੱਗਦਾ ਕਿ ਸਟੇਟਲੈਸ ਸੋਸਾਇਟੀ ਕਦੇ ਨਹੀਂ ਹੋ ਸਕਦੀ। ਧਰਮ ਦੀ ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਇਹ ਲੱਗਦੀ ਹੈ ਨਾ ਕਿ ਜਿਹੜੇ ਇਹ ਲੋਕ ਜਿਹੜੇ ਸੱਤਾ 'ਚ ਆਉਣ ਤੋਂ ਪਹਿਲਾਂ ਸਾਰੀਆਂ ਗੱਲਾਂ ਤੇ ਸਹਿਮਤ ਹੁੰਦੇ ਨੇ, ਜਦੋਂ ਇਹਨਾਂ ਦੇ 10 ਸਿਰ ਬਣ ਜਾਂਦੇ ਨੇ, ਜਦੋਂ ਇਹ ਬੈਠਦੇ ਨੇ ਕਿਸੇ ਪਾਰਟੀ ਦੇ, ਹੁਣ ਤੁਹਾਡਾ ਇਤਰਾਜ਼ ਹੈਗਾ, ਫਿਰ ਤੁਸੀਂ ਕਹਿੰਦੇ ਟੈਕਨੋਕਰੇਟ ਤੇ ਬਿਊਰੋਕਰੇਟ ਨੇ ਜਿਹੜੇ, ਉਹ ਤਾਂ ਗੱਲ ਕਿਸੇ ਸਿਰੇ ਲੱਗਣੀ ਨਹੀਂ, ਉਹਨਾਂ 10 ਸਿਰਾਂ 'ਚ ਹੀ ਵੜ ਜਾਂਦੇ ਨੇ, ਵਿੱਚ ਵੜ ਜਾਂਦੇ ਨੇ। ਮੈਂ ਉਹੀ ਕਹਿ ਰਿਹਾ ਹੈਗਾ। ਫਿਰ ਜਦੋਂ ਤੁਹਾਨੂੰ ਇੰਨਾ ਇਤਰਾਜ਼ ਆ ਪੋਲੀਟਿਕਸ ਦੇ ਨਾਲ ਕਿ ਪੋਲੀਟਿਕਸ ਦੇ ਮਸਲੇ ਹੱਲ ਕਦੇ ਨਹੀਂ ਕਰੂਗੀ, ਅਸੀਂ ਲੜਨ ਵਾਲੇ ਲੋਕਾਂ ਕੋਲ, ਸਾਡੇ ਕੋਲ 20 ਤੋਂ ਬੰਦੇ ਵੱਧ ਜੁੜਦੇ ਨਹੀਂ ਹੈਗੇ। ਕਦੇ ਕੋਈ ਮੌਕਾ ਆ ਗਿਆ ਕਿਸਾਨ ਅੰਦੋਲਨ ਵਰਗਾ, ਕਦੇ ਇਤਿਹਾਸ 'ਚ ਤਾਂ ਕਦੀ ਆਇਆ ਹੈ ਨਾ। ਤੇ ਪੋਲੀਟੀਕਲ ਸਟਰਕਚਰ ਦੇ ਨਾਲ ਤੁਸੀਂ ਕਹਿੰਦੇ ਹੋ ਕੁਝ ਹੋ ਨਹੀਂ ਰਿਹਾ ਹੈਗਾ। ਤੁਸੀਂ ਇਹ ਕਹਿੰਦੇ ਹੋ ਜੇ ਤੁਹਾਡੇ ਕੋਲ ਵੀ ਆ ਜੇ ਤੁਸੀਂ ਵੀ ਉਹ 10 ਸਿਰਾਂ ਵਾਲੇ ਹੋ ਜਾਓਗੇ। ਯਾਨੀ ਮਹਿੰਦਰ ਦੱਤ, ਜਾਂ ਮੈਨੂੰ ਤੁਸੀਂ ਕਿਹਾ, ਮੈਂ ਮਹਿੰਦਰ ਦੱਤ ਨੂੰ ਕਹਿ ਦਿੰਦਾ, ਜੇ ਮਹਿੰਦਰ ਦੱਤ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹ ਵੀ 10 ਸਿਰਾਂ ਵਾਲਾ ਹੋ ਜੂ। ਫਿਰ ਤਾਂ ਕਿਤੇ ਗੱਲ ਇਹਦਾ ਮਤਲਬ ਫਿਰ ਪ੍ਰਿੰਸੀਪਲ ਕੋਈ ਕਿਤੇ ਗੜਬੜ ਆ ਨਾ। ਉਸ ਗੱਲ ਦੇ ਉੱਤੇ ਵੀ ਤਾਂ ਇੱਕ ਨਵੇਂ ਤਰੀਕੇ ਨਾਲ ਰੀਥਿੰਕ ਕਰਨ ਦੀ ਲੋੜ ਹੈਗੀ। ਬਿਲਕੁਲ ਠੀਕ ਹੈ। ਬਹੁਤ ਕੋਈ ਇਹੋ ਜਿਹੇ ਸਮਾਜ ਹੋ ਸਕਦੇ ਆ ਜਿਹਦੇ ਜਿਹੜੇ ਐ ਚੱਲਣ ਕੋਐਗਜ਼ਿਸਟੈਂਸ ਦੇ ਨਾਲ ਕਿ ਭਾਈ ਆਪਾਂ। ਐਗਜ਼ੈਕਟਲੀ, ਮੈਨੂੰ ਲੱਗਦਾ ਸਮਾਜ ਨੂੰ ਇਹਦੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ। ਤਾਂ ਮੈਂ ਤੁਹਾਨੂੰ ਸਟੇਟਲੈਸ ਦੀ ਗੱਲ ਕਰ ਰਿਹਾ ਸੀ। ਜਿਹੜੇ ਦੇਸ਼ ਔਰ ਸਮਾਜ ਦੇ ਮਸਲੇ ਹੱਲ ਕਰਨਾ ਚਾਹੁੰਦੇ ਆ ਨਾ, ਉਹਨਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਚੱਲਣਾ ਚਾਹੀਦਾ ਹੈ। ਔਰ ਇਕੱਲੇ ਰਾਜਨੀਤੀ ਦੇ ਨਾਮ ਤੇ ਵਿਰੋਧ ਕਰਨਾ ਬੰਦ ਕਰੀਏ ਆਪਾਂ।
ਇਹ ਇਕੱਲਾ ਰਾਜਨੀਤੀ ਨਾਮ ਤੇ ਵਿਰੋਧ ਚੱਲਦਾ ਨਾ, ਇਕੱਲਾ ਪੋਲੀਟੀਕਲ ਵਿਰੋਧ ਕੁਛ ਨਹੀਂ ਹੈਗਾ। ਮੈਂ ਬਸ ਸਭ 'ਚ ਘੁੰਮਿਆ ਹੋਇਆ ਭਾਈ, ਸਭ 'ਚ ਮੇਰੀ ਪਰਮ ਮਿੱਤਰਤਾ ਹੈ, ਠੀਕ ਹੈ ਨਾ। ਅੱਜ ਵੀ तमाम ਪੋਲੀਟੀਕਲ ਪਾਰਟੀਆਂ 'ਚ ਮੇਰੇ ਪਰਮ ਮਿੱਤਰ ਨੇ, ਉਹ ਕੋਈ ਦਿੱਕਤ ਨਹੀਂ ਹੈਗੀ, ਔਰ ਮੈਨੂੰ ਕਿਸੇ ਨਾਲ ਇਤਰਾਜ਼ ਨਹੀਂ ਹੈਗਾ। ਉਹ ਮੇਰਾ ਕਹਿਣਾ ਹੈਗਾ ਇਸ ਸਾਰੇ ਮੁੱਦੇ ਦੇ ਉੱਤੇ ਸਾਨੂੰ ਕਿਤੇ ਨਾ ਕਿਤੇ ਇਹ ਗੰਭੀਰ, ਮੇਰੇ ਕੋਲ ਅੱਜ ਦਾ ਜਵਾਬ ਨਹੀਂ ਹੈਗਾ, ਪਰ ਜਿਹੜੇ ਮੇਰੇ ਵਰਗੇ ਪੀੜਿਤ ਲੋਕ ਨੇ, ਸਭ ਧਾਰਾਵਾਂ 'ਚ ਬੈਠੇ ਹੋਏ ਨੇ, ਉਹਨਾਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਕਿ ਅਮਰਿੰਦਰ ਦੱਤ ਕਿਹਦਾ ਵਿਕਟਮ ਆ? ਉਹ ਅਮਰਿੰਦਰ ਦੱਤ ਕਿਹਦਾ ਵਿਕਟਮ ਹੈ? ਤੁਸੀਂ ਉਹਨੂੰ ਇੰਜ ਕਹੋਗੇ ਤੇ ਮੈਨੂੰ ਲੱਗਦਾ ਕਿ ਸੰਘ ਦਾ ਵਿਕਟਮ ਤਾਂ ਨਹੀਂ? ਨਹੀਂ ਇੰਜ ਨਹੀਂ ਕਹਾਂਗਾ। ਸੰਘ ਨੇ ਤਾਂ ਮੈਨੂੰ ਬੀਜੇਪੀ ਸੰਘ ਦਾ? ਦੀ ਬਹੁਤ ਸੰਘ ਨੇ ਨਹੀਂ, ਪੋਲਿਟਿਕਸ ਦਾ? ਪੋਲਿਟਿਕਸ ਤੁਸੀਂ ਕਹਿ ਸਕਦੇ ਹੋ, ਪੋਲਿਟਿਕਸ ਦਾ ਵਿਕਟਮ ਆ ਪੋਲਿਟਿਕਸ ਦਾ ਵਿਕਟਮ ਹੈਗਾ, ਪੋਲਿਟਿਕਸ ਦਾ ਵਿਕਟਮ ਨਹੀਂ। ਮੇਰੇ ਬਾਰੇ ਮਤਲਬ ਮੈਂ ਨਾਮ ਲੈ ਕੇ ਵੀ ਬੋਲਣ 'ਚ ਕੋਈ ਦਿੱਕਤ ਨਹੀਂ ਕਿ ਸਾਡੇ ਇੱਕ ਮਿੱਤਰ ਪੰਜਾਬ ਐਗਰੋ 'ਚ ਗਏ ਅਤੇ ਖੇਤੀ ਵਿਕਾਸ ਮਿਸ਼ਨ ਪੰਜਾਬ ਐਗਰੋ ਦੇ ਬਰਾਬਰ ਹੀ ਉਸ ਤੋਂ ਪਹਿਲੇ ਹੀ ਆਰਗੈਨਿਕ ਫਾਰਮਿੰਗ ਦੀ ਗੱਲ ਕਰ ਰਿਹਾ ਸੀ, ਔਰ ਉਹ ਸਾਡੇ ਸੱਜਣ ਗਏ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅਮਰਿੰਦਰ ਨਾਲ ਕੰਮ ਕਰਦੇ, ਉਹਨੂੰ ਛੱਡ ਦਿਓ, ਉਹ RSS ਦਾ, ਉਹ BJP ਦਾ। ਉਹ ਤਾਂ ਮੇਰਾ ਤਾਂ ਇਤਰਾਜ਼ ਹੀ ਐਵੇਂ ਦਾ ਕਿ ਮੈਂ ਤਾਂ ਇਸ ਕਰਕੇ ਮੈਂ ਤਾਂ ਨਾਮ ਲੈ ਕੇ ਓਪਨਲੀ ਬੋਲ ਹੀ ਰਿਹਾ ਵਾਂ, ਇੰਸਟੀਚਿਊਟ ਦਾ ਨਾਮ ਲੈ ਰਿਹਾ ਵਾਂ, ਕੋਈ ਇਤਰਾਜ਼ ਨਹੀਂ ਗਾ, ਕਿਉਂ ਸੱਤ ਹੈ ਉੱਥੇ ਲੋਕ। ਅਮਰਿੰਦਰ ਦੱਤ ਰਾਜਨੀਤੀ ਦਾ ਵਿਕਟਮ ਆ? ਹਾਂ, ਕਿਉਂਕਿ ਰਾਜਨੀਤੀ 'ਚ ਕਟੁਤਾ ਆ ਗਈ ਨਾ, ਇੱਕ ਬੰਦਾ ਰਾਜਨੀਤੀ ਜੁੜ ਗਿਆ, ਦਿਨ ਨੂੰ ਤੁਸੀਂ ਕਿਸੇ ਨੂੰ ਢਾਣਾ ਹੋਵੇ ਨਾ, ਉਸ ਦੇ ਨਾਲ ਕੋਈ ਪੋਲੀਟੀਕਲ ਠੱਪਾ ਲਾ ਲਓ, ਬਸ ਇਹ ਤਾਂ ਉਹ ਹੈ ਏਜੰਡਾ ਹੈਗਾ ਵਾ। ਉਹ ਭਾਈ ਏਜੰਡਾ ਕੀ ਹੈ? ਮੇਰੇ ਨਾਲ ਗੱਲ ਤਾਂ ਕਰ ਲਓ, ਤੁਸੀਂ ਮੇਰੇ ਆ ਕੇ ਮਿਲੋ ਸਹੀ। ਦੇਖੋ ਮੈਂ ਦੋ ਤਿੰਨ ਗੱਲਾਂ ਕਹਾਂਗਾ, ਤੁਸੀਂ ਪੁੱਛਿਆ ਤਾਂ ਮੈਂ, ਤੁਸੀਂ ਸਵਾਲ ਨਹੀਂ ਕੀਤਾ ਪਰ ਪਹਿਲੇ ਕਿਹਾ ਸੀ ਮੈਂ ਕਹਾਂਗਾ। ਜਦੋਂ ਅਮਰਿੰਦਰ ਦੱਤ ਨੇ ਪਹਿਲੀ ਵਾਰੀ ਆ ਕੇ ਇੱਥੇ ਪੈਸਟੀਸਾਈਡ ਨਾਲ ਕੈਂਸਰ ਹੁੰਦਾ ਹੈ, ਇਹਦੀਆਂ ਕਿਤਾਬਾਂ ਵੰਡੀਆਂ, WHO ਦੀਆਂ ਪਬਲਿਸ਼ ਕਿਤਾਬਾਂ ਸੀ ਉਹ ਵੰਡੀਆਂ, ਮੈਂ ਤਾਂ ਕਿਸੇ ਸੰਘ ਵਾਲੇ ਬੰਦੇ ਕੋਲ ਨਹੀਂ ਗਿਆ ਸੀ। ਮੈਂ ਤਾਂ ਜਿਹੜੇ ਡਾਕਟਰ ਜਾਂਦੇ ਸੀ ਜਾਂ ਜਿਹੜੇ ਮਿੱਤਰ ਸੀ ਕਿ ਕਿਸੇ ਡਾਕਟਰ ਕੋਲ ਚਲੀਏ ਆਪਾਂ, ਉਹ ਡਾਕਟਰਾਂ ਤੋਂ ਸਟੇਟਮੈਂਟ ਦਵਾਈਏ। ਉਹ ਮੈਂ ਜਿਹਨਾਂ ਲੈ ਕੇ ਆਇਆ, ਇੰਡੀਆ ਦਾ ਕੋਈ ਅਸੀਂ ਟੌਕਸੀਕੋਲੋਜੀ ਦਾ, ਆਰਗੈਨਿਕ ਫਾਰਮਿੰਗ ਦਾ ਐਕਸਪਰਟ ਨਹੀਂ ਛੱਡਿਆ ਜਿਹਨੂੰ ਅਸੀਂ ਪੰਜਾਬ 'ਚ ਲੈ ਕੇ ਨਾ ਆਏ ਹੋਈ ਹੈ। ਜਿਹੜਾ ਪੈਸਟੀਸਾਈਡ ਦੇ ਮੁੱਦੇ 'ਤੇ ਵੱਡਾ ਐਕਸਪਰਟ ਹੋਇਆ, ਅਸੀਂ ਕੋਈ ਬੰਦਾ ਨਹੀਂ ਛੱਡਿਆ, ਕੋਈ ਇੰਸਟੀਚਿਊਟ ਨਹੀਂ ਛੱਡਿਆ ਜਿਹਨੂੰ ਪੰਜਾਬ 'ਚ ਅਸੀਂ ਨਾਲ ਲੈ ਕੇ ਆਈ ਹੋਈ ਹੈ। ਸੋ ਉਹ ਰਾਜਨੀਤੀ ਨਹੀਂ ਸੀ ਉਹਦੇ ਪਿੱਛੇ ਬਿਲਕੁਲ ਵੀ। ਮੈਨੂੰ ਲੱਗਦਾ ਹੈਗਾ ਰਾਜਨੀਤੀ ਕਿਉਂਕਿ ਵੰਡਦੀ ਹੈ, ਰਾਜਨੀਤੀ ਡਿਵਾਈਸਿਵ ਹੈ, ਵਰਤਮਾਨ ਰਾਜਨੀਤੀ ਦੇ ਰੂਪ 'ਚ ਉੱਤੇ ਉੱਠਣ ਦੀ ਲੋੜ ਹੈਗੀ ਹੈ। ਇਹ ਰਾਜਨੀਤੀ ਠੀਕ ਦਿਸ਼ਾ 'ਚ ਨਹੀਂ ਜਾਂਦੀ। ਇਹ ਦੇਖੋ ਰਾਜਨੀਤੀ ਤਾਂ ਹੁੰਦੀ ਹੈ ਨਾ ਕਿ ਜੇ ਤੁਹਾਡਾ ਵਿਰੋਧੀ ਹੈ ਔਰ ਉਹਦੇ ਅੰਦਰ ਕੋਈ ਸਦਗੁਣ ਹੈ, ਉਹਦੇ ਅੰਦਰ ਕੋਈ ਖਮਤਾ ਹੈ, ਅਤੇ ਤੁਸੀਂ ਉਹਨੂੰ ਐਪਰੀਸ਼ੀਏਟ ਕਰੋ, ਉਹਦੇ 'ਤੇ ਝੂਠੀ ਮਨਘੜਤ ਚੀਜ਼ਾਂ ਨਾਲ ਜੋੜੋ ਉਹਦੇ 'ਤੇ। ਇੱਥੇ ਤਾਂ ਜੇ ਰਾਜਨੀਤੀ 'ਚ ਵੀ ਨਹੀਂ ਹੈਗਾ, ਜਿਹਨੂੰ ਢਾਣਾ ਤੁਸੀਂ ਉਹਦੇ ਕਰਕੇ ਕਰਦੇ ਹੋ। ਸੋ ਇਹ ਜਿਹੜੇ ਸਾਰੇ ਮੁੱਦੇ ਨੇ, ਇਹਦੇ 'ਤੇ ਕਿਤੇ ਨਾ ਕਿਤੇ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ। ਰਾਜਨੀਤੀ ਤਾਂ ਬੰਦੇ ਨੂੰ ਬੇਗਿਰਕ ਕਰ ਦਿੰਦੀ ਹੈ ਨਾ। ਉਹ ਕਹਿੰਦੇ ਰਾਜਨੀਤੀ ਬੰਦੇ ਨੂੰ ਬੰਦਾ ਨਹੀਂ ਰਹਿਣਾ ਦੀ। ਕਿਸੇ ਕਵੀ ਨੇ ਕਿਹਾ, ਹਿੰਦੀ ਦੇ ਨੇ, ਬਹੁਤ ਵੱਡੇ ਨੇ, ਉਹ ਕਹਿੰਦੇ ਜਿੱਥੇ ਬਹੁਤ ਜ਼ਿਆਦਾ ਉਦੈ ਪ੍ਰਕਾਸ਼ ਬਹੁਤ ਵੱਡੇ ਕਵੀ ਨੇ ਹਿੰਦੀ ਦੇ, ਉਹਨਾਂ ਨੇ ਕਿਹਾ ਜਿੱਥੇ ਬਹੁਤ ਜ਼ਿਆਦਾ ਰਾਜਨੀਤੀ ਹੋਊਗੀ ਉੱਥੇ ਜੀਵਨ ਨਹੀਂ ਹੋਊਗਾ। ਹਾਂ, ਮੈਂ ਵੀ ਮੰਨਦਾ। ਸੋ ਮੈਂ ਰਾਜਨੀਤੀ 'ਚ ਕਦੀ ਇਸੇ ਕਰਕੇ ਰਿਹਾ ਨਹੀਂ, ਔਰ ਮੈਨੂੰ ਇਹ ਕਹਿਣ 'ਚ ਕੋਈ ਦਿੱਕਤ ਨਹੀਂ। ਓਪਨਲੀ ਮੈਂ ਤੁਹਾਡੇ ਚੈਨਲ 'ਤੇ ਕਹਿ ਰਿਹਾ ਕਿ ਮੈਨੂੰ ਮਨ 'ਚ ਇੱਕ ਬੜਾ ਮਲਾਲ ਹੁੰਦਾ ਸੀ ਕਿ ਮੇਰੇ ਨਾਲ ABVP 'ਚ ਜਿਹੜੇ ਲੋਕ ਸੀ, ਇੱਕ ਅੱਧੇ ਨੂੰ ਛੱਡ ਕੇ ਸਾਰੇ ਰਾਜਨੀਤੀ ਚਲੇ ਗਏ। ਉਹ ਮੈਂ ਉਹਨੂੰ ਕਹਿੰਦਾ ਸੀ ਯਾਰ, ਆਪਾਂ ਉਹ ਤੋਂ ਕਹਿੰਦੇ ਸੀ ਦੇਸ਼ ਨੂੰ ਪਰਮ ਵੈਭਵ 'ਤੇ ਲੈ ਕੇ ਜਾਣਾ ਹੈ। ਉਹ ਦੇਸ਼ ਦਾ ਪਰਮ ਵੈਭਵ ਉਹ ਇਕੱਲਾ ਪੋਲੀਟਿਕਸ ਜਾ ਕੇ ਥੋੜ੍ਹੀ ਤਾਂ ਹੋਏਗਾ, ਹੋਰ ਵੀ ਧਾਰਾਵਾਂ ਹੈਗੀਆਂ, ਹੋਰ ਵੀ ਕੰਮ ਹੈਗੇ। ਉਹ ਇੱਕ ਅੱਧੇ ਕੋਈ ਮੇਰੇ ਤੋਂ ਇਲਾਵਾ ਕੋਈ ਇੱਕ ਅੱਧਾ ਹੀ ਕੋਈ ਛੋਟਾ ਮੋਟਾ ਕਿਸੇ ਨੇ ਕੰਮ ਕੀਤਾ, ਉਹ ਰਾਜਨੀਤੀ ਚਲੇ ਗਏ ਸਾਰੇ, ਕਿ ਰਾਜਨੀਤੀ 'ਚ ਹੀ ਹੈਗਾ ਉਹ। ਔਰ ਮੇਰਾ ਸਖਤ ਇਤਰਾਜ਼ ਸੀ। ਮੈਂ ਤਾਂ ਉਹਨਾਂ ਨੂੰ ਮਜ਼ਾਕ, ਰਾਜਨੀਤੀ ਸਾਰਾ ਕੁਝ ਮਲਟੀਪਲਾਈ ਸਭ ਤੋਂ ਜ਼ਿਆਦਾ ਹੁੰਦਾ। ਦੇਖੋ ਜੀ, ਪੈਸਾ ਵੀ ਬਹੁਤ ਮਲਟੀਪਲਾਈ ਹੁੰਦਾ, ਤੁਹਾਡਾ ਕੱਦ ਵੀ, ਤੁਹਾਡਾ ਮਾਹੌਲ ਵੀ, ਸਭ ਕੁਝ ਇੰਨੀ ਜਲਦੀ ਮਲਟੀਪਲਾਈ ਹੁੰਦਾ ਜਿਹੜਾ ਕਿਸੇ ਖੇਤਰ 'ਚ ਨਹੀਂ ਹੋ ਸਕਦਾ। ਦੇਖੋ ਦੇਖੋ ਜੀ ਸੁਣੋ, ਮੈਂ ਜਾਣਦਾ ਵਾਂ, ਮੇਰੇ ਕੋਲ ਬਹੁਤ ਲੋਕ ਆਉਂਦੇ ਨੇ ਕਈ, ਔਰ ਜਿਹੜੇ ਆ ਕੇ ਨਾ ਮੇਰੇ ਵੀ ਪੈਰ ਹੱਥ ਲਾਉਂਦੇ, ਗੋਡੇ ਹੱਥ ਲਾਉਂਦੇ। ਕਿਉਂ? ਉਹਨਾਂ ਨੂੰ ਲੱਗਦਾ ਕਿ ਅਮਰਿੰਦਰ ਦੱਤ ਦਾ ਕੋਈ ਸੰਪਰਕ ਹੈਗਾ ਕਿਤੇ BJP 'ਚ ਉੱਤੇ ਲੈਵਲ 'ਤੇ ਇਹ ਕੁਝ ਕਰ। ਮੈਂ ਉਹਨੂੰ ਕਿਹਾ ਭਾਈ ਪਲੀਜ਼ ਮੇਰੇ ਨਾਲ ਆਇਆ ਕਰੋ, ਮੈਂ ਮੱਠ ਵਾਲਾ ਬੰਦਾ ਨਹੀਂ, ਨਾ ਲਾਇਆ ਕਰੋ, ਮੈਂ ਮਨਾ ਕਰਦਾ ਹੋਊਗਾ। ਲੇਕਿਨ ਕਿ ਬਦੋਬਦੀ ਨਾਮ ਦੀ ਇਹ ਆਦਤ ਪਈ ਹੋਈ ਲੋਕਾਂ ਨੂੰ, ਠੀਕ ਹੈ ਨਾ। ਕਿਉਂਕਿ ਰਾਜਨੀਤੀ ਨੇ ਤੁਹਾਡਾ ਔਰਾ ਤੇ ਤੁਹਾਡਾ ਆਭਾ ਮੰਡਲ ਇਹ ਹੈ ਨਾ। ਨਹੀਂ, ਮੇਰਾ ਆਭਾ ਮੰਡਲ ਨਹੀਂ ਹੈਗਾ, ਲੋਕਾਂ ਨੇ ਧੱਕੇ ਬਣਾਇਆ। ਮੇਰਾ ਆਭਾ ਮੰਡਲ ਦੂਸਰਾ। ਵੈਸੇ ਤਾਂ ਮੈਂ ਇੱਕ ਗੱਲ ਪੂਰੀ ਕਰ ਲਵਾਂ, ਇੰਪੋਰਟੈਂਟ ਗੱਲ ਹੈ। ਰਾਸ਼ਟਰ ਜੀਵਨ ਜਿਹਨੂੰ ਕਹਿੰਦੇ ਆ, ਜਿਹੜਾ ਪੂਰਾ ਨੈਸ਼ਨਲ ਲਾਈਫ ਦਾ ਸਪੈਕਟਰਮ ਹੈ, ਉਸ ਪੂਰੇ ਸਪੈਕਟਰਮ ਦੇ ਵਿੱਚ ਪੋਲੀਟਿਕਸ ਅਸਲ 'ਚ ਤਾਂ ਸਿਰਫ 10% ਤੋਂ ਲੈ ਕੇ 20% ਤੱਕ ਹੋਣੀ ਚਾਹੀਦੀ ਸੀ। 80% ਦੇ ਵਿੱਚ ਕਲਚਰ, ਸਿਵਲਾਈਜੇਸ਼ਨ, ਐਜੂਕੇਸ਼ਨ, ਆਰਟਸ, ਹੈਲਥ, ਬਾਕੀ तमाम ਚੀਜ਼ਾਂ ਸੀ ਉਹਦੇ 'ਚ।
ਹੋਇਆ ਕੀ ਹੈ, ਉਲਟਾ ਹੋ ਗਿਆ। 80% ਤੇ ਕਬਜ਼ਾ ਕਰ ਲਿਆ ਪੋਲਿਟਿਕਸ ਨੇ, ਉਹ ਸਾਰੇ ਚੱਕ ਕੇ 20% ਚ ਵੀ ਨਹੀਂ 80 ਤਾਂ ਘੱਟ ਕਹਿ ਰਹੇ ਹੋ ਤੁਸੀਂ, 90 ਮੈਨੂੰ 99% ਹੋ ਗਿਆ, 99% ਹੋ ਗਿਆ 1% 1%। Culture ਹੁਣ ਉਹ ਸਾਰਾ ਸਾਰੇ ਕਲਚਰ, ਐਜੂਕੇਸ਼ਨ, ਸਿਵਲਾਈਜੇਸ਼ਨ, ਹੈਲਥ ਦੇ ਬਾਰੇ ਗੱਲਾਂ ਤੋਂ ਲੈ ਕੇ ਐਗਰੀ ਤਮਾਮ ਚੀਜ਼ਾਂ, ਜਿਹੜੀ ਸੋਸ਼ਲ ਸਰਵਿਸ, ਸਮਾਜ ਦੇ ਪ੍ਰਤੀ ਚੇਤਨਾ, ਸਮਾਜ ਦੇ ਪ੍ਰਤੀ ਦਰਦ, ਸਮਾਜ ਦੇ ਪ੍ਰਤੀ ਵੇਦਨਾ, ਇਹ ਮੇਰਾ ਸਮਾਜ ਆ ਯਾਰ, ਮੈਂ ਇਹਦੇ ਬਾਰੇ ਕੁਝ ਕਰਾਂ, ਉਹ ਸਭ ਸਵਾਰਥੀ ਵਾਲਾ ਕੰਮ ਹੋ ਗਿਆ, ਪੋਲਿਟਿਕਸ 'ਚ ਹੋ ਗਿਆ। ਔਰ ਜਿਹੜਾ ਕੋਈ ਕਿੱਦਾਂ ਕਰਦਾ ਹੈ, ਉਹ ਮੁੜ ਕੇ ਰਾਜਨੀਤੀ ਚਲਾ ਜਾਂਦਾ, ਇਹ ਵੀ ਗੜਬੜ ਹੈ। ਸੋ ਇਹ ਜਿਹੜਾ ਰਾਸ਼ਟਰ ਜੀਵਨ ਦੇ ਪੂਰੇ ਮਨਿੰਦਰ ਜੀ, ਤੁਹਾਨੂੰ ਦੁੱਖ ਵੀ ਲੱਗਦਾ ਹੈਗਾ ਕਿ ਤੁਹਾਡੇ ਨਾਲ ਦੇ ਕਿਤੇ ਦੀ ਕਿਤੇ ਪਹੁੰਚ ਗਏ? ਨਹੀਂ ਦੁੱਖ, ਮੈਂ ਕਿਤੇ ਵੀ ਮੈਂ ਵੀ ਐਕਸਪੈਰੀਮੈਂਟ ਕਰ, ਸ਼ਾਇਦ ਤੁਸੀਂ ਕੁਝ ਬਦਲ ਪਾਉਂਦੇ। ਨਹੀਂ, ਮੈਂ ਉਹਨਾਂ ਕੋਲ ਜਾਣਾ ਵਾਂ ਤੇ ਜਦੋਂ ਮੈਂ ਜਾਣਾ ਤਾਂ ਮੈਨੂੰ ਹੱਥ ਜੋੜ ਦਿੰਦੇ ਆ, ਚਾਹ ਵਧੀਆ ਪਿਲਾਉਂਦੇ ਆ, ਤੇ ਮੁੜ ਕੇ ਉਹਨਾਂ 'ਚ ਕਿੱਦਾਂ ਕੋਈ ਮੇਰੇ ਗੋਡੇ, ਇੱਕ ਤਾਂ ਮੈਨੂੰ ਕੋਈ ਗੋਡੇ ਵੀ ਹੱਥ ਲਾ ਦੇਗਾ ਕਿ ਗੁਰੂ ਜੀ ਕਹਿ ਕੇ, ਠੀਕ ਹੈ ਨਾ, ਕਿ ਗੁਰੂ ਉਹ ਸਾਡੇ ਕੰਮ ਕੁਛ ਨਹੀਂ ਕਰ ਪਾਉਂਦੇ, ਕੁਛ ਨਹੀਂ। ਮੈਂ ਕਿਉਂਕਿ ਜਿਹੜੇ ਕੰਮ ਮੈਂ ਕੋਈ ਥਾਣੇ ਕਚਹਿਰੀ ਵਾਲਾ ਕੰਮ ਤਾਂ ਕਰਵਾਉਣਾ ਨਹੀਂ, ਮੈਂ ਉਹਨਾਂ ਨੂੰ ਕਹਿਣਾ ਵੀ ਇਹ ਜੀਐਮ ਦਾ ਮੁੱਦਾ ਹੈਗਾ, ਆਰਗੈਨਿਕ ਫਾਰਮਿੰਗ ਤੇ ਹੈ, ਪਾਣੀ ਦਾ ਮੁੱਦਾ ਹੈਗਾ, ਕੈਂਸਰ ਦਾ ਮੁੱਦਾ ਹੈਗਾ, ਆਹ ਸਟਰਕਚਰ ਹੋਣਾ ਚਾਹੀਦਾ, ਉਹ ਕੋਈ ਨਹੀਂ ਕਰਵਾ ਸਕਦਾ। ਧੰਨਵਾਦ ਮਨਿੰਦਰ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ। ਧੰਨਵਾਦ ਜੀ, ਸ਼ੁਕਰੀਆ ਸਰ।